ਸਵਾਗਤ ਜੀ ਆਪ ਸਭ ਦਾ। ਤੁਸੀਂ ਇੱਕ ਵਾਰ ਫਿਰ ਤੋਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਫੋਕਸ ਪ੍ਰਾਈਮ ਏਸ਼ੀਆ ਟੀਵੀ ਤੇ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਜਾਈਦਾ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਜੋ ਖਬਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਵਾਲੀਆਂ ਹੋਣ ਉਹ ਜ਼ਰੂਰ ਸਾਂਝੀਆਂ ਕਰ ਲਈਏ। ਅੱਜ ਵੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਹੁਣ ਇਸ ਵਕਤ ਇੱਕ ਦੂਸਰੇ ਦੇ ਉੱਪਰ ਤੁਹਮਤਾਂ ਲਾਉਣ ਵਾਲਾ ਕੰਮ ਜਿਹੜਾ ਉਹ ਚੱਲ ਪਿਆ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਵੀ ਹੌਲੀ ਹੌਲੀ ਆਮ ਆਦਮੀ ਪਾਰਟੀ ਹੁਣ ਬਦਲਾਅ ਤੋਂ ਬਦਲੇ 'ਤੇ ਆ ਗਈ ਹੈ ਜੀ। ਉਹ ਕਿਹੜੀ ਗੱਲੋਂ ਕਹਿੰਦੇ ਆ। ਦੂਸਰੇ ਪਾਸੇ ਹੁਣ ਕਹਿੰਦੇ ਵੀ ਪੰਜਾਬ ਵਾਲੀਆਂ ਬੱਸਾਂ ਤੁਹਾਨੂੰ ਸ਼ਾਇਦ ਜਹਾਜ਼ ਚੜ੍ਹਾ ਕੇ ਆਇਆ ਕਰਨਗੀਆਂ ਦਿੱਲੀ ਏਅਰਪੋਰਟ 'ਤੇ। ਉਹਦੀ ਕਹਾਣੀ ਵੀ ਕਰ ਲਵਾਂਗੇ। ਕੁਛ ਕੁ ਦੁਬਾਰਾ ਕਿਸਾਨੀ ਖੇਤੀ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੈਗੀਆਂ, ਅਤੇ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਨਾਲ ਆਪਣੇ ਵੀਰ ਪਰਮਵੀਰ ਬਾਠ ਹੋ ਜੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਤਾਂ ਬਹੁਤ ਵਧੀਆ। ਹੁਣ ਚਾਹ ਪਾਣੀ ਦੁੱਧ ਛਕ ਲਈਦਾ। ਆਹ ਜੇ ਤੁਹਾਡੀ ਜਣੀ ਇੱਛਾ, ਮੈਂ ਕਿਹਾ ਵੀ ਦੱਸ ਦਈਏ। ਹਾਂ ਨਹੀਂ ਠੀਕ ਹੈ, ਚਲੋ ਮਤਲਬ ਕਿਸੇ ਵੇਲੇ ਭੁੱਖੇ ਹੈ ਨਾ ਬੰਦੇ ਨੂੰ ਕੋਈ ਨਾ ਕੋਈ ਤਾਂ ਛਕਾਇਆ ਜਾਣਾ ਚਾਹੀਦਾ। ਚਲੋ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ। ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਕਿ ਵੀ ਕੋਈ ਨਾ ਕੋਈ ਡਾਲਾ ਇਕੱਠਾ ਕਰਕੇ ਕਿਸੇ ਨਾ ਕਿਸੇ ਪਾਸਿਓਂ ਕੋਈ ਡਾਲਾ ਇਕੱਠਾ ਕਰਕੇ ਆਪ ਜੀ ਦੀ ਕੋਈ ਚਾਹ ਦੁੱਧ ਦੀ ਸੇਵਾ ਕੀਤੀ ਜਾਵੇ। ਸੰਧਾਲੀਆ ਸਾਹਿਬ, ਮੇਰੇ ਨਾ ਮਨ 'ਚ ਇੱਕ ਖਿਆਲ ਆਇਆ ਕਿ ਚੀਜ਼ਾਂ ਸ਼ੁਰੂ ਹੁੰਦੀਆਂ ਆਪਾਂ ਬੜੀ ਛੇਤੀ ਭੁੱਲ ਜਾਂਦੇ ਹਾਂ। ਜਦੋਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, ਕੁਛ ਲੋਕ ਇਹ ਕਹਿੰਦੇ ਸੀ ਕਿ ਯੂਕਰੇਨ ਟਲਦਾ ਨਹੀਂ ਸੀ। ਕਈ ਲੋਕਾਂ ਨੇ ਇਹ ਕਿਹਾ ਕਿ ਨੈਟੋ ਵਾਲੇ ਜਿਹੜੇ ਹੈ ਉਹ ਯੂਕਰੇਨ ਨੂੰ ਮਾੜਾ ਜਿਹਾ ਕਹਿੰਦੇ ਸੀ, ਤੱਤਾ ਉਹ ਤੱਤਾ ਤੇਰੇ ਨਾਲ ਹੀ ਆ। ਕਿ ਰੂਸ ਨੇ ਹਮਲਾ ਕੀਤਾ ਨਹੀਂ, ਉਹਨੂੰ ਕਰਨਾ ਪਿਆ। ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਰੂਸ ਨੇ ਕਾਹਨੂੰ ਹਮਲਾ ਕੀਤਾ, ਅਗਲਾ ਦੇਸ਼ ਆ, ਦੇਸ਼ ਆਪਣੇ ਫੈਸਲੇ ਜਿਹਦੇ ਨਾਲ ਮਰਜ਼ੀ ਜਾਵੇ, ਜਿਹਦੇ ਨਾਲ ਮਰਜ਼ੀ ਆਵੇ, ਉੱਥੇ ਜੋ ਮਰਜ਼ੀ ਕਰੇ, ਆਪਣਾ ਸੁਤੰਤਰ ਦੇਸ਼ ਹੈ। ਉਹਦੇ ਤੋਂ ਬਾਅਦ ਇੱਕਦਮ 10-15 ਦਿਨ ਖਬਰਾਂ ਚੱਲੀਆਂ ਜੀ, ਦੇਖੋ ਲੋਕਾਂ ਨੂੰ ਘਰ ਛੱਡਣੇ ਪੈ ਰਿਹਾ, ਲੋਕਾਂ ਨੂੰ ਦੇਸ਼ ਛੱਡਣਾ ਪੈ ਰਿਹਾ। ਦੇਖੋ ਜੀ ਛੋਟੇ ਛੋਟੇ ਬੱਚੇ ਚੱਕ ਕੇ ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ, ਦੂਸਰੇ ਦੇਸ਼ਾਂ 'ਚ ਟੈਂਟਾਂ 'ਚ ਸ਼ਰਨ ਲਈ ਹੈ। 15 ਦਿਨ ਆਪਾਂ ਲਗਾਤਾਰ ਇਹ ਖਬਰਾਂ ਕੀਤੀਆਂ ਕਿ ਅਜੇ ਵੀ ਉੱਥੇ 20,000 ਫਿਰ 15,000 ਫਿਰ 12 ਫਿਰ 8 ਫਿਰ 3 ਫਿਰ 2,000 ਕਿ ਭਾਰਤੀ ਸਟੂਡੈਂਟ ਉੱਥੇ ਫਸੇ ਹੋਏ ਨੇ। ਹੁਣ ਇੰਨੇ ਰਹਿ ਗਿਆ ਜੀ ਉੱਥੇ ਫਸੇ ਆ। ਸਾਨੂੰ ਨਿੱਤ ਦਿਹਾੜੇ ਟੈਲੀਫੋਨ ਮੈਸੇਜ ਆਉਣੇ ਜੀ, ਸਾਨੂੰ ਇੱਥੋਂ ਕੱਢੋ, ਕਿਸੇ ਤਰੀਕੇ ਕਹੋ। ਬਹੁਤ ਕੁਛ ਹੋਇਆ। ਸਾਡੇ ਭਾਰਤੀ ਉੱਥੋਂ ਨਿਕਲ ਆਏ। ਮੈਂ ਵੈਸੇ ਇਨਸਾਨ ਦੀ, ਆਪਣੀ ਪੰਜਾਬੀਆਂ ਦੀ, ਭਾਰਤੀਆਂ ਦੀ ਫਿਤਰਤ ਦੀ ਗੱਲ ਕਰਦਾ, ਆਦਤ ਦੀ ਗੱਲ ਕਰਦਾ। ਸਾਡੇ ਭਾਰਤੀ, ਸਾਡੇ ਪੰਜਾਬੀ ਉੱਥੋਂ ਬਹੁਤੇ ਆ ਗਏ। ਹੋ ਸਕਦਾ ਕੋਈ 2 ਨੰਬਰ ਵਾਲਾ ਉੱਥੇ ਜੇ ਫਸਿਆ ਹੋਵੇ, ਉਹ ਵਾਪਸ ਆ ਗਏ ਆਪੋ ਆਪਣੀ ਘਰੀ। ਇੱਥੇ ਆ ਕੇ ਸਟਰਗਲ ਸ਼ੁਰੂ ਕਰਤੀ ਜੀ। ਸਾਡੀਆਂ ਡਿਗਰੀਆਂ ਕਿੱਦਾਂ ਮੁਕੰਮਲ ਹੋਣ, ਬਹੁਤਾ ਮੈਡੀਕਲ ਪੜ੍ਹਨ ਗਏ ਸੀ। ਫਿਰ ਅਸੀਂ ਚੇਤਾ ਭੁਲਾਤਾ। ਗਲਤੀ ਰੂਸ ਦੀ ਹੈ ਜਾਂ ਗਲਤੀ ਯੂਕਰੇਨ ਦੀ ਹੈ, ਉੱਥੋਂ ਦੇ ਲੀਡਰਾਂ ਦੀ ਹੋਏਗੀ। ਪਰ ਜੰਗ ਜਾਰੀ ਹੈ, 2 ਮਹੀਨੇ ਤੋਂ ਉੱਪਰ ਹੋ ਗਏ। ਲੱਖਾਂ ਲੋਕ ਘਰੋਂ ਬੇਘਰ ਨੇ। ਅਜੇ ਤੱਕ ਵੀ ਯੂਕਰੇਨ ਦੇ ਲੋਕ ਯੂਕਰੇਨ ਛੱਡ ਕੇ ਦੂਸਰੇ ਯੂਰਪੀਅਨ ਮੁਲਕਾਂ ਵੱਲ ਜਾ ਰਹੇ ਹੈ। ਅਜੇ ਵੀ ਨਿੱਤ ਦਿਹਾੜੇ ਕਹਾਣੀਆਂ ਇੱਦਾਂ ਦੀਆਂ ਆਉਂਦੀਆਂ ਕਿ ਛੋਟੇ ਛੋਟੇ ਬੱਚੇ ਨੇ ਤੇ ਮਾਵਾਂ ਉਹਨਾਂ ਬੱਚਿਆਂ ਦੇ ਸਰੀਰ ਦੇ ਉੱਤੇ, ਹੱਥ ਦੇ ਉੱਤੇ, ਬਾਂਹ ਦੇ ਉੱਤੇ ਟੈਲੀਫੋਨ ਨੰਬਰ, ਐਡਰੈਸ ਲਿਖ ਕੇ ਉਹਨੂੰ ਇਕੱਲੇ ਨੂੰ ਤੋਰ ਦਿੰਦੀਆਂ ਕਿ ਪੁੱਤ ਧੀਏ ਤੂੰ ਜਾ, ਮੈਂ ਤਾਂ ਇਸ ਕਾਰਨ ਕਰਕੇ ਜਾ ਨਹੀਂ ਸਕਦੀ। ਬਹੁਤ ਸਾਰੇ ਬੱਚਿਆਂ ਦੇ ਮਾਂ-ਬਾਪ ਨਹੀਂ ਰਹੇ। ਤਬਾਹੀ ਹੋਈ ਜਾਂਦੀ ਹੈ। ਯੂਕਰੇਨ ਵਾਲੇ ਕਹਿੰਦੇ ਜੀ ਸਾਡੇ 8,000 ਕਿਲੋਮੀਟਰ ਲੰਬੀਆਂ ਸੜਕਾਂ ਜਿਹੜੀਆਂ ਤਬਾਹ ਕਰਤੀਆਂ, 400 ਸਕੂਲ ਕਾਲਜ ਤਬਾਹ ਕਰਤੇ, ਇੰਨੇ 100 ਹਸਪਤਾਲ ਤਬਾਹ ਕਰਤੇ, 4 ਸਾਡੇ ਹਵਾਈ ਅੱਡੇ ਤਬਾਹ ਕਰ ਦਿੱਤੇ, ਇੰਨੇ ਸਾਡੇ ਲੋਕ ਮਾਰੇ ਗਏ। ਤੇ ਰੂਸ ਨੇ ਜੀ ਮਾੜਾ ਕੀਤਾ। ਉਧਰੋਂ ਇੰਗਲੈਂਡ ਵਾਲਿਆਂ ਨੇ ਰੂਸ ਵਾਲਿਆਂ ਦੇ ਬਾਰੇ ਕਿਹਾ ਕਿ ਯੂਕਰੇਨ ਵੀ ਹਮਲੇ ਕਰਨ ਲੱਗ ਪਿਆ ਰੂਸ ਦੇ ਉੱਤੇ, ਸਰਹੱਦ ਦੇ ਕੋਲ। ਪਹਿਲਾਂ ਤਾਂ ਰੂਸ ਹੀ ਹਮਲੇ ਕਰਦਾ ਸੀ। ਇੰਗਲੈਂਡ ਵਾਲੇ ਇੱਕ ਮੰਤਰੀ ਨੇ ਕਹਿਤਾ ਜੀ ਇਹ ਚੰਗਾ ਕੀਤਾ। ਮੋਰੇ ਰੂਸ ਨੇ ਕਹਿ ਦਿੱਤਾ, ਕਹਿੰਦੇ ਜੀ ਜੇ ਤੁਸੀਂ ਨਾ ਹਟੇ ਤਾਂ ਫਿਰ ਸਾਨੂੰ ਹਟਾਉਣਾ ਆਉਂਦਾ। ਪਰਮਾਣੂ ਯੁੱਧ ਦੀ ਧਮਕੀ, ਤੀਸਰੇ ਵਿਸ਼ਵ ਯੁੱਧ ਦੀ ਧਮਕੀ। ਫਿਰ 2 ਯੂਰਪੀਅਨ ਦੇਸ਼ ਜਿਨ੍ਹਾਂ ਨੂੰ ਨੈਚੁਰਲ ਗੈਸ ਰੂਸ ਸਪਲਾਈ ਕਰਦਾ ਸੀ, ਇਹਨਾਂ ਨੂੰ ਕਹਿੰਦਾ ਅਸੀਂ ਡਾਲਰ ਨਹੀਂ ਲੈਣੇ, ਰੂਬਲ ਲੈਣੇ ਆ। ਜੇ ਸਾਡੇ ਤੋਂ ਨੈਚੁਰਲ ਗੈਸ ਚਾਹੀਦੀ ਹੈ ਤਾਂ ਸਾਨੂੰ ਸਾਡੀ ਕਰੰਸੀ ਰੂਬਲ ਦੇ ਵਿੱਚ ਭੁਗਤਾਨ ਕਰੋ, ਨਹੀਂ ਤਾਂ ਭੱਜੋ। ਸਪਲਾਈ ਬੰਦ ਹੋ ਗਈ। ਜਾਣੀ ਇੱਕ ਦੂਜੇ ਦੇ ਉੱਤੇ ਪਾਬੰਦੀਆਂ ਲੱਗ ਰਹੀਆਂ ਤਾਂ ਉਹਦਾ ਸਿੱਧਾ ਪ੍ਰਭਾਵ ਆਮ ਲੋਕਾਂ ਤੇ ਪੈ ਰਿਹਾ। ਪਰ ਸਵਾਲ ਉੱਥੇ ਦਾ ਉੱਥੇ ਹੀ ਹੈ। ਲੋਕ ਤੰਗ ਨੇ, ਬੰਬ ਮਿਜ਼ਾਈਲਾਂ ਡਿੱਗ ਰਹੀਆਂ, ਪਰ ਸਾਡੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ। ਸਾਡੇ ਲਈ ਇਹ ਮੁੱਦਾ ਵੱਧ ਇੰਪੋਰਟੈਂਟ ਹੈ ਕਿ ਸਾਡੀ ਸਿਆਸਤ ਦੇ ਵਿੱਚ ਕੀ ਹੋ ਰਿਹਾ, ਸਾਡੀਆਂ ਨਿਗਮ ਚੋਣਾਂ ਕਦੋਂ ਨੂੰ ਹੋਣੀਆਂ। ਜਾਣੀ ਕਿ ਕਦੇ ਕਦੇ ਐਂ ਲੱਗਦਾ ਹੁੰਦਾ ਜੇ ਸਾਡੇ ਨਾਲ ਧੱਕਾ ਹੋਵੇ ਤਾਂ ਦੁਨੀਆ ਉੱਠ ਕੇ ਖਲੋ ਜਾਏ। ਹੁਣ ਜਦੋਂ ਦੂਸਰੇ ਪਾਸੇ, ਕਿਉਂਕਿ ਜੇ ਪੰਜਾਬੀਆਂ ਦੀ ਜਾਨ ਪਿਆਰੀ ਸੀ, ਭਾਰਤੀਆਂ ਦੀ ਜਾਨ ਪਿਆਰੀ ਸੀ, ਤਾਂ ਅਸੀਂ ਦੂਸਰਿਆਂ ਦੇ ਪ੍ਰਤੀ ਚਿੰਤਤ ਸੰਵੇਦਨਸ਼ੀਲ ਹੁੰਦੇ ਕਿਉਂ ਨਹੀਂ? ਕਿਤੇ ਨਾ ਕਿਤੇ ਸਵਾਲ ਤਾਂ ਖੜਦਾ ਨਾ। ਤੇ ਉਹ ਸਵਾਲ ਦਾ ਜਵਾਬ ਅਸੀਂ ਹੁਣ ਆਪ ਹੀ ਦੇਣਾ। ਹੁਣ ਕਿ 64 ਦਿਨ ਹੋ ਗਏ ਲੜਾਈ ਲੱਗੀ ਨੂੰ। ਦੇਖੋ ਗੱਲ ਜਿਹੜੀ ਤੁਸੀਂ ਸ਼ੁਰੂ ਕੀਤੀ ਬਾਠ ਸਾਹਿਬ ਹੈ ਤਾਂ ਸਹੀ ਵਿਚਾਰਨ ਵਾਲੀ।
ਕਿਉਂਕਿ ਕਾਰਨ ਹੈ ਜਿੱਦਣ ਇਹ ਗੱਲ ਸ਼ੁਰੂ ਹੋਈ ਸੀ ਨਾ ਉਦਣ ਅਚਾਨਕ ਸਾਰੇ ਪਾਸੇ ਹਾਹਾਕਾਰ ਮੱਚੀ ਸੀ। ਇੱਕ ਤਾਂ ਉਹ ਸਟੂਡੈਂਟ ਵਾਲਾ ਕੰਮ ਤਾਂ ਹੈਗਾ ਸੀ, ਦੂਸਰਾ ਜਦੋਂ ਤੇਲ ਵਾਲਾ ਕੰਮ ਵਧਿਆ ਤੇ ਅਚਾਨਕ ਆਪਾਂ ਨੂੰ ਨਾਲ ਦੀ ਨਾਲ ਹੀ ਪੈਟਰੋਲ ਪੰਪਾਂ ਤੇ ਲੱਗੀਆਂ ਲੰਮੀਆਂ ਲਾਈਨਾਂ, ਲਓ ਜੀ ਤੇਲ ਨਹੀਂ ਮਿਲ ਰਿਹਾ, ਹੁਣ ਇਹ ਪਤਾ ਨਹੀਂ ਕਿੰਨੇ ਨੂੰ ਹੋ ਜਾਣਾ। ਹਰੇਕ ਨੂੰ ਲੱਗਿਆ ਵੀ ਯਾਰ ਹੋ ਅੱਛਾ। ਹੁਣ ਤੁਸੀਂ ਇਹ ਦੇਖੋ ਵੀ ਜੇ ਜਿੰਨੀ ਕੁ ਮੈਨੂੰ ਸਮਝ ਲੱਗਦੀ ਆ, ਨਾ ਤਾਂ ਪੈਟਰੋਲ ਸਸਤਾ ਨਾ ਡੀਜ਼ਲ ਸਸਤਾ ਆ। ਹਾਂ, ਜਦੋਂ ਇੱਕ ਨਾ ਚੁੰਡੀ ਵੱਡੀ ਗਈ ਉਦੋਂ ਆਪਣੀ ਚੀਕ ਨਿਕਲੀ 2 ਦਿਨ। ਹੁਣ ਆਪਾਂ ਨੂੰ ਆਦਤ ਪੈ ਗਈ, ਹੁਣ ਭਾਵੇਂ ਪੈਟਰੋਲ 150 ਨੂੰ ਹੋ ਜੇ, ਕੱਲ੍ਹ ਨੂੰ 200 ਨੂੰ ਹੋ ਜੇ, ਫਿਰ ਕੀ ਹੋ ਸਕਦਾ। ਕਾਰਨ ਇਹ ਆ ਵੀ ਆਪਾਂ ਨਾ ਬੜੀ ਛੇਤੀ ਭੁੱਲ ਜਾਂਦੇ ਹਾਂ। ਦੂਜੀ ਗੱਲ ਇਹ ਵੀ ਆ ਕਿ ਵੀ ਇਹ ਜਿਹੜੀ ਭੁੱਲ ਜਾਣ ਦੀ ਆਦਤ ਆ ਨਾ, ਸ਼ਾਇਦ ਇਹਦਾ ਕਰਕੇ ਮੁੜ ਕੇ ਬਾਅਦ 'ਚ ਪਰੇਸ਼ਾਨੀ ਆਉਂਦੀ। ਕਿਉਂਕਿ ਜੇ ਬੰਦਾ ਇੱਕ ਚੀਜ਼ ਨੂੰ ਚੇਤੇ ਰੱਖੇ ਵੀ ਯਾਰ ਆਹ ਚੀਜ਼ ਇੱਦਾਂ ਹੋਈ, ਤੇ ਅੱਗੇ ਤੋਂ ਬੰਦਾ ਧਿਆਨ ਰੱਖਦਾ ਵੀ ਯਾਰ ਉਸ ਕੰਮ 'ਚ ਨਾ ਜਾਇਓ, ਉਦੋਂ ਆਪਾਂ ਇੱਦਾਂ ਕੀਤਾ ਸੀ ਤੇ ਆਹ ਪਰੇਸ਼ਾਨੀ ਹੋਈ ਸੀਗੀ। ਉਹ ਜਿਹੜੀ ਮੈਨੂੰ ਲੱਗਦਾ ਵੀ ਭੁੱਲਣ ਵਾਲੀ ਆਦਤ ਆ, ਉਹਦਾ ਕਰਕੇ ਆਪਾਂ ਵਾਰ-ਵਾਰ ਘੁੰਮਦੇ ਘੁਮਾਉਂਦੇ ਫਿਰ ਉੱਥੇ ਆਣ ਕੇ ਫਸ ਜਾਂਦੇ ਹਾਂ ਤੇ ਚੀਕਾਂ ਵੀ ਆਪਣੀਆਂ ਉੱਦਾਂ ਦੀਆਂ ਨਿਕਲਦੀਆਂ ਫਿਰ ਵੀ ਯਾਰ ਉਹ ਇੱਥੋਂ ਸਾਨੂੰ ਕੋਈ ਨਾ ਕੋਈ ਕੱਟ ਲਵੇ ਆ ਗਏ। ਰਹੀ ਗੱਲ ਰੂਸ ਤੇ ਯੂਕਰੇਨ ਵਾਲੀ, ਉਹਦੇ 'ਚ ਮੇਰੇ ਖਿਆਲ ਆਪਾਂ ਸਟਾਰਟਿੰਗ 'ਚ ਵੀ ਗੱਲ ਕਹੀ ਸੀ ਵੀ ਇਹ ਜਿਹੜਾ ਪੇਚਾ ਪਿਆ ਇਹ ਵੇਖਣ ਨੂੰ ਜਾਪਦਾ ਵੀ 2 ਦੇਸ਼ਾਂ ਦਾ, ਪਰ 2 ਦੇਸ਼ਾਂ ਵਾਲਾ ਹੈ ਨਹੀਂ, ਕਹਾਣੀ ਕੋ ਹੋ ਰਿਹਾ ਜੀ। ਤੇ ਮੇਰੇ ਖਿਆਲ ਨਾਲ ਜਿੰਨੇ ਦਿਨ ਹੋ ਗਏ ਉਹਨੂੰ ਸਾਰੇ ਕੁਛ ਨੂੰ ਚੱਲਦੇ ਨੂੰ, ਤੇ ਹੁਣ ਜਿਸ ਹਿਸਾਬ ਨਾਲ ਉਹ ਅੱਗੋਂ ਰੂਪ ਬਦਲ ਰਹੀ ਹੈ ਜੰਗ, ਉਹ ਤੋਂ ਲਗਭਗ ਤੇ ਗੱਲ ਕਲੀਅਰ ਹੋਣ ਲੱਗ ਪਈ ਵੀ ਉਹ ਪਹਿਲਾਂ ਅਗਲਿਆਂ ਨੇ ਦਿਖਾਈ ਸੀ, ਫਿਰ ਹੌਲੀ ਹੌਲੀ ਉੱਤੇ ਤੀਲੇ ਰੱਖਣੇ ਸ਼ੁਰੂ ਕਰਤੇ, ਫਿਰ ਕਹਿੰਦਾ ਇੱਕ ਅੱਧੀ ਗਿੱਲੀ ਪਾਥੀ ਲਾ ਦੇ ਧੁਖਦੀ ਰਹੂਗੀ, ਉਧਰ ਨੂੰ ਤੁਰ ਪਿਆ ਕੰਮ ਕਿ ਨਹੀਂ? ਨਹੀਂ ਸੰਧਾਲੀਆ ਸਾਹਿਬ, ਇਹ ਤੁਰ ਪਿਆ ਹੁਣ ਬਹੁਤਾ ਲੰਮਾ ਚੱਲਣ ਦੀ ਸੰਭਾਵਨਾ ਹੈ। ਤੁਸੀਂ ਇਹ ਦੇਖੋ ਕਿ ਆਮ ਬੰਦੇ ਦਾ ਕਸੂਰ ਕੋਈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਹੁਣ ਯੂਰਪ ਦੇ ਵਿੱਚ ਬਹੁਤ ਸਾਰੇ ਪੰਜਾਬੀ ਰਹਿੰਦੇ ਆ, ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਸਪਲਾਈ ਬੰਦ ਹੋ ਗਈ, ਕਣਕ ਨਹੀਂ ਜਾਣੀ ਉੱਥੇ, ਨੈਚੁਰਲ ਗੈਸ ਦੀ ਜੇ ਕਿੱਲਤ ਹੋ ਗਈ, ਘਰਾਂ 'ਚ ਚੁੱਲ੍ਹੇ ਬਲਣੇ ਜਿਹੜੇ ਉਹ ਬੰਦ ਹੋ ਜਾਣਗੇ ਜਾਂ ਮਹਿੰਗੇ ਬਲਣਗੇ, ਆਮ ਲੋਕਾਂ ਦੀ ਜੇਬ ਦੇ ਉੱਤੇ ਅਸਰ ਪਊਗਾ। ਕਿਸੇ ਨੇ ਕੋਈ ਪ੍ਰੋਗਰਾਮ ਬਣਾਇਆ, ਕਿਸ਼ਤਾਂ ਟੁੱਟਣ ਲੱਗ ਪੈਣੀਆਂ ਲੋਕਾਂ ਦੀਆਂ। ਆਮ ਲੋਕਾਂ ਨੇ ਤਾਂ ਨਹੀਂ ਕਿਹਾ ਸੀ ਕਿ ਜੰਗ ਲਾਓ, ਨਾ ਆਮ ਲੋਕਾਂ ਨੇ ਕਿਹਾ ਸੀ ਕਿ ਤੁਸੀਂ ਹਥਿਆਰ ਬਣਾਓ, ਪਰ ਲੜਾਈ ਹੈ, ਲੜਾਈ ਹੈਗੀ ਹੈ ਚੌਧਰੀ ਕੌਣ ਹੋਏਗਾ ਕਿ ਚੌਧਰ ਸਾਡੀ ਹੋਣੀ ਚਾਹੀਦੀ ਹੈ, ਵਰਲਡ ਦਾ ਸਰਪੰਚ ਕੌਣ ਹੋਏਗਾ, ਲੜਾਈ ਤਾਂ ਉਹਦੀ ਹੈ। ਤੁਸੀਂ ਇਹ ਦੇਖੋ, ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਯੂਕਰੇਨ ਦੇ ਵਿੱਚ ਕਿ ਹਜ਼ਾਰਾਂ ਬੱਚੇ ਐਸੇ ਨੇ ਜਿਨ੍ਹਾਂ ਨੇ 1.5 ਮਹੀਨਾ ਹੋ ਗਿਆ ਸੂਰਜ ਨਹੀਂ ਦੇਖਿਆ। ਬੰਕਰ ਬਣੇ ਹੋ ਆ ਉੱਥੇ, ਬੇਸਮੈਂਟਾਂ ਬੰਕਰਾਂ ਦੇ ਵਿੱਚ ਲੋਕ ਆਪਣੇ ਨਿਆਣੇ ਨੂੰ ਲੈ ਕੇ ਬੜੇ ਆ, ਕਿਉਂਕਿ ਸਾਰੇ ਤਾਂ ਦੇਸ਼ ਛੱਡ ਕੇ ਨਹੀਂ ਨਾ ਜਾ ਸਕਦੇ। ਤੇ ਨਿਆਣੇ ਉਹ ਰੋਜ਼ ਕੰਧਾਂ ਹੀ ਦੇਖਦੇ ਆ, ਕੋਈ ਬਿਮਾਰ ਠਮਾਰ ਹੋ ਜਾਵੇ, ਕਿਸੇ ਨੂੰ ਕੁਛ ਹੋ ਜਾਵੇ, ਬਸ ਕੁਛ ਵੀ ਨਹੀਂ। ਤੁਸੀਂ ਦਵਾਈ ਦਾਰੂ ਕਿੱਥੋਂ ਲੈਣੀ ਜਿੱਥੇ 400 ਦੇ ਕਰੀਬ ਸਕੂਲ ਕਾਲਜ ਤੇ ਹਸਪਤਾਲ ਤਬਾਹ ਹੋ ਗਏ ਆ। ਯਾਨੀ ਸੋਚਣਾ ਵਿਚਾਰਨਾ ਪਊਗਾ ਕਿ ਆਖਰਕਾਰ ਪਰਿਵਾਰਾਂ ਦੇ ਜੀ ਚਲੇ ਗਏ, ਇੰਨੀ ਤਬਾਹੀ ਹੋ ਗਈ, ਦੁਨੀਆ ਦੇ ਵਿੱਚ ਮਹਿੰਗਾਈ ਵੱਧ ਗਈ, 2 ਦੇਸ਼ਾਂ 'ਚ ਆਪਸੀ ਕੁੜੱਤਣ ਵੱਧ ਗਈ। ਅਸੀਂ ਕਹਿੰਦੇ ਆ ਕਿ ਦੁਨੀਆ ਇੱਕ ਪਿੰਡ ਬਣ ਗਈ ਹੈ, ਦੁਨੀਆ 'ਚ ਤਾਂ ਕੰਮ ਚੱਲੀ ਜਾਂਦਾ, ਇੱਥੇ ਮੇਲੇ ਲੱਗੇ ਹੋ ਆ, ਇੱਥੇ ਕਿਸੇ ਨੂੰ ਫਰਕ ਹੀ ਕੋਈ ਨਹੀਂ, ਪਰਵਾਹ ਹੀ ਕੋਈ ਨਹੀਂ। ਹਾਂ, ਭਲਕ ਨੂੰ ਸਾਡੇ ਕਿਤੇ ਟੀਕਾ ਲੱਗਿਆ, ਸਾਡੇ ਨਾਲ ਕੁਛ ਹੋਇਆ, ਅਸੀਂ ਸਾਰੀ ਦੁਨੀਆ ਦੇ ਵਿੱਚ ਦੇਖੋ ਜੀ ਲੋਕ ਨਿਰਮੋਏ ਹੋ ਗਏ, ਲੋਕ ਜੀ ਪੱਥਰ ਦਿਲੇ ਹੋ ਗਏ, ਲੋਕਾਂ ਨੂੰ ਜੀ ਪਰਵਾਹ ਕੋਈ ਨਹੀਂ, ਸਾਡੇ ਹੱਕ 'ਚ ਕੋਈ ਨਹੀਂ ਆਇਆ, ਅਸੀਂ ਕਿੰਨੇ ਗਏ ਆ? ਇਹ ਤਾਂ ਵੱਡਾ ਸਵਾਲ ਹੈ। ਬਸ ਇਹੋ ਹੀ ਇੱਕ ਕਾਰਨ ਹੈ ਵੀ ਆਪਾਂ ਨੂੰ ਲੱਗਦਾ ਵੀ ਜਦੋਂ ਤੇ ਅਗਲੇ ਦੇ ਘਰ ਲੱਗਦੀ ਹੈ ਜੀ, ਫੇਰ ਬਸੰਤਰ ਆ, ਤੇ ਜਦੋਂ ਆਪਣੇ ਲੱਗਦੀ ਫੇਰ ਬਲ ਗਏ, ਉਹ ਅੱਗ ਲੱਗ ਗਈ ਹੈ ਨਾ। ਅੱਗ ਤੇ ਬਸੰਤਰ ਵਾਲਾ ਫਰਕ ਆਪਾਂ ਨੂੰ ਲੱਗਦਾ ਵੀ ਹੌਲੀ ਹੌਲੀ ਦੂਰ ਕਰਨਾ ਪਊਗਾ। ਦੂਜੀ ਰਹੀ ਗੱਲ ਇਹ ਵੀ ਮੈਂ ਨਾ ਵੀ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਜੇ ਉਹ ਜੰਗ ਰੁਕਦੀ ਆ, ਮੁੱਕਦੀ ਆ, ਤੇ ਆਹ 2 ਮਹੀਨਿਆਂ ਤੋਂ ਵੱਧ ਸਮੇਂ ਦੇ ਵਿੱਚ ਜਿੰਨਾ ਨੁਕਸਾਨ ਉਸ ਦੇਸ਼ ਦਾ ਹੋ ਗਿਆ, ਉਹਨੂੰ ਕਈ ਦਹਾਕੇ ਲੱਗਣੇ ਜੇ ਪੈਰਾਂ ਸਿਰ ਹੁੰਦਿਆਂ, ਤੇ ਉਹ ਵੀ ਪਤਾ ਨਹੀਂ ਵੀ ਪਹਿਲਾਂ ਵਾਂਗੂ ਪੈਰਾਂ ਸਿਰ ਹੋ ਸਕੇ ਕਿ ਨਾ ਹੋ ਸਕੇ। ਤੇ ਰਹੀ ਗੱਲ ਜਿਹੜੇ ਲੱਖਾਂ ਦੀ ਗਿਣਤੀ 'ਚ ਲੋਕ ਉੱਥੋਂ ਨਿਕਲ ਗਏ, ਉਹ ਪਤਾ ਨਹੀਂ ਹੁਣ ਉੱਥੋਂ ਮੁੜਦੇ ਕਿ ਨਹੀਂ ਮੁੜਦੇ। ਜੇ ਮੁੜ ਵੀ ਆਉਣਗੇ ਤੇ ਪਤਾ ਨਹੀਂ ਜਿਹੜੇ ਘੁਰਨੇ ਘਰਾਣੇ ਜਾਂ ਜੋ ਘਰ ਉਹ ਛੱਡ ਕੇ ਗਏ ਸੀਗੇ ਉਹ ਵੀ ਉਹਨਾਂ ਨੂੰ ਉੱਦਾਂ ਦੇ ਮਿਲਦੇ ਕਿ ਨਹੀਂ ਮਿਲਦੇ। ਤੁਸੀਂ ਇਹ ਦੇਖੋ ਵੀ ਅੱਜ ਆਪਾਂ ਨੂੰ ਕਿਸੇ ਵੇਲੇ ਕੋਈ ਨਿੱਕੀ ਜਿਹੀ ਪਰੇਸ਼ਾਨੀ ਆ ਜਾਣਾ ਵੀ ਯਾਰ ਬਾਕੀ ਤਾਂ ਸਾਰਾ ਕੁਝ ਠੀਕ ਆ, ਇੱਕ ਨਿੱਕੀ ਜਿਹੀ ਪਰੇਸ਼ਾਨੀ ਹੈ, ਕਹਿੰਦੇ ਹੋਇਆ ਕਿ ਕੁਛ ਨਹੀਂ ਯਾਰ, ਪਤਾ ਨਹੀਂ ਕੱਲ੍ਹ ਟੂਬ ਪਵਾਈ ਸੀ ਅੱਜ ਫੇਰ ਪੈਂਚਰ ਹੋ ਗਿਆ ਜੀ, ਉਹਦੀ ਪਰੇਸ਼ਾਨੀ ਹੁੰਦੀ ਨਾ ਕਿਸੇ ਵੇਲੇ। ਜਾਂ ਕਹਿੰਦਾ ਯਾਰ ਪਤਾ ਨਹੀਂ ਗੱਡੀ ਲਈ ਸੀਗੀ ਵੀ ਮਤਲਬ ਨਾ ਧੂੰਆਂ ਜਿਹਾ ਮਾਰਦੀ, ਕੋਈ ਸਮਝ ਨਹੀਂ ਆਉਂਦੀ, ਮਿਸਤਰੀ ਨੂੰ ਵਿਖਾਇਆ, ਉਹ ਕਹਿੰਦਾ ਨਹੀਂ ਬਾਕੀ ਤਾਂ ਠੀਕ ਹੈ, ਇੰਜਣ 'ਚ ਨੁਕਸ ਲੱਗਦਾ। ਆਪਾਂ ਨੂੰ ਉਹ ਪਰੇਸ਼ਾਨੀ ਬੜੀ ਵੱਡੀ ਲੱਗਦੀ, ਪਰ ਅਗਲਿਆਂ ਦੀ ਤੁਸੀਂ ਦੇਖੋ ਪਰੇਸ਼ਾਨੀ ਵੀ ਜਿਹਨਾਂ ਦੀ ਜ਼ਿੰਦਗੀ ਉਜੜ ਗਈ, ਅਜੇ ਪਤਾ ਨਹੀਂ ਕੱਲ੍ਹ ਨੂੰ ਵਸਣੀ ਕਿ ਨਹੀਂ ਵਸਣੀ। ਸੰਧਾਲੀਆ ਸਾਹਿਬ, ਤੁਸੀਂ ਦੇਖੋ ਕਿ ਮੈਂ ਮਹਿਸੂਸ ਕਰਦਾ ਸੀ ਕਿ ਕਹਾਣੀ ਕਿੱਧਰਲੇ ਪਾਸੇ ਨੂੰ ਜਾਊਗੀ ਨਾ। ਜਦੋਂ ਕੋਵਿਡ ਆਇਆ ਸੀ, ਬਹੁਤ ਸਾਰੇ ਅਫਰੀਕੀ ਮੁਲਕ ਤੇ ਹੋਰ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਮੁਲਕ ਸੀ, ਉਹਨਾਂ ਦੇ ਵਿੱਚ ਜਦੋਂ ਵੈਕਸੀਨੇਸ਼ਨ ਸ਼ੁਰੂ ਹੋ ਗਈ ਸੀ ਸਾਰੀ ਦੁਨੀਆ ਦੇ ਵਿੱਚ, ਉੱਥੇ ਟੀਕਾ ਕੋਈ ਨਹੀਂ ਪੁੱਜਿਆ ਸੀ। ਅਜੇ ਵੀ ਦੁਨੀਆ ਦੇ ਕਈ ਦੇਸ਼ ਐਸੇ ਨੇ ਜਿੱਥੇ 70% ਲੋਕ ਵਿਦਆਊਟ ਵੈਕਸੀਨੇਸ਼ਨ ਨੇ, ਉਹਨਾਂ ਨੂੰ ਇਹ ਟੀਕਾ ਨਹੀਂ ਕੋ ਲੱਗਾ, ਉਹਨਾਂ ਨੂੰ ਨਹੀਂ ਕਿਸੇ ਨੇ ਦਿੱਤਾ ਮੁਫਤ, ਜੇ ਦਿੱਤਾ ਤਾਂ ਬਹੁਤ ਥੋੜ੍ਹਾ ਦਿੱਤਾ। ਹੁਣ ਹਥਿਆਰ ਇੱਕ ਦੂਜੇ ਨੂੰ ਦੇਈ ਜਾਂਦੇ ਆ ਕਿ ਕੋਈ ਗੱਲ ਨਹੀਂ ਅਸੀਂ ਤੈਨੂੰ ਟੈਂਕ ਭੇਜ ਦਿੰਦੇ ਆ, ਕੋਈ ਗੱਲ ਨਹੀਂ ਮਿਜ਼ਾਈਲਾਂ ਭੇਜ ਦਿੰਦੇ ਆ, ਕੋਈ ਗੱਲ ਨਹੀਂ ਅਸੀਂ ਤੈਨੂੰ ਇੰਨੇ ਪੈਸੇ ਦੇ ਦਿੰਦੇ ਆ। ਕੋਈ ਰੂਸ ਵਾਲੇ ਪਾਸੇ ਹੋਇਆ, ਕੋਈ ਯੂਕਰੇਨ ਵਾਲੇ ਪਾਸੇ ਹੋਇਆ, ਜਾਣੀ ਦੁਨੀਆ ਪਿੰਡ ਬਣ ਗਈ। ਅਸੀਂ ਕਹਿੰਦੇ ਜੀ ਮਨੁੱਖ ਬਹੁਤ ਤਰੱਕੀ ਕਰ ਗਿਆ,
ਇਹਨੇ ਜੀ ਖੋਜਾਂ ਬੜੀਆਂ ਕਰ ਲਈਆਂ, ਅੱਜ ਦੁਨੀਆ ਦੇ ਕਿਸੇ ਵੀ ਹਿੱਸੇ ਤੇ ਕੋਈ ਚੂੰ ਵੀ ਕਰੇ ਤਾਂ ਸਾਨੂੰ ਦੂਸਰੇ ਹਿੱਸੇ ਦੇ ਵਿੱਚ ਉਹ ਚੂੰ ਸੁਣ ਪੈਂਦੀ ਆ। ਪਰ ਆਹ ਨਹੀਂ ਸਮਝ ਆਇਆ ਕਿ ਅਸੀਂ ਇੰਨੀ ਤਰੱਕੀ ਕਰ ਗਏ ਕਿ ਕਈ ਮੁਲਕ ਦੁਨੀਆ ਦੇ ਇਦਾਂ ਦੇ ਨੇ ਕਿ ਉੱਥੇ 4 ਉਪ ਰਾਸ਼ਟਰਪਤੀ ਆ ਤੇ ਵੈਂਟੀਲੇਟਰ 3 ਨੇ। ਉੱਥੇ ਨਹੀਂ ਸੋਚਿਆ ਕਿ ਯਾਰ ਰੁਪਈਏ ਧੇਲੇ ਜਿਹੜੇ ਅਸੀਂ ਹਥਿਆਰਾਂ ਤੇ ਵਰਤਣ ਤੇ ਬਣਾਉਣ ਤੇ ਉਹਨੂੰ ਚਲਾਉਣ ਦੇ ਉੱਤੇ ਖਰਚੀ ਜਾਂਦੇ ਆ ਕਿ ਭਾਈ ਉਸ ਦੇਸ਼ ਦੇ ਲੋਕਾਂ ਨੂੰ 4 ਪੈਸੇ ਦੇ ਦਈਏ, ਉਹਨੂੰ ਕੋਈ ਫੈਸਿਲਿਟੀ ਦੇ ਦਈਏ। ਨਾ, ਟੈਂਕ ਦੇਣੇ ਆਪਾਂ। ਦੇਖੋ ਪਤਾ ਕੀ ਗੱਲ ਹੈ ਵਾਰ ਸਾਹਿਬ, ਇਹਦੇ 'ਚ ਵੀ ਕਾਰੋਬਾਰ ਹੈ ਨਾ। ਹੁਣ ਮੰਨ ਲਓ ਟੈਂਕ ਦੇਾਂਗੇ, ਟੈਂਕ ਕੋਈ 4 ਗੋਲੇ ਸੁੱਟੂ, ਗੋਲੇ ਸੁੱਟੂ ਤੇ ਕੋਈ ਧਰਤੀ ਹਿਲਾਊਗਾ, ਕੋਈ ਘਰ ਪਾੜੂਗਾ, ਕੋਈ ਬਿਲਡਿੰਗਾਂ ਸੁੱਟੂਗਾ, 4 ਬੰਦੇ ਮਰਨਗੇ, 2 ਜ਼ਖਮੀ ਹੋਣਗੇ, ਫਿਰ ਉਹਦੀ ਦਵਾਈਆਂ ਚਾਹੀਦੀਆਂ, ਉਹ ਵੀ ਘੁੰਮਦੀਆਂ ਘਮਾਉਂਦੀਆਂ ਉੱਥੋਂ ਜਾਣਗੀਆਂ, ਫਿਰ ਜਿਹੜੀ ਚੀਜ਼ ਤਬਾਹ ਹੋ ਜੂ ਉਹਨੂੰ ਬਣਾਉਣ ਲਈ ਫੇਸ ਸਮਾਨ ਚਾਹੀਦਾ, ਕਾਰੋਬਾਰ ਚੱਲੂ ਨਾ। ਹੁਣ ਜੇ ਮੰਨ ਲਓ ਟੀਕਾ ਹੀ ਦੇ ਦਿੱਤਾ ਅਗਲੇ ਨੂੰ, ਕੋਵਿਡ ਹੋਣਾ ਨਹੀਂ, ਉਹਨੇ ਤੇ ਕਾਇਮ ਹੋ ਜਾਣਾ, ਫਿਰ ਸਾਡਾ ਧੰਦਾ ਕਿੱਦਾਂ ਚੱਲੂਗਾ? ਕਿਉਂਕਿ ਕਾਰਨ ਹੈ ਨਾ ਵੀ ਧੰਦਾ ਚੱਲਣਾ ਚਾਹੀਦਾ ਜੀ। ਇਹ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਕਿਤੇ ਨਾ ਕਿਤੇ ਮਾੜੀ ਬਿਰਤੀ ਬਣ ਜਾਂਦੀ ਹੈ ਵੀ ਯਾਰ ਇਹ ਵਪਾਰ ਕਿਵੇਂ ਚੱਲਦਾ ਰਹੇ। ਹਾਂ, ਉਹਦੇ 'ਚ ਅਗਲੇ ਦਾ ਕੀ ਨੁਕਸਾਨ ਹੁੰਦਾ ਉਹਦੇ ਨਾਲ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਜਿਹੜੇ ਉਹ ਨਹੀਂ ਕਰਦੇ ਨੇ ਬੀਬੀਆਂ ਵਹਿਮ ਕਰਦੇ, ਨਾ ਨਾ ਕੁੜੇ ਨਹੀਂ, ਝਾੜੂ ਨਹੀਂ ਖੜਾ ਕਰੀਦਾ ਹੈ, ਸੁੱਖ ਮੰਗੀ ਦੀ ਹੁੰਦੀ ਹੈ, ਮੰਜਾ ਪੁੱਠਾ ਖੜਾ ਕਰਦਾ ਹੈ ਨਾ। ਆਹ ਤੇ ਕਈਆਂ ਥਾਵਾਂ 'ਤੇ ਆਪਾਂ ਕਹਿੰਦੇ ਵੀ ਜ਼ਰੂਰ ਕਰਕੇ ਰੱਖੋ, ਭਾਵੇਂ ਨੌਕਰੇ ਜੇ ਕਰਕੇ ਰੱਖੋ, ਆਪਣਾ ਕੰਮ ਹੀ ਇਹ ਆ। ਸੋ ਉਹ ਜਿਹੜੀ ਚੀਜ਼ ਆ, ਪਤਾ ਨਹੀਂ ਆਪਾਂ ਉਹਨਾਂ ਵਾਲੇ ਪਾਸੇ ਧਿਆਨ ਨਹੀਂ ਦਿੰਦੇ, ਜਾਂ ਆਪਾਂ ਨੂੰ ਲੱਗਦਾ ਵੀ ਯਾਰ ਕੋਈ ਗੱਲ ਨਹੀਂ, ਮੈਨੂੰ ਕਿਹੜਾ ਫਰਕ ਪੈਂਦਾ। ਉਹ ਜਿਹੜਾ ਮੈਨੂੰ ਕਿਹੜਾ ਫਰਕ ਪੈਂਦਾ ਦੇ ਚੱਕਰ ਦੇ ਵਿੱਚ ਫਸਦੇ ਸਾਰੇ ਹੀ ਆ, ਪਰ ਫਸਦੇ ਇੱਕ 2 ਕਰਕੇ ਆ। ਫਿਰ ਜਿਹਦੀ ਚੀਕ ਵੱਜਦੀ ਜਾਂਦੀ ਉਹ ਪਾਸੇ ਤੁਰਿਆ ਜਾਂਦਾ, ਜਿਹੜੇ ਲਾਗੇ ਖਲੋਤੇ ਹੁੰਦੇ ਆ ਲੈ ਅੱਜ ਇਹਦੀ ਚੀਕ ਵੱਜੀ, ਹੁਣ ਇਹਨੂੰ ਪਤਾ ਲੱਗਿਆ, ਪਹਿਲਾਂ ਇਹ ਮੇਰੀ ਰਾਣੀ ਸੀ ਬੋਲਿਆ। ਉਹ ਕੰਮ ਉਹੀ ਹੋ ਜਾਂਦਾ ਜਿਹੜਾ ਉਹ ਨਹੀਂ ਹੁੰਦਾ ਸੀਗਾ ਵੀ ਬਹੁਤ ਪੁਰਾਣੀ ਕਹਾਣੀ ਵੀ ਉਹ ਕਹਿੰਦਾ ਵੀ ਹੁਣ 100 ਛਿੱਤਰ ਵੀ ਖਾਦੇ ਆ ਤੇ ਹੁਣ 100 ਗੰਢੇ ਵੀ ਖਾਣੇ ਆ। ਉਹ 100 ਗੰਢੇ ਤੇ 100 ਛਿੱਤਰਾਂ ਵਾਲੀ ਕਹਾਣੀ ਜੀ ਉਦੋਂ ਸੱਚੀਆਂ ਸੀ, ਅੱਜ ਵੀ ਸੱਚੀਆਂ ਨੇ, ਚੱਲੀ ਜਾਂਦੀਆਂ। ਕਿਤੇ ਨਾ ਕਿਤੇ ਸੰਧਾਲੀਆ ਸਾਹਿਬ ਜ਼ਰੂਰੀ ਹੈ ਕਿ ਸਾਰੇ ਦੁਨੀਆ ਦੇ ਲੋਕ ਜਿਹੜੇ ਨਾ ਆਪੋ ਆਪਣੇ ਸਿਆਸਤਦਾਨਾਂ ਦੇ ਉੱਤੇ ਦਬਾਅ ਪਾਉਣ, ਪ੍ਰੈਸ਼ਰ ਪਾਉਣ ਕਿ ਸਾਨੂੰ ਹੋਰ ਸਾਰਾ ਕੁਝ ਚਾਹੀਦਾ, ਸਾਨੂੰ ਜੰਗ ਨਹੀਂ ਚਾਹੀਦੀ, ਸਾਨੂੰ ਹਥਿਆਰ ਨਹੀਂ ਚਾਹੀਦੇ। ਕਿਉਂਕਿ ਲੀਡਰ ਜਿਹੜੇ ਆ ਵੋਟਾਂ ਨਾਲ ਹੀ ਬਣਦੇ ਆ, ਤੇ ਵੋਟਰ ਜੇ ਇੱਕ ਵਾਰੀ ਦਬਕਾ ਮਾਰਨ, ਡਰ ਦਿਖਾਉਣ ਤਾਂ ਫਿਰ ਸ਼ਾਇਦ ਲੀਡਰ ਸਿੱਧੇ ਹੋ ਜਾਣ ਕਿ ਭਾਈ ਨਾ 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 ਅਸੀਂ ਕਾਰੋਬਾਰ ਅੱਗੇ ਵਧਾ ਲਾਂਗੇ, ਪਰ ਕੱਲ੍ਹ ਨੂੰ ਜੇ ਲੋਕਾਂ ਨੇ ਵੋਟਾਂ ਹੀ ਨਾ ਪਾਈਆਂ, ਕੁਰਸੀਆਂ ਹਿੱਲ ਗਈਆਂ ਤਾਂ ਫਿਰ ਜਾਵਾਂਗੇ ਕਿੱਧਰਲੇ ਪਾਸੇ। ਸੋ ਥੋੜ੍ਹਾ ਜਿਹਾ ਧਿਆਨ ਇੱਧਰਲੇ ਪਾਸੇ ਦੇਣ ਦੀ ਲੋੜ ਆ। ਆਪਾਂ ਸਿੱਧੇ ਪੰਜਾਬ ਆਉਂਦੇ ਹਾਂ। ਸੰਧਾਲੀਆ ਸਾਹਿਬ, ਤੁਹਾਨੂੰ ਯਾਦ ਹੋਣਾ ਕਿ ਜਦੋਂ 2017 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤੇ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਮੇਜ਼ ਰੱਖ ਕੇ, 2 ਮੇਜ਼ ਰੱਖ ਕੇ, ਪਿੱਛੇ 4 ਕੁਰਸੀਆਂ ਰੱਖ ਕੇ ਫਾਰਮ ਭਰੇ ਜਾਂਦੇ ਸੀ ਕਿ ਆ ਜੀ ਕਿਸਾਨਾਂ ਦਾ ਕਰਜ਼ਾ ਮਾਫ ਹੋਣਾ। ਕਾਂਗਰਸੀ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ PK ਉਹਨਾਂ ਦੇ ਕਹਿਣ ਦੇ ਉੱਤੇ ਫਾਰਮ ਭਰਾਉਂਦੇ ਸੀ। ਪੰਜਾਬ ਦੇ ਕਿਸਾਨਾਂ ਨੇ ਗਿੱਟੇ ਛੱਲੇ ਇੱਕ ਦੂਜੇ ਦੇ, ਆਹ ਵਧੀਆ ਹੋ ਗਿਆ ਬਈ, ਹੁਣ ਤਾਂ ਕਰਜ਼ਾ ਲੈ ਜਾਣਾ ਹੈ, ਸਾਰਾ ਕਰਜ਼ਾ ਇਹਨਾਂ ਨੇ ਮਾਫ ਕਰ ਦੇਣਾ, ਭਾਵੇਂ ਸ਼ਾਹੂਕਾਰ ਤੋਂ ਲਿਆ, ਆੜਤੀਏ ਤੋਂ ਲਿਆ, ਬੈਂਕ ਤੋਂ ਲਿਆ, ਸੁਸਾਇਟੀ ਤੋਂ ਲਿਆ, ਗੱਲੇ ਕੋਈ ਨਹੀਂ। ਫਿਰ 15 ਕੁ ਦਿਨ ਹੀ ਦੂਜੇ ਟੇਬਲ ਲੱਗ ਗਏ, ਆਹ ਦੇਖੋ ਜੀ ਪੰਜਾਬ ਦੇ ਨੌਜਵਾਨਾਂ ਨੂੰ ਮੁਫਤ ਸਮਾਰਟਫੋਨ ਦਿੱਤੇ ਜਾਣੇ ਆ। ਫਿਰ ਦੇ ਤੇਰੀ ਫਾਰਮ ਭਰੇ, ਕਿਉਂਕਿ ਵੋਟਾਂ ਸੀ। ਉਹਦੇ ਤੋਂ ਬਾਅਦ ਕਿੰਨੇ ਕੁ ਕਿਸਾਨਾਂ ਦਾ ਕਰਜ਼ ਮਾਫ ਹੋਇਆ ਤੇ ਕਿੰਨਾ ਕੁ ਹੋਇਆ ਤੇ ਕਿਹਦੇ ਉੱਤੇ ਲਿਆ ਕਰਜ਼ ਮਾਫ ਹੋਇਆ, ਆਪਾਂ ਸਾਰਿਆਂ ਨੂੰ ਪਤਾ ਹੈ। ਸਮਾਰਟਫੋਨ ਕਿੰਨੇ ਕੁ ਨੌਜਵਾਨਾਂ ਨੂੰ ਮਿਲ ਗਿਆ ਫਾਰਮਾਂ ਦੇ ਭਰੇ ਮੁਤਾਬਕ, ਆਪਾਂ ਸਾਰਿਆਂ ਨੂੰ ਪਤਾ ਹੈ। ਹੁਣ ਸੰਧਾਲੀਆ ਸਾਹਿਬ ਇੱਕ ਵਾਰੀ ਫੇਰ ਕਹਿੰਦੇ ਕਿ ਲੁਧਿਆਣੇ ਦੇ ਵਿੱਚ ਕਿਤੇ ਟੇਬਲ ਲੱਗੇ, ਬੰਦੇ ਬੈਠੇ, ਫਾਰਮ ਭਰੇ ਗਏ ਕਿ ਔਰਤਾਂ ਨੂੰ 1-1000 ਰੁਪਈਆ ਦੇਣਾ ਹੈ। ਆਮ ਆਦਮੀ ਪਾਰਟੀ ਨੇ ਪ੍ਰੋਮਿਸ ਕੀਤਾ, ਵਾਅਦਾ ਕੀਤਾ, ਬਾਕੀ ਕਈ ਸਿਆਸੀ ਧਿਰਾਂ ਨੇ ਵੀ ਕੀਤਾ ਸੀ, ਪਰ ਉਹਨਾਂ ਦੀ ਸਰਕਾਰ ਨਹੀਂ, ਸਰਕਾਰ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਦੀ। ਹੁਣ ਜਦੋਂ ਉੱਥੇ ਜਾਣੀ ਉਹ ਬੋਰਡ ਲੱਗ ਕੇ ਇੱਕ ਜਗ੍ਹਾ ਦੇ ਉੱਤੇ ਟੇਬਲ ਲੱਗ ਗਿਆ, ਫਾਰਮ ਭਰਨੇ ਸ਼ੁਰੂ ਕਰ ਦਿੱਤੇ, ਲੋਕਾਂ ਦੀ ਭੀੜ ਹੋ ਗਈ। ਫਿਰ ਚਰਚਾ ਚੱਲ ਪਈ, ਕੀ ਹੋਇਆ, ਵੋਟਾਂ ਤਾਂ ਪੈ ਹਟੀਆਂ। ਕਹਿੰਦੇ ਨਹੀਂ, ਵੋਟਾਂ ਨਹੀਂ ਪੈ ਹਟੀਆਂ, ਲੁਧਿਆਣੇ ਦੇ ਵਿੱਚ ਨਿਗਮ ਚੋਣਾਂ ਹੋਣੀਆਂ ਤਾਂ ਬੀਬੀਆਂ ਦੀਆਂ ਵੋਟਾਂ ਸੁੱਖ ਨਾਲ ਅੱਧੀਆਂ। ਜਦੋਂ ਚਾਰੇ ਪਾਸੇ ਰੌਲਾ ਪੈ ਗਿਆ ਤਾਂ MLA ਲੁਧਿਆਣੇ ਤੋਂ ਬੀਬੀ ਰਜਿੰਦਰਪਾਲ ਕੌਰ ਛੀਨਾ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਜੀ ਸਾਡੇ ਵੱਲੋਂ ਕੋਈ ਨਹੀਂ ਬੰਦੇ, ਸਾਨੂੰ ਨਹੀਂ ਪਤਾ ਕੌਣ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਸਾਰੀਆਂ ਔਰਤਾਂ ਨੂੰ ਬੇਨਤੀ ਕਰਦੇ ਹਾਂ ਕਿ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1-1000 ਰੁਪਈਆ ਦੇਣ ਬਾਰੇ ਕਿਸੇ ਤਰ੍ਹਾਂ ਦੇ ਕੋਈ ਫਾਰਮ ਨਿਰਧਾਰਤ ਨਹੀਂ ਕੀਤੇ, ਨਾ ਕੋਈ ਫਾਰਮ ਭਰੇ ਜਾ ਰਹੇ ਆ। ਇਸ ਕਰਕੇ ਬਿਲਕੁਲ ਵੀ ਜੇ ਕੋਈ ਬੰਦਾ ਇਦਾਂ ਆਪਣੀ ਨਿੱਜੀ ਪ੍ਰਾਪਰਟੀ ਦੇ ਉੱਤੇ ਜਾਂ ਕਿਸੇ ਥਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਫਾਰਮ ਭਰਦਾ ਤਾਂ ਕੋਈ ਲੁੱਟ ਦੇ ਸ਼ਿਕਾਰ ਨਾ ਹੋ ਜਾਓ, ਕੋਈ ਬੈਂਕ ਅਕਾਊਂਟ ਨੰਬਰ ਨਾ ਦੇ ਦਿਓ, ਕੋਈ ਇਦਾਂ ਦੀ ਗੱਲਬਾਤ ਨਾ ਹੋ ਜਾਏ। ਹੁਣ ਸੰਧਾਲੀਆ ਸਾਹਿਬ, ਆਪਾਂ ਕਹਿੰਦੇ ਕਿ ਲੋਕ ਸਿਆਣੇ ਹੋ ਗਏ। ਹੁਣ ਜਦੋਂ 2017 ਤੋਂ ਪਹਿਲਾਂ ਫਾਰਮ ਭਰੇ ਗਏ ਸੀ, ਉਦੋਂ ਵੀ ਲੋਕ ਇਹ ਨਹੀਂ ਸੀ ਸਮਝੇ ਕਿ ਭਾਈ ਸਰਕਾਰੀ ਪਾਲਿਸੀ ਵੋਟਾਂ ਤੋਂ ਪਹਿਲਾਂ ਨਹੀਂ ਬਣਦੀ ਹੁੰਦੀ, ਸਰਕਾਰੀ ਪਾਲਿਸੀ ਵੋਟਾਂ ਤੋਂ ਬਾਅਦ ਬਣਨੀ ਹੈ। ਪਹਿਲਾਂ ਫਾਰਮ ਕਾਹਦੇ ਭਰੀ ਜਾਂਦੇ ਆ, ਬੁੱਧੂ ਬਣਾਉਂਦੇ ਆ। ਹੁਣ ਵੀ ਜੇ ਪੰਜਾਬ ਸਰਕਾਰ ਨੇ, ਸੰਬੰਧਿਤ ਡਿਪਾਰਟਮੈਂਟ ਨੇ ਕੋਈ ਫੈਸਲਾ ਹੀ ਨਹੀਂ ਕੀਤਾ, ਇਹਦੇ ਬਾਵਜੂਦ ਵੀ ਕੋਈ ਬੰਦਾ ਫਾਰਮ ਭਰੀ ਜਾਂਦਾ, ਤੇ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਭਾਈ ਵੋਟਾਂ ਬਾਟਾਂ ਲੈਣ ਦਾ ਕੋਈ ਕੰਮ ਕਰਨਾ ਹੋਵੇ ਤੇ ਦੂਜਾ ਸਰਕਾਰ ਨੂੰ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਭਾਈ ਲੋਕਾਂ ਨੂੰ ਮੂਰਖ ਕਿਉਂ ਬਣਾਉਣ ਲੱਗੇ ਹੋ।
ਇਹਦੇ 'ਚ ਇੱਕ ਮੈਨੂੰ ਲੱਗਦਾ ਤੀਜਾ ਝੋਲ ਵੀ ਹੋ ਸਕਦਾ। ਜੀ। ਉਹ ਬੜਾ ਰੌਲਾ ਪੈਂਦਾ ਹੁੰਦਾ ਵੀ ਜੀ ਫਲਾਨੀ ਥਾਂ ਦੇ ਉੱਪਰ ਡੇਟਾ ਵਿਕ ਗਿਆ ਇੰਨੇ ਕਰੋੜ ਦਾ, ਕੋਈ ਕਹਿੰਦੇ ਜੀ ਇੰਨੇ 100 ਕਰੋੜ ਦਾ ਡੇਟਾ ਵਿਕ ਗਿਆ। ਜਦੋਂ ਆਪਾਂ ਦੁਨੀਆ ਭਰ ਦੀ ਗੱਲ ਕਰਦੇ ਹਾਂ ਤਾਂ ਬਹੁਤ ਵਾਰ ਵੱਡੀਆਂ ਜਿਹੜੀਆਂ ਸੋਸ਼ਲ ਮੀਡੀਆ ਨਾਲ ਰਿਲੇਟਡ ਕੰਪਨੀਆਂ ਨੇ ਉਹਨਾਂ ਨੂੰ ਜੁਰਮਾਨੇ ਭਰਨੇ ਪੈਂਦੇ ਆ ਜੀ। ਹੋਇਆ ਕੀ ਜੀ, ਫਲਾਨਿਆਂ ਕੋਲੋਂ ਜੀ ਫਲਾਨਿਆਂ ਦਾ ਇੰਨਾ ਡੇਟਾ ਨਿਕਲ ਗਿਆ ਜੀ। ਹੁਣ ਕਿਸੇ ਵੇਲੇ ਬੰਦਾ ਸੋਚ ਲੈਂਦਾ ਵੀ ਯਾਰ ਡੇਟਾ ਕਿਸੇ ਨੇ ਕੀ ਕਰਨਾ, ਤਾਂ ਮੇਰਾ ਖਿਆਲ ਆਪਾਂ ਚਲੋ ਬੇਨਤੀ ਕਰ ਦਿੰਦੇ ਹਾਂ ਵੀ ਕਈ ਵਾਰ ਤੁਹਾਨੂੰ ਨਾ ਮੈਸੇਜ ਆਉਂਦਾ, ਤੁਸੀਂ ਸੋਚਦੇ ਵੀ ਯਾਰ ਨਾ ਤਾਂ ਮੈਂ ਕਦੀ ਇਸ ਦੁਕਾਨ 'ਤੇ ਗਿਆ, ਨਾ ਮੈਂ ਕਦੀ ਕੋਈ ਸੌਦਾ ਲਿਆ, ਇਹਨਾਂ ਦਾ ਮੈਸੇਜ ਮੇਰੇ ਫੋਨ 'ਤੇ ਕਿੱਥੋਂ ਆ ਗਿਆ? ਉਹ ਜਾਂਦਾ ਡੇਟਾ। ਕਈ ਵਾਰ ਆਉਂਦਾ ਵੀ ਤੁਹਾਡਾ ਬਕਾਇਦਾ ਨਾਂ ਲਿਖ ਕੇ ਆਉਂਦਾ ਵੀ ਤੁਸੀਂ ਫਲਾਨੇ ਥਾਂ ਦੇ ਉੱਪਰ ਇੱਦਾਂ ਕੀਤਾ ਜੀ, ਆਹ ਲਓ ਜੀ ਤੁਹਾਡੀ ਫਲਾਨੇ ਥਾਂ ਤੋਂ ਲਾਟਰੀ ਨਿਕਲ ਆਈ, ਆਹ ਕੰਮ ਜ਼ਰੂਰ ਕਰੋ। ਕਹਿਣ ਤੋਂ ਭਾਵੇਂ ਕਿ ਵੀ ਉਹ ਹੈ ਡੇਟਾ ਜਿਹਦੇ 'ਚੋਂ ਤੁਹਾਡਾ ਨਾਂ ਹੋ ਸਕਦਾ, ਤੁਹਾਡਾ ਈਮੇਲ ਐਡਰੈਸ, ਤੁਹਾਡਾ ਫੋਨ ਨੰਬਰ, ਤੁਹਾਡਾ ਪਤਾ। ਜੇ ਆ ਹੁਣ 1000 ਰੁਪਏ ਵਾਲੀ ਗੱਲਬਾਤ, ਜੇ ਤੇ ਬੰਦਾ ਹੱਸ ਕੇ ਬੈਂਕ ਅਕਾਊਂਟ ਵੀ ਦਿੰਦਾ, ਹਾਂਜੀ ਫਿਰ ਸਾਡਾ ਨਾ ਜੀ ਫਲਾਨੀ ਬੈਂਕ ਜੀ ਖਾਤਾ ਹੈ ਜੀ, ਆਧਾਰ ਕਾਰਡ ਆ ਮੇਰਾ ਨੰਬਰ ਲੈ ਲਓ, ਉਹ ਸਾਰਾ ਕੁਝ ਜਿਹੜਾ ਆਪਾਂ ਉੱਥੇ ਦੇ ਦਿੰਦੇ ਆ। ਕੱਲ੍ਹ ਨੂੰ ਕੁਛ ਪਤਾ ਨਹੀਂ ਵੀ ਕਿੰਨੇ ਉਸ ਡਾਟੇ ਨੂੰ ਕਿੰਨੇ 'ਚ ਵੇਚਣਾ, ਉਸ ਡਾਟੇ ਤੋਂ ਉਦੋਂ ਬਾਅਦ ਕਿੰਨੇ ਕੀ ਉਹਦੇ 'ਚੋਂ ਬੈਨੀਫਿਟ ਲੈਣੇ ਆ, ਕਿੰਨੇ ਕਿਹਦਾ ਕਿੰਨਾ ਨੁਕਸਾਨ ਕਰਨਾ। ਸੋ ਇਹ ਉਹ ਚੀਜ਼ਾਂ। ਹੁਣ ਕਹਾਣੀ ਇਹ ਆ ਵੀ ਇਹਦੇ 'ਤੇ ਅਜੇ ਤੱਕ ਮੈਂ ਤਾਂ ਕੋਈ ਵੱਡੀ ਕਾਰਵਾਈ ਹੁੰਦੀ ਦੇਖੀ ਨਹੀਂ। ਹਾਂ, ਜੇ ਕਿਸੇ ਦਾ ਕੋਈ ਇਹੋ ਜਿਹਾ ਪੇਚਾ ਪੈ ਜਾਵੇ ਤਾਂ ਬਾਅਦ ਤੋਂ ਬਾਅਦ ਅਗਲਾ ਸਲਾਹ ਦਿੰਦਾ, ਉਹ ਨਾ ਬਚੀ ਇਹ ਦੂਜਾ ਕੰਮ ਹੋ ਸਕਦਾ ਹੀ। ਇਹ ਅੱਜ ਕੱਲ੍ਹ ਠੱਗੀ ਮਹਿਕਮਾ ਬਹੁਤ ਚੱਲ ਪਿਆ। ਆ ਪਿਛਲੇ ਦਿਨੀ ਪੰਜਾਬ ਪੁਲਿਸ ਨੇ ਉਹ ਵੀ ਤਾਂ ਕੀਤਾ ਸੀ ਨਾ ਵੀ ਜੇ ਕੋਈ ਸਾਈਬਰ ਕ੍ਰਾਈਮ ਹੁੰਦਾ ਤਾਂ ਅਸੀਂ ਉਹਦੇ ਲਈ ਪੋਰਟਲ ਬਣਾ ਦਿੰਦੇ ਹਾਂ। ਅਗਲੇ ਤਾਂ ਪੋਰਟਲ ਬਣਾ ਦੇਣਗੇ ਵੀ ਤੁਸੀਂ ਵੀਰ ਸ਼ਿਕਾਇਤ ਕਰ ਲਓ, ਤੇ ਜਦੋਂ ਕੰਮ ਹੋ ਹੀ ਗਿਆ ਫਿਰ ਤੇ ਸ਼ਿਕਾਇਤ ਹੀ ਹੋ ਸਕਦੀ, ਹੋਰ ਕੀ ਹੋ ਸਕਦਾ। ਵੈਸੇ ਸੰਧਾਲੀਆ ਸਾਹਿਬ ਉਹਦੇ ਵਿੱਚ ਨਾ ਇੱਕ ਸਾਈਬਰ ਸੇਫ ਨਾਂ ਦੀ ਆਪਸ਼ਨ ਹੈ ਕਿ ਜੇ ਤੁਹਾਡੇ ਤੋਂ ਕੋਈ ਬੈਂਕ ਅਕਾਊਂਟ ਨੰਬਰ ਮੰਗਦਾ ਜਾਂ ਕੁਛ ਇਦਾਂ ਦੀ ਚੀਜ਼ ਮੰਗਦਾ ਤਾਂ ਤੁਸੀਂ ਉਸੇ ਵੇਲੇ ਜੋ ਐਪ ਤੁਹਾਡੇ ਕੋਲ ਹੈਗੀ ਆ ਤਾਂ ਉਹਦੇ ਵਿੱਚ ਉਸ ਬੰਦੇ ਦਾ ਮੋਬਾਈਲ ਨੰਬਰ ਜਾਂ ਕੁਛ ਹੋਰ ਪਾ ਕੇ ਵੈਰੀਫਾਈ ਕਰ ਸਕਦੇ ਵਿਦਿਨ ਫਿਊ ਸੈਕਿੰਡ। ਜੋ ਉਹਨਾਂ ਨੇ ਕਿਹਾ ਕਿ ਥੋੜੇ ਜਿਹੇ ਸਕਿੰਟਾਂ ਦੇ ਵਿੱਚ ਹੀ ਤੁਹਾਨੂੰ ਵੈਰੀਫਾਈ ਹੋ ਜਾਊਗਾ ਕਿ ਉਹ ਨੰਬਰ ਅਸਲੀ ਹੈ ਕਿ ਨਕਲੀ ਹੈ। ਉਹ ਕੰਮ ਕਿੰਨਾ ਕਰਦੀ ਹੈ ਉਹ ਬਾਅਦ ਦੀ ਗੱਲ ਹੈ। ਇਹਦੇ ਨਾਲ ਮੈਨੂੰ ਇੱਕ ਗੱਲ ਹੋਰ ਚੇਤੇ ਆਉਂਦੀ ਹੈ, ਅਜੇ ਸਮਾਂ ਹੁਣ ਦਾਖਲੇ ਸ਼ੁਰੂ ਹੋਣੇ ਆ ਯੂਨੀਵਰਸਿਟੀਆਂ ਦੇ, ਕਾਲਜਾਂ ਦੇ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਆ, ਇੱਕ ਕੰਮ ਜਿਹੜਾ ਕਿ ਦਰੁਸਤ ਨਹੀਂ ਅਜੇ ਤੱਕ ਹੋ ਸਕਿਆ। ਜੇ ਕਰ ਜਾਣ, ਰੌਲਾ ਪਾਉਂਦੇ ਨੂੰ ਆਪਾਂ ਨੂੰ ਕਈ ਸਾਲ ਹੋ ਗਏ। ਪੰਜਾਬ ਦੇ ਵਿੱਚ ਜਦੋਂ ਕਿਤੇ ਸਰਕਾਰੀ ਨੌਕਰੀ ਕਿਸੇ ਨੇ ਲੈਣੀ ਹੁੰਦੀ ਹੈ ਨਾ, ਉਦੋਂ ਬਹੁਤ ਵਾਰ ਰੌਲਾ ਪੈਂਦਾ ਜੀ ਇਹਨਾਂ ਨੂੰ ਨੌਕਰੀ ਨਹੀਂ ਮਿਲੀ। ਕੀ ਹੋਇਆ ਜੀ? ਇਹਨਾਂ ਨੇ ਐਮਫਿਲ, ਇਹਨਾਂ ਨੇ PhD, ਇਹਨਾਂ ਨੇ MA, ਇਹਨਾਂ ਨੇ MLiv, ਇਹਨਾਂ ਨੇ BLiv, BSc, MSc, BCom, MCom, ਕਈ ਹੋਰ ਤਰ੍ਹਾਂ ਦੀਆਂ ਡਿਗਰੀਆਂ, BSc IT ਜੀ ਇਹਨਾਂ ਨੇ ਕਿਸੇ ਦੂਸਰੇ ਸੂਬੇ ਦੀ ਯੂਨੀਵਰਸਿਟੀ ਤੋਂ ਕੀਤੀ ਹੈ। ਉਹਨਾਂ ਨੇ ਸੈਂਟਰ ਪੰਜਾਬ ਦੇ ਵਿੱਚ ਖੋਲ੍ਹੇ ਸੀ। ਅਸੀਂ ਉਹਨਾਂ ਦੀਆਂ ਡਿਗਰੀਆਂ ਨੂੰ, ਉਹਨਾਂ ਦੇ ਡਿਪਲੋਮਾ ਨੂੰ, ਉਹਨਾਂ ਦੇ ਸਰਟੀਫਿਕੇਟਾਂ ਨੂੰ ਮਾਨਤਾ ਨਹੀਂ ਦਿੰਦੇ। ਉਹ ਫਿਰ ਯੂਨੀਅਨ ਬਣਾ ਲੈਂਦੇ ਜੀ ਅਸੀਂ ਤਾਂ ਪੈਸੇ ਦਿੱਤੇ। ਉਹ ਕਹਿੰਦੇ ਜੀ ਉਹ ਤਾਂ ਪੰਜਾਬ 'ਚ ਸੈਂਟਰ ਖੁੱਲ੍ਹੇ, ਅਸੀਂ ਉਹਨਾਂ ਨੇ ਬਕਾਇਦਾ ਬੋਰਡ ਲਾਏ ਸੀ, ਉਹਨਾਂ ਨੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ, ਅਸੀਂ ਤਾਂ ਜੀ ਸਾਰਾ ਕੁਝ ਕੀਤਾ, ਮਿਹਨਤ ਨਾਲ ਪੜ੍ਹਿਓ। ਕਹਿੰਦੇ ਨਾ। ਅਸੀਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ, ਗੁਰਮੀਤ ਸਿੰਘ ਮੀਤਹਿਰ ਸਿੱਖਿਆ ਮੰਤਰੀ ਸਾਹਿਬ ਨੂੰ ਵੀ, ਕਿ ਭਾਈ ਪੰਜਾਬ ਦੇ ਵਿੱਚ ਜੇ ਕਿਸੇ ਵੀ ਹੋਰ ਸੂਬੇ ਦੀ ਯੂਨੀਵਰਸਿਟੀ ਦਾ ਕੋਈ ਸੈਂਟਰ ਖੁੱਲ੍ਹਦਾ, ਤੁਸੀਂ ਸਾਰੇ ਪੰਜਾਬ ਦੇ ਵਿਧਾਇਕਾਂ ਨੂੰ ਕਹੋ, ਪੰਜਾਬ ਦੇ DC ਸਾਹਿਬ, SSP ਸਾਹਿਬ, ਉਹਨਾਂ ਨੂੰ ਕਹੋ ਕਿ ਜੇ ਕਿਸੇ ਵੀ ਐਜੂਕੇਸ਼ਨਲ ਇੰਸਟੀਚਿਊਟ ਦਾ ਬੋਰਡ ਲੱਗਦਾ ਹੈ ਕਿ ਲਿਖਿਆ ਪਤਾ ਕੀ ਹੁੰਦਾ, ਇੱਥੋਂ PhD ਕਿਸੇ ਵੀ ਵਿਸ਼ੇ ਦੀ ਕਰੋ, ਇੱਥੋਂ MLiv BLiv ਕਰੋ, ਇੱਥੇ ਤੁਸੀਂ ਜੇ ਲਾਅ ਕਰਨਾ ਉਹ ਕਰੋ, MA ਕਰੋ, PhD ਕਰੋ, MPhil ਕਰੋ, ਸਾਰਾ ਕੁਝ ਲਿਖਿਆ ਹੁੰਦਾ। ਉਹਨਾਂ ਨੂੰ ਕਹੋ ਕਿ ਭਾਈ ਜੇ ਸਾਡੇ ਸ਼ਹਿਰ ਦੇ ਵਿੱਚ ਸੈਂਟਰ ਖੋਲ੍ਹਣਾ ਤੇ ਇੱਥੇ ਰਜਿਸਟ੍ਰੇਸ਼ਨ ਕਰਾਓ। ਜਦੋਂ ਰਜਿਸਟ੍ਰੇਸ਼ਨ ਕਰਾਉਣ ਆਉਂਦੇ ਆ, ਹਫਤਾ ਇੱਕ ਰਜਿਸਟ੍ਰੇਸ਼ਨ ਨਾ ਦਿਓ, ਉਹਨਾਂ ਨੂੰ ਵੈਰੀਫਾਈ ਕਰੋ ਕਿ ਭਾਈ ਕੀ ਇਹ ਯੂਨੀਵਰਸਿਟੀ UGC ਤੋਂ ਮਾਨਤਾ ਪ੍ਰਾਪਤ ਹੈ। ਨਹੀਂ ਤਾਂ ਫਿਰ ਤੁਹਾਡਾ ਪੰਜਾਬ ਹੈ, ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਉਹਨਾਂ ਲੋਕਾਂ ਦੇ ਬੱਚੇ ਉੱਥੇ ਪੜ੍ਹਨਗੇ, ਮੁੜ ਕੇ ਤੁਹਾਡੇ ਨੌਕਰੀਆਂ ਲੈਣ ਆਉਣਗੇ। ਤੁਸੀਂ ਕਹੋਗੇ ਕਿ ਭਾਈ ਇਹ ਤਾਂ ਡਿਗਰੀਆਂ ਜਾਲੀ ਨੇ, ਯੂਨੀਵਰਸਿਟੀ ਜਾਲੀ ਹੈ, ਇਹ ਤਾਂ ਮਾਨਤਾ ਪ੍ਰਾਪਤ ਨਹੀਂ। ਫਿਰ ਉਹ ਧਰਨੇ ਲਾਉਣਗੇ, ਪੈਸੇ ਉਹਨਾਂ ਦੇ ਖਰਾਬ ਹੋਣੇ ਆ, ਤੁਹਾਡਾ ਵੀ ਸਮਾਂ ਬਰਬਾਦ ਹੋਊ, ਲੋਕਾਂ ਦਾ ਸਮਾਂ ਤੇ ਪੈਸਾ ਦੋਨੋਂ ਚੀਜ਼ਾਂ ਬਰਬਾਦ ਹੋਣਗੀਆਂ। ਉਹ ਕਿ ਜੇਬ 'ਚ ਪਾ ਕੇ ਨਹੀਂ ਕਰਦੇ। ਸ਼ਰੇਆਮ ਵੱਡੇ ਬੋਰਡ ਲੱਗੇ ਹੁੰਦੇ ਆ, ਸ਼ਰੇਆਮ ਲਿਖਿਆ ਹੁੰਦਾ, ਤੇ ਜੇ ਅਫਸਰਸ਼ਾਹੀ ਚੰਗੇ ਤਰੀਕੇ ਕੰਮ ਕਰੇ ਤਾਂ ਵੈਰੀਫਾਈ ਕਰਨਾ ਬਹੁਤ ਹੀ ਸੌਖਾ ਹੈ। ਇਹ ਤਾਂ ਹੈਗਾ। ਹੁਣ ਦੇਖੋ ਰੋਜ਼ ਹੀ ਮੇਰੇ ਖਿਆਲ 2-4 ਖਬਰਾਂ ਤੇ ਹੁੰਦੀਆਂ ਹੀ, ਫਲਾਣੇ ਥਾਂ ਤੇ ਜੀ ਉਹ ਫਲਾਨੀ ਥਾਂ ਦੇ ਉੱਪਰ ਏਜੰਟ ਹੁੰਦਾ ਸੀ, ਉਹਨੇ ਕਿਹਾ ਵੀ ਆਪਾਂ ਤੁਹਾਨੂੰ ਫਲਾਣੇ ਥਾਂ ਭੇਜ ਦੇਣਾ, ਲਿਆਓ ਪੈਸੇ। ਉਦੋਂ ਤੇ ਬੰਦਾ ਗਵਾਂਢੀ ਨੂੰ ਨਹੀਂ ਦੱਸਦਾ, ਉਹ ਨਾ ਪਤਾ ਨਾ ਲੱਗੇ, ਕੋਈ ਨਹੀਂ ਆਪਾਂ ਦੋਵਾਂ ਹੀ ਜਾ ਕੇ ਸ਼ਹਿਰ ਮਿਲ ਆਉਣਾ, ਤੇ ਉਦੋਂ ਹੀ ਦੱਸਣਾ ਫਿਰ ਪੁੱਤ ਜਦੋਂ ਜਹਾਜ਼ੇ ਚੜ੍ਹ ਗਿਆ। ਉਹ ਕਾਰਨ ਆ ਵੀ ਪਤਾ ਬਾਅਦ 'ਚ ਲੱਗਦਾ ਵੀ ਤੂੰ 2 ਘਰ ਛੱਡ ਕੇ ਫਿਰ ਲਾਗਲੇ ਪਿੰਡ ਵਾਲੇ, ਫਿਰ ਉਦੋਂ ਲਾਗਲੇ ਪਿੰਡ ਵਾਲੇ 5-4 ਨਿਕਲਦੇ ਤੇ ਫਿਰ ਇਕੱਠੇ ਕਿਤੇ ਬੱਸ ਅੱਡੇ 'ਤੇ ਮਿਲ ਪੈਣਾ, ਕਿੱਧਰ ਆਏ ਆ? ਇਹਨਾਂ ਨਾਲ। ਕਹਿੰਦੇ ਆਹੋ ਇਹਨਾਂ ਨਾਲ ਹੀ ਆਏ। ਕਹਿੰਦਾ ਹੁਣ ਤੇ ਦੁਕਾਨ ਵੀ ਹੈ ਨਹੀਂ ਗੀ। ਸੋ ਕਹਿਣ ਤੋਂ ਭਾਵ ਇਹ ਕਿ ਵੀ ਉਹ ਸਾਰਾ ਕੁਝ ਤਾਂ ਚੱਲੀ ਜਾਂਦਾ ਵੀ ਕਿਤੇ ਨਾ ਕਿਤੇ ਉੱਤੋਂ ਧਿਆਨ ਨਹੀਂ ਹੁੰਦਾ, ਤੇ ਜਿਹੜਾ ਵਿਚਾਰਾ ਮਾਤੜ ਬੰਦਾ ਉਹ ਤੇ ਇਹ ਸੋਚਦਾ ਵੀ ਯਾਰ ਮੇਰਾ ਕਿਤੇ ਨਾ ਕਿਤੇ ਦਾਲ ਆਏ। ਤੁਸੀਂ ਕਈ ਵਾਰ ਮਸ਼ਹੂਰੀ ਆਉਂਦੀ ਹੁੰਦੀ ਆ ਜੀ, ਕਰਜ਼ਾ ਚਾਹੀਦਾ, ਬਿਨਾਂ ਕਾਗਜ਼ਾਂ ਤੋਂ, ਬਿਨਾਂ ਪ੍ਰਾਪਰਟੀ ਤੋਂ, ਕਿਸੇ ਚੀਜ਼ ਦੀ ਵੀ ਗਰੰਟੀ ਦੀ ਵੀ ਲੋੜ ਨਹੀਂ, ਹੁਣੇ ਲੈ ਲਓ ਕਰਜ਼ਾ।
ਹੁਣ ਜਿਹੜਾ ਬੰਦਾ ਤੇ ਵਿਚਾਰੇ ਨੂੰ ਲੋੜ ਹੋਇਆ ਲਾਖੇ ਯਾਰ ਕਿਤੋਂ ਮਿਲਦੇ 4 ਪੈਸੇ ਤੇ ਯਾਰ ਲੈ ਕੇ ਆਪਾਂ ਆਪਣਾ ਕੰਮ ਚਲਾ ਲਈਏ, ਪਤਾ ਉਹਨੂੰ ਬਾਅਦ ਚ ਲੱਗਦਾ ਵੀ ਉਹ ਬਿਨਾਂ ਕਾਗਜ਼ਾਂ ਤੋਂ ਜਿਹੜਾ ਕਰਜ਼ਾ ਦਿੰਦੇ ਸੀ ਉਹਦੇ ਜਿਹੜੇ ਤੁਹਾਡੀ ਜੇਬ 'ਚ ਮਾੜੇ ਮੋਟ ਕੋਈ ਰੰਗਦਾਰ ਕੋਈ ਹਰੇ ਪੀਲੇ ਕਾਗਜ਼ ਉਹ ਅਗਲੇ ਨੇ ਰਖਾ ਲੈਣੇ ਆ। ਉਦੋਂ ਬਾਅਦ ਫਿਰ ਮੁੜ ਕੇ ਦੇਖਣਾ ਵੀ ਯਾਰ ਪਤਾ ਨਹੀਂ ਆਂਦੇ ਫਾਈਲ ਰਿਜੈਕਟ ਹੋ ਗਈ ਹੈ ਸਾਡੀ, ਇੰਨੀ ਗੱਲ ਹੀ ਹੋਣੀ ਹੈ। ਉਹ ਹੁਣ ਫਾਈਲਾਂ ਜੇ ਮੰਨ ਲਓ ਦਿਹਾੜੀ ਦੀਆਂ 10 ਰਿਜੈਕਟ ਹੋਣ ਲੱਗ ਪਣ ਇੱਦਾਂ, ਤੇ ਇੱਕ ਫਾਈਲ ਦਾ ਖਰਚਾ 1000 ਰੁਪਈਆ ਵੀ ਹੋਵੇ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾਓ 10,000 ਦਿਹਾੜੀ ਅਗਲੇ ਦੀ ਤੇ ਪੈ ਗਈ, ਤੇ ਤੁਸੀਂ ਜਾ ਕੇ ਉਹਨੂੰ ਪੁੱਛਦੇ ਫਿਰੋਗੇ ਵੀ ਯਾਰ ਕੀ ਬਣਿਆ। ਨਾਲੇ ਅਗਲੇ ਨੇ ਕਿਹੜਾ ਪੈਸੇ ਲੈਣੇ, ਫਾਈਲ ਖਰਚਾ ਹੀ ਲੈਣਾ। ਵੇਖੋ ਜੀ ਇਹਦੇ ਫਾਈਲ ਖਰਚਾ, ਫਾਈਲ ਅਸੀਂ ਲਾ ਦਿੰਦੇ ਆ, ਜੇ ਕੰਮ ਬਣ ਗਿਆ ਤੇ ਤੁਹਾਨੂੰ ਦੱਸ ਦਿਆਂਗੇ, ਨਾ ਬਣਿਆ ਤੇ ਫਿਰ ਇਹਦੇ ਖਰਚਾ ਲੱਗਣੀ ਹੈ ਜੀ। ਨਹੀਂ ਬੜੀ ਵਾਰੀ ਉੱਥੇ ਕੰਮ ਚੱਲਦਾ ਹੁੰਦਾ। ਇੱਕ ਵਾਰੀ ਉਹ ਚੰਡੀਗੜ੍ਹ ਦੇ ਨੇੜੇ ਨਾ ਇੱਕ ਇਮੀਗ੍ਰੇਸ਼ਨ ਵਾਲਿਆਂ ਨੇ ਦਫ਼ਤਰ ਖੋਲ੍ਹਿਆ ਸੀ, ਜਿਹੜੇ ਵਧੀਆ ਕੰਮ ਕਰਦੇ, ਸਾਰਿਆਂ ਦਾ ਸਤਿਕਾਰ। ਉਹ ਰੋਜ਼ ਇਸ਼ਤਿਹਾਰ ਆਉਣਾ, ਉਹਨਾਂ ਦਾ ਰੋਜ਼ ਇਸ਼ਤਿਹਾਰ ਆਉਣਾ, ਸਿਰਫ 5000 ਰੁਪਏ ਦੇ ਵਿੱਚ ਕੈਨੇਡਾ ਦਾ ਟੂਰਿਸਟ ਵੀਜ਼ਾ ਲਓ ਜਾਂ 10,000 ਰੁਪਏ 'ਚ ਟੂਰਿਸਟ ਵੀਜ਼ਾ ਲਓ, ਜਾਂ ਵੱਧ ਤੋਂ ਵੱਧ ਉਹਨਾਂ ਦਾ ਰੇਟ 20,000 ਤੱਕ ਹੁੰਦਾ ਸੀ। ਤਾਂ ਜਿਹੜਾ ਫਿਰ ਪੰਜਾਬ ਦੇ ਪਿੰਡ 'ਚ ਬੈਠਾ ਔਖਾ ਸੌਖਾ 5,000 ਤੋਂ 20,000 ਤੱਕ ਘਰੇ ਲੈਂਦਾ। ਉਹਨਾਂ 2 ਦਫ਼ਤਰ ਸੀ, ਪੌੜੀਆਂ ਛੋਟੀਆਂ ਛੋਟੀਆਂ ਚੜ੍ਹਨ ਉੱਪਰ ਆਲੀਸ਼ਾਨ ਦਫ਼ਤਰ, ਥੱਲੇ ਕਤਾਰਾਂ ਲੱਗੀਆਂ ਰਹਿਣਗੀਆਂ। ਅਗਲੇ ਨੇ ਜੇ ਦਿਹਾੜੀ ਦੇ ਵਿੱਚ 50 ਬੰਦਿਆਂ ਤੋਂ ਵੀ 5-5,000 ਰਹਿ ਲਿਆ ਤਾਂ ਕਿੱਥੇ ਗਿਆ ਕੰਮ। ਦਫ਼ਤਰ ਦਾ ਕਿਰਾਇਆ ਹੀ ਕੱਢਣਾ, ਫਾਰਮ ਭਰ ਕੇ ਭੇਜਣਾ, ਫੀਸ ਉਹਨਾਂ ਨੇ ਤੁਹਾਡੇ ਤੋਂ ਭਰਾਉਣੀ ਹੈ, ਤੇ ਜੇਬ ਦੇ ਵਿੱਚ ਬਾਅਦ 'ਚ ਇਹ ਕਹਿਣਾ ਨਹੀਂ ਜੀ ਵੀਜ਼ਾ ਨਹੀਂ ਲੱਗ ਸਕਿਆ, ਫਿਰ ਤੁਹਾਡੇ ਤੋਂ ਅਸੀਂ ਫਾਈਲ ਖਰਚਾ ਲਿਆ ਸੀ, ਆਪਾਂ ਕਿਹੜਾ ਕੋਈ ਪੈਸੇ ਲਏ ਨਾ ਬਾਅਦ 'ਚ ਲੈਣੇ ਆ। ਕੰਮ ਚੱਲੀ ਜਾਂਦਾ ਬਿਲਕੁਲ ਤੁਹਾਡੇ ਸਾਹਮਣੇ, ਮਤਲਬ 1 ਨੰਬਰ ਦਾ ਕੰਮ ਕਰੇਗਾ। ਕਹਿਣ ਤੋਂ ਭਾਵ ਫਾਈਲ ਆਪ ਜਮ੍ਹਾਂ ਕਰਾਉਣੀ ਦੀ, ਫਾਈਲ ਤੁਸੀਂ ਆਪ ਜਮ੍ਹਾਂ ਕਰਾਉਣੀ। ਕਹਿਣ ਤੋਂ ਭਾਵ ਇਹ ਆ ਜੀ ਵੀ ਆਪਾਂ ਇਹ ਬੇਨਤੀ ਕਰਦੇ ਹਾਂ ਵੀ ਇਹ ਸਾਰਾ ਕੁਝ ਚੱਲਦਾ, ਤੇ ਜੇ ਆਪਾਂ ਐਂ ਕਹੀਏ ਵੀ ਇਹ ਪਹਿਲਾਂ ਨਹੀਂ ਸੀ ਚੱਲਦਾ ਤਾਂ ਵੀ ਚੱਲਦਾ ਸੀ, ਇਹ ਕਹਿ ਦੀ ਵੀ ਗਾਂਹ ਬੰਦ ਹੋ ਜੀ ਇਹਦੀ ਆਸ ਘੱਟ ਆ, ਇਹ ਤਾਂ ਬੰਦਾ ਉਹ ਮੈਨੂੰ ਲੱਗਦਾ ਹੁੰਦਾ ਵੀ ਆਪਾਂ ਵੈਸੇ ਉਸ ਚੀਜ਼ ਨੂੰ ਇੱਕ ਲਾਈਨ 'ਚ ਪੜ੍ਹ ਕੇ ਕਿਸੇ ਵੇਲੇ ਧਿਆਨ ਨਹੀਂ ਦਿੰਦੇ, ਪਰ ਉਹ ਬੜੀ ਕੰਮ ਦੀ ਚੀਜ਼ ਲਿਖੀ ਹੁੰਦੀ ਜੀ। ਹਰੇਕ ਬੱਸ 'ਚ ਲਿਖਿਆ ਹੁੰਦਾ ਵੀ ਸਵਾਰੀ ਵੀਰ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਇਹ ਮੇਰਾ ਪੂਰਾ ਟੈਚੀ ਦੇ ਝੋਲਾ ਨਾ ਸਮਝੋ, ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹੋ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ, ਥੋੜੀ ਜਿਹੀ ਆਪਾਂ ਹੁਣ ਨਾ ਸਿਆਸਤ ਕੂੰਡੇ 'ਚ ਪਾ ਕੇ ਰਗੜੀਏ। ਅੱਗੇ ਵੀ ਤੇ ਰੋਜ਼ ਇਹੋ ਕੁਛ ਕਰੀਦਾ। ਨਹੀਂ ਦੇਖੋ, ਗਰਮੀਆਂ ਨੂੰ ਜਦੋਂ ਚਟਣੀ ਬਣਾਈ ਦੀ ਨਾ, ਪੁਦੀਨਾ ਪੂਤਨਾ ਉਹ ਪਾ ਕੇ ਬੀਬੀਆਂ ਰਗੜਦੀਆਂ ਹੁੰਦੀਆਂ, ਤੇ ਜਿਹੜੀ ਮਹਿਕ ਹੀ ਆਉਂਦੀ ਹੁੰਦੀ ਆ। ਕਈ ਵਾਰੀ ਤੁਹਾਡੇ ਵਰਗਾ ਜਿਹੜਾ ਜਦੋਂ ਛੋਟੇ ਹੁੰਦੇ ਸੀ ਤੁਸੀਂ, ਉਹ ਐਂ ਕਰਕੇ ਹੌਲੀ ਦੇਣੀ ਐਂ, ਉਹ ਫਿਰ ਡਾਂਗ ਲੈ ਕੇ ਝੂਠੀ ਕਰ ਦਿੱਤੀ ਆ, ਇਹ ਇਦਾਂ ਥੋੜੀ ਕਰੀਦੀ ਆ, ਮੈਨੂੰ ਦੱਸਦਾ ਮੈਂ ਚਮਚੇ ਨਾਲ ਕੱਢ ਕੇ ਦਿੰਦੀ। ਉਹ ਸਵਾਦ ਹੀ ਵੱਖਰਾ ਹੁੰਦਾ ਨਾ। ਆਂਦੇ ਮੈਂ ਤਾਂ ਹੈ ਵੀ ਸ਼ਾਇਦ ਕੂੰਡੇ ਦੀ ਗੱਲ ਕੀਤੀ ਇਹਦੇ, ਸ਼ਾਇਦ ਉਧਰੋਂ ਗਰਮੀ ਆ, ਮੈਂ ਕਹਿੰਦੇ ਸ਼ਰਦਾਈ ਨਾ ਰਗੜ ਲਓ। ਨਹੀਂ ਨਹੀਂ ਮਾਰੇ, ਹੁਣ ਪਚਦੀ ਨਹੀਂ ਨਾ। ਅੱਛਾ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਸੰਧਾਲੀਆ ਸਾਹਿਬ, ਦੇਖੋ ਤੁਹਾਨੂੰ ਪਤਾ। ਠੀਕ ਹੈ। ਹੁਣ ਸਿਆਸਤ ਤਾਂ ਲਾਉਂਦੇ ਸੀ ਤੁਸੀਂ, ਦੇਖੋ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਹੁਣੇ ਪੈ ਕੇ ਹਟੀਆਂ। ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਦੇ ਵਿੱਚ ਲੱਗਿਆ ਕਿ ਭਾਈ ਆਪਾਂ ਵਰਕਰਾਂ ਨੂੰ ਉਤਸ਼ਾਹ ਦੇਣਾ। ਸੁਖਬੀਰ ਸਿੰਘ ਬਾਦਲ ਸਾਹਿਬ ਰੋਜ਼ ਕਿਤੇ ਨਾ ਕਿਤੇ ਜਾ ਕੇ ਮਿਲਦੇ ਆ, ਜਾਂ ਉਹਨਾਂ ਦੇ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਨੇ ਉੱਥੇ ਆਪਾਂ ਦੇਖਦੇ ਹਾਂ ਕਿ ਉਹ 10 ਕੁ ਫੋਟੋ ਰੋਜ਼ ਪਾਉਂਦੇ ਘੱਟੋ ਘੱਟ, ਕਿ ਆਪਣੇ ਦਫ਼ਤਰ ਦੇ ਵਿੱਚ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਮੁਲਾਕਾਤਾਂ ਕੀਤੀਆਂ, ਵੱਖ-ਵੱਖ ਹਲਕਿਆਂ ਦੇ ਹੁੰਦੇ ਆ, ਵਧੀਆ ਫੋਟੋ ਪੈਂਦੀਆਂ। ਉਧਰਲੇ ਪਾਸੇ ਕਾਂਗਰਸ ਪਾਰਟੀ ਵਾਲੇ ਆਪਣੇ ਲੱਗੇ ਜਿੰਨੇ ਕੁ ਧੜੇ ਹੈਗੇ ਆ, ਜਿੰਨੀ ਕੁ ਸਰਗਰਮੀ ਕਰ ਸਕਦੇ ਆ, ਕੁਝ ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਬਣਾਤੇ, ਕਾਂਗਰਸ ਪਾਰਟੀ ਦਾ ਪ੍ਰਧਾਨ ਬਦਲਤਾ। ਹੁਣ ਸਭ ਤੋਂ ਵੱਧ ਜੇ ਸ਼ਿੱਦਤ ਦੇ ਨਾਲ ਕੋਈ ਧਿਰ ਲੱਗੀ ਹੋਈ ਹੈ, ਉਹ 2 ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਹੈ। ਸ਼ਿੱਦਤ ਨਾਲ ਇਸ ਕਰਕੇ ਪੰਜਾਬ ਪੱਖੀ ਕੋਈ ਫੈਸਲੇ ਲੈ ਰਹੀ ਹੈ, ਪਰ ਉਹ ਜਿੰਨਾ ਮੁੱਢਲੇ ਮੂੰਹ ਡਿੱਗੇ ਪੰਜਾਬ ਵਿਧਾਨ ਸਭਾ ਚੋਣਾਂ 'ਚ 2 ਪਾਰਟੀਆਂ ਨਾਲ ਗੱਠਜੋੜ ਕਰਨ ਦੇ ਬਾਵਜੂਦ, ਇਹਦੇ ਨਾਲ ਹੌਸਲਾ ਨਹੀਂ ਉਹਨਾਂ ਨੇ ਛੱਡਿਆ। ਤੁਸੀਂ ਇਹ ਦੇਖੋ ਕਿ ਇੱਕ ਤਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਉਹਨਾਂ ਨੇ ਚੇਅਰਪਰਸਨ ਬਣਾਏ ਸੀ ਲਾਲਪੁਰਾ ਸਾਹਿਬ, ਇਕਬਾਲ ਸਿੰਘ ਲਾਲਪੁਰਾ, ਪੁਲਿਸ ਆਫੀਸਰ ਰਹੇ ਨੇ, ਸਿੱਖੀ ਸਰੂਪ 'ਚ ਨੇ। ਉਹਨਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਬਣਾ ਕੇ ਇੱਕ ਤਰ੍ਹਾਂ ਦਾ ਸੁਨੇਹਾ ਦਿੱਤਾ ਸੀ ਕਿ ਭਾਈ ਆ ਦੇਖੋ ਕੇਂਦਰ ਸਰਕਾਰ ਨੇ ਬਣਾਏ। ਫਿਰ ਉਹਨਾਂ ਨੂੰ ਵਿਧਾਨ ਸਭਾ ਦੀ ਚੋਣ ਲੜਾਈ ਤੇ ਉਹਨਾਂ ਤੋਂ ਅਸਤੀਫਾ ਲੈ ਲਿਆ। ਵਿਧਾਨ ਸਭਾ ਦੀ ਚੋਣ ਉਹਨਾਂ ਨੇ ਲੜੀ ਤੇ ਹਾਰ ਗਏ, ਨੰਬਰ ਵੀ ਥੱਲੇ ਹੋਏ। ਤੁਰੰਤ ਬਾਅਦ ਉਹਨਾਂ ਨੂੰ ਫਿਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਬਣਾਤਾ। ਇਹਦਾ ਮਤਲਬ ਹੈ ਕਿ ਉਹਨਾਂ ਨੇ ਜੱਦੋਜਹਿਦ ਨਹੀਂ ਸਿਆਸੀ ਤੌਰ ਤੇ ਛੱਡੀ। ਫਿਰ ਇੱਦਾਂ ਹੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਬਣਾਏ ਸੀ ਵਿਜੇ ਸਾਂਪਲਾ ਸਾਹਿਬ, ਹੁਸ਼ਿਆਰਪੁਰ ਤੋਂ MP ਰਹੇ, ਕੇਂਦਰ ਸਰਕਾਰ 'ਚ ਮਿਨਿਸਟਰ ਰਹੇ। ਉਹਨਾਂ ਨੂੰ ਵੀ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਅਸਤੀਫਾ ਦਵਾ ਕੇ ਤਾਂ ਫਿਰ ਉਹਨਾਂ ਨੂੰ ਚੋਣ ਲੜਾਈ ਕਿ ਨਹੀਂ ਜੀ ਤੁਸੀਂ ਭਗੌੜੇ ਲੜੋ, ਉਹ ਵੀ ਹਾਰ ਗਿਆ ਤੇ ਪਿਛਾਂ ਹੀ ਆਏ। ਹੁਣ ਉਹਨਾਂ ਨੂੰ ਫਿਰ ਵਿਜੇ ਸਾਂਪਲਾ ਹੋਰਾਂ ਨੂੰ ਵੀ ਕੌਮੀ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਪਰਸਨ ਬਣਾਤਾ। ਇਹਦਾ ਮਤਲਬ ਕੀ ਹੈ ਕਿ 2 ਨੈਸ਼ਨਲ ਲੈਵਲ ਦੇ ਜਿਹੜੇ ਵੱਡੇ ਅਹੁਦੇ ਨੇ, ਸੰਵਿਧਾਨਕ ਅਹੁਦੇ ਨੇ, ਉਹਨਾਂ ਦੇ ਉੱਤੇ ਦੁਬਾਰਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ ਸੰਬੰਧਿਤ ਇੱਕ ਸਿੱਖ ਚਿਹਰਾ ਤੇ ਇੱਕ SC ਭਾਈਚਾਰੇ ਦੇ ਵਿੱਚੋਂ ਚਿਹਰਾ ਜਿਹੜਾ ਉਹਨਾਂ ਨੂੰ ਐਡਜਸਟ ਕੀਤਾ ਕਿ ਭਾਈ ਆ ਤੁਸੀਂ ਕੰਮ ਕਰਨਾ। ਦੂਸਰੀ ਗੱਲ, ਹੁਣ ਕੈਪਟਨ ਸਾਹਿਬ ਦੀ ਪਾਰਟੀ ਨਾਲ ਗੱਠਜੋੜ ਸੀ, ਢੀਂਡਸਾ ਸਾਹਿਬ ਦੀ ਪਾਰਟੀ ਨਾਲ ਗੱਠਜੋੜ ਸੀ। ਢੀਂਡਸਾ ਸਾਹਿਬ ਦੀ ਪਾਰਟੀ ਦਾ ਇੱਕ ਬੰਦਾ ਪਰਮਿੰਦਰ ਸਿੰਘ ਢੀਂਡਸਾ ਦੂਜੇ ਨੰਬਰ ਤੇ ਰਿਹਾ, ਬਾਕੀਆਂ ਨੇ ਪਾਣੀ ਨਹੀਂ ਮੰਗਿਆ। ਕੈਪਟਨ ਸਾਹਿਬ ਦੀ ਪਾਰਟੀ ਵੱਲੋਂ ਕੈਪਟਨ ਸਾਹਿਬ ਦੂਜੇ ਨੰਬਰ ਤੇ ਰਿਹਾ, ਇੱਕ ਹੋਰ ਬੰਦੇ ਨੇ ਕੁਝ ਠੀਕ ਵੋਟਾਂ ਲਈਆਂ, ਬਾਕੀ ਕਿਸੇ ਨੇ ਪਾਣੀ ਨਹੀਂ ਮੰਗਿਆ।
ਜਾਣੀ ਜੇ ਢੀਂਡਸਾ ਸਾਹਿਬ ਦੀ ਪਾਰਟੀ ਤੇ ਕੈਪਟਨ ਸਾਹਿਬ ਦੀ ਪਾਰਟੀ ਨੂੰ ਇਕੱਠਿਆਂ ਵੀ ਕਰ ਲਈਏ ਤਾਂ ਮੈਨੂੰ ਲੱਗਦਾ 1.5 ਲੱਖ ਵੋਟਾਂ ਨਹੀਂ ਬਣਦੀਆਂ ਸਾਰੇ ਪੰਜਾਬ ਚੋਂ। ਹੁਣ ਪੰਜਾਬ ਭਾਜਪਾ ਦੇ ਇੰਚਾਰਜ ਜਿਹੜੇ ਨੇ ਦੁਸ਼ਯੰਤ ਗੌਤਮ, ਉਹ ਚੰਡੀਗੜ੍ਹ ਆਏ, ਅਸ਼ਵਨੀ ਸ਼ਰਮਾ ਸਾਹਿਬ ਨਾਲ ਬੈਠੇ, ਪੰਜਾਬ ਦੀ ਲੀਡਰਸ਼ਿਪ ਕਈ ਘੰਟੇ ਵਿਚਾਰਾਂ ਕੀਤੀਆਂ ਤੇ ਜਾਂਦੇ ਜਾਂਦੇ ਇੰਚਾਰਜ ਸਾਹਿਬ ਕਹਿ ਗਏ, ਕਹਿੰਦੇ ਜੀ ਅਸੀਂ ਸੋਚ ਰਹੇ ਹਾਂ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੇ 4 ਸ਼ਹਿਰ ਪਟਿਆਲਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਉਹਨਾਂ ਦੀਆਂ ਨਿਗਮ ਚੋਣਾਂ ਅਸੀਂ ਇਕੱਲੇ ਲੜਨ ਦੇ ਉੱਤੇ ਵਿਚਾਰ ਕਰ ਰਹੇ ਹਾਂ। ਜੇ ਕੈਪਟਨ ਸਾਹਿਬ ਦੀ ਪਾਰਟੀ ਨਾਲ ਗੱਠਜੋੜ ਨਾ ਰੱਖਿਆ, ਜੇ ਢੀਂਡਸਾ ਸਾਹਿਬ ਦੀ ਪਾਰਟੀ ਦੇ ਨਾਲ ਗੱਠਜੋੜ ਨਾ ਰੱਖਿਆ, ਕਿਉਂਕਿ ਪਤਾ ਉਹਨਾਂ ਨੂੰ ਲੱਗ ਗਿਆ ਕਿ ਲੱਭਣਾ ਕੱਖ ਨਹੀਂ ਭਾਈ, ਭਾਵੇਂ ਅਗਲਾ ਬੰਦਾ 4.5 ਸਾਲ ਮੁੱਖ ਮੰਤਰੀ ਰਿਹਾ ਪਰ ਸਾਨੂੰ ਫਾਇਦਾ ਕੁਝ ਨਹੀਂ ਹੋਇਆ। ਪਹਿਲੀ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨੀ ਹੈ। ਜੇ ਕੈਪਟਨ ਸਾਹਿਬ ਨੂੰ ਪਰਲੇ ਪਾਸੇ ਕਰ ਦਿੱਤਾ ਤਾਂ ਇਹਦਾ ਮਤਲਬ ਕਿ ਆਉਣ ਵਾਲੇ ਪੌਣੇ 5 ਸਾਲ ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਜ਼ੋਰ ਲਾਉਣਾ ਹੈ, ਜਿਵੇਂ ਮਰਜ਼ੀ ਲਾਉਣਾ। ਉਹ ਵੀ ਗੱਲ ਠੀਕ ਹੈ, ਪਰ ਮੈਨੂੰ ਲੱਗਦਾ ਹੈ ਵੀ ਇੱਥੇ ਬੀਜੇਪੀ ਨੇ ਇਸ ਕੰਮ ਦੇ ਨਾਲ ਵੇਖਿਆ ਬੁਖਾਰ ਹੀ ਆ। ਮਤਲਬ ਕਿ ਵੇਲੇ ਹੁੰਦਾ ਨਾ ਵੀ ਚਲੋ ਦਵਾਈ ਤੇ ਦੇਣੀ ਹੈ, ਪਹਿਲਾਂ ਚੈੱਕ ਕਰੋ ਮੱਥਾ ਤਪਦਾ ਕਿ ਸੱਚੀ ਬੁਖਾਰ ਹੈਗਾ। ਉਹ ਜਿਹੜਾ ਬੁਖਾਰ ਚੈੱਕ ਕੀਤਾ ਜਾਂ ਕਹ ਲਓ BP ਚੈੱਕ ਕੀਤਾ ਨਾ, ਉਹ ਇੱਦਾਂ ਕਿ ਗੌਤਮ ਸਾਹਿਬ ਇਹ ਵੀ ਗੱਲ ਕਹਿ ਗਏ, ਉਹ ਕਹਿੰਦੇ ਵੀ ਇਹ ਅਸੀਂ ਫੈਸਲਾ ਕੀਤਾ ਹੈ, ਬਾਕੀ ਜਿੱਦਾਂ ਹਾਈ ਕਮਾਂਡ ਕਹੂਗੀ ਉਦਾਂ ਕਰ ਲਾਂਗੇ। ਇਹਦਾ ਮਤਲਬ ਇਹ ਹੋ ਗਿਆ ਵੀ ਇੱਕ ਵਾਰ ਚੈੱਕ ਕਰ ਲਓ, ਇੰਨਾ ਕੁ ਬਿਆਨ ਦੇ ਕੇ ਹੋ ਸਕਦਾ। ਅਗਲੇ ਨੇ ਆਖਿਆ ਹੋਵੇ ਵੀ ਜਾ ਕੇ ਉੱਥੇ ਬਿਆਨ ਤੇ ਚੈੱਕ ਕਰੋ ਵੀ ਜੇ ਇਹਦੇ ਤੇ ਇਤਰਾਜ਼ ਕਰਦੇ ਆ ਕੈਪਟਨ ਸਾਹਿਬ ਵੀ ਇੱਦਾਂ ਕਿੱਦਾਂ ਜੀ, ਹੁਣ ਤੁਸੀਂ ਭਾਈਵਾਲਾ ਨੂੰ ਇੱਦਾਂ ਕਿੱਦਾਂ ਕਰ ਸਕਦੇ ਆ, ਜਾਂ ਢੀਂਡਸਾ ਸਾਹਿਬ ਦੀ ਪਾਰਟੀ ਆਖਿਆ ਵੀ ਅੱਛਾ ਇਹ ਕੀ ਗੱਲ ਹੋ ਗਈ ਵੀ ਅਸੀਂ ਹੁਣ ਜੇ ਉਦੋਂ ਇਕੱਠੇ ਤੁਰੇ ਸੀ ਤੇ ਜੇ ਮਹੀਨਾ ਇੱਕ ਨਹੀਂ ਨਿਕਲਿਆ ਤੁਸੀਂ ਕਹਿੰਦੇ ਵੀ ਅਸੀਂ ਗੱਠਜੋੜ ਵੀ ਤੋੜਤਾ। ਜੇ ਤਾਂ ਅਗਲਾ ਕੀਤਾ ਇਤਰਾਜ਼, ਫਿਰ ਆਪਾਂ ਆਖਾਂਗੇ ਵੀ ਨਹੀਂ ਇੱਦਾਂ ਕਿਤੇ ਹੋ ਸਕਦਾ ਜੀ, ਉਹ ਤਾਂ ਕਿਤੇ ਥੱਲੇ ਵਾਲੇ ਲੋਕਲ ਵਾਲੇ ਬੰਦਿਆਂ ਨੇ ਇੱਦਾਂ ਕਿਤੇ ਗੱਲ ਕਰ ਦਿੱਤੀ। ਪਾਰਟੀ ਦੇ ਉੱਪਰੋਂ ਚੱਲਦੀ ਹੈ, ਤੁਸੀਂ ਸਾਡੇ ਨਾਲ ਹੋ। ਤੇ ਜੇ ਕੋਈ ਨਾ ਬੋਲਿਆ ਤੇ ਫਿਰ ਠੀਕ ਆ, ਫੈਕਣਾ ਵੀ ਨਹੀਂ ਉਹ ਮੱਥਾ ਹੀ ਤਪਦਾ ਸੀ, ਬੁਖਾਰ ਹੈ ਨਹੀਂ, ਕੋਈ ਗੱਲ ਨਹੀਂ, ਸੈਟ ਹੀ ਹੈ ਕੰਮ। ਤੇ ਉਹਦੇ 'ਚ ਬੈਨੀਫਿਟ ਇਹ ਆ ਵੀ ਜੇ ਪਹਿਲਾਂ ਬੀਜੇਪੀ ਲੜੀ, ਬਾਕੀਆਂ ਨੂੰ ਕੀ ਵੋਟਾਂ ਪਈਆਂ ਉਹ ਵੀ ਗੱਲ ਕਲੀਅਰ ਹੋ ਗਈ, ਆਪਣੀਆਂ 2 ਸੀਟਾਂ ਬਚਾ ਗਏ। ਇਹਦੇ 'ਚ ਦੁਬਾਰਾ ਟੱਕਰ ਦਊਗੀ, ਉਹ ਜਾਣੇ ਕੋਈ ਸੀਟ ਮਿਲਦੀ ਆ ਨਹੀਂ ਮਿਲਦੀ ਆ, ਪਹਿਲਾਂ ਨਾਲ ਉਹਨਾਂ ਦਾ ਵੋਟਾਂ ਵਾਲਾ ਆਧਾਰ ਤੇ ਨਿਕਲੂਗਾ, ਉਹਨਾਂ ਦਾ ਆਪਣਾ ਬੁਖਾਰ ਚੈੱਕ ਹੋ ਜੂ ਵੀ ਮਾਰੇ ਪਹਿਲਾਂ ਨਾਲੋਂ ਸਾਨੂੰ ਕੁਝ ਬਣੀ ਗੱਲ ਕਿ ਨਹੀਂ ਬਣੀ। ਸੰਧਾਲੀਆ ਸਾਹਿਬ, ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਢੀਂਡਸਾ ਸਾਹਿਬ ਦੀ ਪਾਰਟੀ ਦਾ ਥੋੜਾ ਜਿਹਾ ਪ੍ਰਭਾਵ ਹੋ ਸਕਦਾ, ਕਿਉਂਕਿ ਲਹਿਰਾ ਕਾਗਾ ਵੀ ਉੱਥੇ ਆਉਂਦਾ ਹੈ। ਬਾਕੀ 1-2 ਸੀਟਾਂ ਜਿੱਥੋਂ ਕੁਝ ਹਜ਼ਾਰ ਵੋਟਾਂ ਮਿਲੀਆਂ ਸੀ ਉਹ ਵੀ ਉਹਦੇ 'ਚ ਆਉਂਦੀਆਂ, ਕੁਝ ਹਜ਼ਾਰ ਹੋ ਸਕਦਾ ਪ੍ਰਭਾਵ ਪਾਉਣ ਜੋਗੇ ਨਹੀਂ ਹੈਗੇ। ਨਹੀਂ, ਪਰ ਇੱਕ ਗੱਲ ਹੈ ਵੀ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਨਾਂ ਤੇ ਆਉਂਦਾ ਨਾ ਉਹ ਸੰਗਰੂਰ ਹਲਕੇ 'ਚ, ਵੀ ਜੇ ਮੰਨ ਲਓ ਤੁਸੀਂ ਮਾਨ ਸਾਹਿਬ ਤੋਂ ਪਹਿਲਾਂ ਵਾਲੇ MP ਦੀ ਗੱਲ ਕਰ ਲਓ ਤੇ ਉਹ ਢੀਂਡਸਾ ਸਾਹਿਬ ਹੁਣ ਉਹ ਪਾਰਟੀ ਦੇ ਬੰਦੇ ਉਹਨਾਂ ਦੇ ਨਾਲ ਹੈਗੇ ਆ, ਤੇ ਜੇ ਅਗਲੇ ਕਹਿੰਦੇ ਵੀ ਅਸੀਂ ਉਹਨਾਂ ਤੋਂ ਹੁਣ ਅਲੱਗ ਲੜਨਾ, ਹੋ ਸਕਦਾ ਵੀ ਇੱਕ ਵਾਰ ਅਗਲੇ ਸਿਰਫ ਬਿਆਨ ਦੇ ਕੇ ਚੈੱਕ ਕਰਦੇ ਹੁਣ, ਕੱਲ੍ਹ ਨੂੰ ਲੈ ਕੇ ਇੱਦਾਂ ਹੋ ਸਕਦਾ। ਮਾਰੇ ਸੰਧਾਲੀਆ ਸਾਹਿਬ, ਦੂਸਰਾ ਪਟਿਆਲੇ ਦੀ ਜੇ ਚੋਣ ਹੁੰਦੀ ਆ ਤੇ ਉੱਥੇ ਕੈਪਟਨ ਸਾਹਿਬ ਦਾ ਕੁਝ ਪ੍ਰਭਾਵ ਹੋ ਸਕਦਾ, ਪਰ ਹਾਜ਼ਰੀ ਲਵਾ ਸਕਣਗੇ ਜਿੱਤ ਕੇ ਕਿ ਨਹੀਂ ਪਤਾ। ਹੁਣ ਇਹ ਵੀ ਹੋ ਸਕਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲ ਇੱਕ ਤਜਰਬਾ, ਉਹਨਾਂ ਨੇ 35 ਸੀਟਾਂ ਦਿੱਤੀਆਂ ਸੀ ਇਹਨਾਂ ਨੂੰ, ਕੈਪਟਨ ਸਾਹਿਬ ਨੂੰ 6-7 ਬੰਦੇ ਤੋਂ ਉਦੋਂ ਕਹਿੰਦੇ ਸੀ ਬੰਦੇ ਤੁਹਾਡੀਆਂ, ਚੋਣ ਨਿਸ਼ਾਨ ਭਾਜਪਾ ਦਾ ਚਾਹੀਦਾ। ਹੁਣ ਜੇ ਇੱਕ ਵਾਰੀ ਅਗਲੇ ਨੇ ਕਹਿਤਾ ਸੀ ਗੱਠਜੋੜ ਤੋੜਿਆ, ਤੇ ਬਹੁਤੀ ਸੰਭਾਵਨਾ ਹੈ ਕਿ ਜਿਹੜੇ ਉਹਨਾਂ ਦੇ ਨਾਲ ਕੁਝ ਬੰਦੇ ਤੁਰੇ ਵੀ ਫਿਰਦੇ ਆ, ਅੱਧੇ ਕਹਿਣ ਕਿ ਚਲੋ ਠੀਕ ਆ ਭਾਈ, ਵਾਇਆ ਹੋ ਕੇ ਕਾਹਤੋਂ ਜਾਣਾ, ਸਿੱਧੇ ਉਹਨਾਂ ਦੀ ਟਰਾਲੀ 'ਚ ਬਹਿ ਜਾਂਦੇ ਆ, ਭਾਰਤੀ ਜਨਤਾ ਪਾਰਟੀ ਦੇ ਆਪਣੇ ਬੰਦੇ ਹੋ ਜਾਣਗੇ। ਦੂਸਰਾ, ਸੁਖਦੇਵ ਸਿੰਘ ਢੀਂਡਸਾ ਸਾਹਿਬ ਜਿਹੜੇ ਹਲਕੇ 'ਚ ਨੇ, ਉੱਥੋਂ ਭਾਰਤੀ ਜਨਤਾ ਪਾਰਟੀ ਦੇ ਕੋਲ ਅਰਵਿੰਦ ਖੰਨਾ ਹੋਰੀ ਆ ਗਿਆ, ਉਹ ਵੀ ਉੱਥੋਂ MLA ਬਣ ਚੁੱਕੇ ਆ, ਸੰਗਰੂਰ ਤੋਂ ਵੀ ਬਣ ਚੁੱਕੇ ਆ, ਤੇ ਮੇਰੇ ਖਿਆਲ ਧੂਰੀ ਤੋਂ ਵੀ ਇੱਕ ਵਾਰੀ ਬਣੇ ਸੀ, ਉਹ MP ਦੀ ਇਲੈਕਸ਼ਨ ਵੀ ਲੜ ਚੁੱਕੇ ਆ। ਭਾਰਤੀ ਜਨਤਾ ਪਾਰਟੀ ਦੇ ਕੋਲ ਉੱਥੇ ਕੈਂਡੀਡੇਟ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਇਹ ਮੌਕਾ ਗਵਾਉਣਾ ਚਾਹੂ, ਚਾਹੇ ਵੋਟਾਂ ਪੈਣ ਜਾਂ ਨਾ ਪੈਣ, ਕਿ ਭਾਈ ਅਸੀਂ ਮਾਲਵੇ ਦੀ ਕਿਸੇ ਲੋਕ ਸਭਾ ਸੀਟ ਦੇ ਉੱਤੇ ਆਪਣਾ ਬੰਦਾ ਖੜਾ ਕਰਨਾ ਹੈ। ਤੇ ਫਿਰ ਜੇ ਇਦਾਂ ਹੋਇਆ ਤਾਂ ਢੀਂਡਸਾ ਸਾਹਿਬ ਦੇ ਨੇੜਲੇ ਕਈ ਬੰਦੇ ਵੀ ਇੱਧਰਲੇ ਪਾਸੇ ਨੂੰ ਆ ਸਕਦੇ ਆ, ਕਿਉਂਕਿ ਹੁਣ ਹੋਰ ਕਿਸੇ ਪਾਸੇ ਜਾਣਗੇ, ਕੋਈ ਸਰਕਾਰ ਨਹੀਂ, ਇੱਥੇ ਘੱਟੋ ਘੱਟ ਕੇਂਦਰ ਸਰਕਾਰ ਤਾਂ ਹੈਗੀ ਆ ਨਾ, ਹੋਰ ਨਹੀਂ ਕੁਛ ਤਾਂ ਦੂਜੇ ਤੀਜੇ ਮਹੀਨੇ ਕਿਸੇ ਨਾ ਕਿਸੇ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਮਿਲ ਕੇ ਫੋਟੋ ਖਿਚਾ ਕੇ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਲਵਾਉਣ ਜੋਗੇ ਤਾਂ ਹੋ ਜਾਣਗੇ ਨਾ। ਹੁਣ ਇਸ ਸਾਰੀ ਸਥਿਤੀ ਦੇ ਵਿੱਚੋਂ ਤੁਸੀਂ ਦੇਖੋ ਕਿ ਅੰਮ੍ਰਿਤਸਰ ਜੇ ਸ਼ਹਿਰ 'ਚ ਚੋਣ ਹੋਣੀ ਹੈ, ਕੈਪਟਨ ਸਾਹਿਬ ਦਾ ਕੋਈ ਆਧਾਰ ਨਹੀਂ, ਢੀਂਡਸਾ ਸਾਹਿਬ ਦਾ ਕੋਈ ਆਧਾਰ ਨਹੀਂ, ਭਾਰਤੀ ਜਨਤਾ ਪਾਰਟੀ ਲੜੂ ਤਾਂ ਸਿਰ ਖੁਦ ਲੜੂ, ਭਾਵੇਂ ਜਿੱਤੇ ਜਾਂ ਹਾਰੇ। ਜਲੰਧਰ ਦੇ ਵਿੱਚ ਕੈਪਟਨ ਸਾਹਿਬ ਦਾ ਕੋਈ ਆਧਾਰ ਨਹੀਂ, ਢੀਂਡਸਾ ਸਾਹਿਬ ਦਾ ਕੋਈ ਆਧਾਰ ਨਹੀਂ। ਜੇ ਭਾਰਤੀ ਜਨਤਾ ਪਾਰਟੀ ਲੜੂ ਤਾਂ ਸਿਰ ਖੁਦ ਲੜੂ, ਅਦਰਵਾਈਜ਼ ਉਹ 2-2 4-4 ਸੀਟਾਂ ਮੰਗਣਗੇ। ਇਹੀ ਹਾਲਾਤ ਲੁਧਿਆਣੇ ਦੇ ਵਿੱਚ ਹੈ। ਪਟਿਆਲਾ ਉੱਥੇ ਕੁਝ ਹੱਦ ਤੱਕ ਹੋ ਸਕਦਾ ਕਿ ਧੱਕਾ ਲੱਗੇ, ਪਰ ਬੀਜੇਪੀ ਦੇ ਕੋਲ ਕਿਉਂਕਿ 2027 ਤੱਕ ਸਮਾਂ ਹੈਗਾ, ਇਸ ਕਰਕੇ ਉਹ ਬਿਲਕੁਲ ਨਹੀਂ ਚਾਹਣਗੇ ਕਿ ਭਾਈ ਅਸੀਂ ਹੁਣ ਗੱਠਜੋੜ ਕਰਕੇ ਅੱਗੇ ਵਧੀਏ, ਥੋੜੀਆਂ ਹੁਣ ਜਾਂ ਬਹੁਤੀਆਂ ਹੁਣ, ਅਸੀਂ ਆਪ ਅੱਗੇ ਵਧੀਏ। ਇੱਕ ਗੱਲ ਹੋਰ, ਜੇ ਗੱਠਜੋੜ ਟੁੱਟਦਾ ਜਾਂ ਇਹ ਕਹਿਣਗੇ ਕਿ ਅਸੀਂ ਆਹ ਚੋਣਾਂ ਇਕੱਲਿਆਂ ਲੜ ਕੇ ਦੇਖਣੀਆਂ, ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਇਕੱਲੀ ਹੈ, ਉਹ ਕਿਸੇ ਨਵੇਂ ਪੁਰਾਣੇ ਸਾਥੀ ਨੂੰ ਸੱਦਾ ਵੀ ਹੋ ਸਕਦਾ। ਨਹੀਂ ਹੋ ਸਕਦਾ, ਉਹਦੇ 'ਚ ਕਿਹੜੀ ਗੱਲ, ਨਵਾਂ ਪੁਰਾਣਾ ਸਾਥੀ ਤਾਂ ਪਤਾ ਹੀ ਚਲੋ ਸਾਰਿਆਂ ਨੂੰ। ਇਹ ਆਪਾਂ ਇਸ ਕਰਕੇ ਆਪਾਂ ਨਹੀਂ ਕਹਿੰਦੇ ਵੀ ਆਪਾਂ ਕਹਿੰਦੇ ਆ, ਪਿਛਲੇ ਦਿਨੀ ਇੱਕ ਘਟਨਾ ਵਾਪਰੀ ਆਪਾਂ ਯਾਦ ਕਰਾ ਦਿੰਦੇ ਜੀ।
ਘਟਨਾ ਵਾਪਰੀ ਸੀਗੀ ਵਿਸਾਖੀ ਦੇ ਲਾਗੇ ਬੰਨੇ, ਦਮਦਮਾ ਸਾਹਿਬ ਦੀ ਧਰਤੀ ਸੀ ਤੇ ਉੱਥੇ ਦੋ ਅਲੱਗ-ਅਲੱਗ ਰੈਲੀਆਂ ਹੋਈਆਂ ਸੀ ਤੇ ਦੋ ਅਲੱਗ-ਅਲੱਗ ਰੈਲੀਆਂ ਦੇ ਵਿੱਚ ਇੱਕ ਬਸਪਾ ਦੀ ਰੈਲੀ ਹੁੰਦੀ ਹੈ, ਇੱਕ ਅਕਾਲੀ ਦਲ ਦੀ ਰੈਲੀ ਹੁੰਦੀ ਹੈ। ਉਧਰ ਉਹਨਾਂ ਦੀ ਲੀਡਰਸ਼ਿਪ ਹੁੰਦੀ ਹੈ, ਉਧਰ ਉਹਨਾਂ ਦੀ ਲੀਡਰਸ਼ਿਪ ਹੁੰਦੀ ਹੈ ਤੇ ਇਹ ਲੀਡਰਸ਼ਿਪ ਥੋੜ੍ਹੇ ਦਿਨ ਪਹਿਲਾਂ ਤੱਕ ਅਜੇ ਇਕੱਠੀ ਸੀ। ਉਹਦੇ ਤੋਂ ਵੀ ਲੋਕੀ ਬੜਾ ਅੰਦਾਜ਼ਾ ਲਾਉਣ ਲੱਗ ਪਏ ਸੀ ਯਾਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਇੱਕੋ ਗੱਲਬਾਤ ਸੀਗੀ, ਹੁਣ ਇਹ ਦੋ ਅਲੱਗ-ਅਲੱਗ ਥਾਵਾਂ 'ਤੇ ਰੈਲੀਆਂ ਕਿੱਦਾਂ ਹੋ ਗਈਆਂ। ਹੁਣ ਇਹ ਵੀ ਹੋ ਸਕਦਾ ਵੀ ਅਗਲਿਆਂ ਨੇ ਉੱਥੋਂ ਹੀ ਬੁਖਾਰ ਚੈੱਕ ਕੀਤਾ ਹੋਵੇ ਯਾਰ ਉੱਧਰ ਹੁਣ ਰੈਲੀ ਅਲੱਗ-ਅਲੱਗ ਹੋ ਗਈ ਹੈ, ਇਹ ਜਿਹੜੇ ਆਪਣੇ ਨਾਲ ਬੰਦੇ ਤੁਰੇ ਫਿਰਦੇ ਇਹਨਾਂ ਨਾਲ ਤੁਸੀਂ ਆਪ ਹੀ ਰੈਲੀ ਅਲੱਗ-ਅਲੱਗ ਕਰ ਦਿਓ ਵੀ ਜੇ ਕੋਈ ਗੱਲ ਬਣਦੀ ਹੋਈ ਤੇ ਚੱਲ ਵੱਖੋ-ਵੱਖ ਵੇਖਿਆ ਜਾਂਦਾ। ਪਰ ਇਹ ਸਾਰੇ ਜੇ ਕਿਆਫੇ ਆ ਫਿਲਹਾਲ ਦੇ ਹਿਸਾਬ ਨਾਲ ਜਿਹੜੀ ਸਿਚੁਏਸ਼ਨ ਉਹ ਇਹ ਹੈ ਵੀ ਜਿਹੜੇ ਵੋਟਾਂ ਤੋਂ ਪਹਿਲਾਂ ਗੱਠਜੋੜ ਬਣੀ ਸੀ, ਚਾਹੇ ਉਹ ਅਕਾਲੀ ਦਲ ਦਾ ਬਸਪਾ ਨਾਲ ਹੋ ਗਿਆ, ਚਾਹੇ ਭਾਜਪਾ ਦਾ ਕੈਪਟਨ ਸਾਹਿਬ ਜਾਂ ਢੀਂਡਸਾ ਸਾਹਿਬ ਦੀ ਪਾਰਟੀ ਨਾਲ ਹੋ ਗਿਆ, ਉਹ ਹੁਣ ਇੱਕ ਤਰ੍ਹਾਂ ਨਾਲ ਅਲੱਗ-ਅਲੱਗ ਹੋ ਗਿਆ। ਹੁਣ ਥਾਂ ਹੀ ਸਾਰੇ ਵੱਖੋ-ਵੱਖ ਨੇ, ਇਹਦੇ 'ਚੋਂ ਕੋਈ ਨਵਾਂ ਗੱਠਜੋੜ ਬਣਦਾ ਕਿ ਨਹੀਂ ਬਣਦਾ ਇਹ ਟਾਈਮ ਦੱਸੂ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਅਲਕਾ ਲਾਂਬਾ ਕਾਂਗਰਸ ਪਾਰਟੀ ਦੇ ਲੀਡਰ ਦਿੱਲੀ ਤੋਂ, ਕਿਸੇ ਵੇਲੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਉਹਨਾਂ ਦੀ ਪਾਰਟੀ 'ਚ ਹੁੰਦੇ ਸੀ, ਬਾਅਦ 'ਚ ਪਾਰਟੀ ਛੱਡੀ ਤੇ ਇੱਕ ਦੂਜੇ ਦਾ ਵਿਰੋਧ ਮੁਖਰ ਸਿਖਰ ਐਨ ਠੋਕ ਕੇ ਹੋ ਗਿਆ। ਉਧਰਲੇ ਪਾਸੇ ਕੁਮਾਰ ਵਿਸ਼ਵਾਸ ਸਾਹਿਬ, ਉਹ ਵੀ ਕਦੇ ਕੇਜਰੀਵਾਲ ਸਾਹਿਬ ਦੇ ਸਾਥੀ ਸੀ ਪਰ ਹੁਣ ਉਹ ਕਿਸੇ ਧਿਰ ਦੇ ਨਾਲ ਨਹੀਂ, ਪਰ ਕੇਜਰੀਵਾਲ ਸਾਹਿਬ ਨਾਲ ਵਿਰੋਧ ਬਹੁਤ ਹੈ। ਉਹਨਾਂ ਦੋਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਰੋਪੜ ਦੇ ਵਿੱਚ ਤੇ ਕਿਹਾ ਇਹ ਗਿਆ ਸੀ ਜੀ ਇੱਥੇ ਸਾਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁਝ ਲੋਕ ਮਿਲਦੇ ਆ, ਉਹ ਫਿਰ ਕਹਿੰਦੇ ਆ ਜੀ ਉਹ ਦੇਖੋ ਉਹਨਾਂ ਨੇ ਆਹ ਕਿਹਾ ਸੀ, ਉਹ ਸਾਡੇ ਨਾਲ ਨਫ਼ਰਤ ਕਰਦੇ, ਕਈ ਕੁਝ ਗੱਲਾਂ ਕੀਤੀਆਂ। ਕੁਮਾਰ ਵਿਸ਼ਵਾਸ ਹੋਰਾਂ ਨੂੰ ਜਾ ਕੇ ਘਰੇ ਨੋਟਿਸ ਦੇ ਕੇ ਆ ਕੇ ਹਾਜ਼ਰ ਹੋਏ, ਉਹ ਹਾਈ ਕੋਰਟ ਚਲੇ ਗਏ। ਹਾਈ ਕੋਰਟ ਦੇ ਵਿੱਚ ਕੁਮਾਰ ਵਿਸ਼ਵਾਸ ਹੋਰਾਂ ਨੇ ਕਿਹਾ ਕਿ ਪਰਚਾ ਗਲਤ ਕੀਤਾ ਗਿਆ, ਸਿਆਸੀ ਤੌਰ ਦੇ ਉੱਤੇ ਵਿਰੋਧ ਹੈ, ਇਸ ਕਰਕੇ ਫਸਾਉਣ ਦਾ ਯਤਨ ਕੀਤਾ ਜਾ ਰਿਹਾ। ਹਾਈ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਦੋਨਾਂ ਧਿਰਾਂ ਦੀ ਗੱਲਬਾਤ ਸੁਣੀ ਤੇ ਕਹਿਤਾ ਕੋਈ ਗੱਲ ਨਹੀਂ, ਫੈਸਲਾ ਹੁਣ ਅਗਲੇ ਦਿਨਾਂ ਦੇ ਵਿੱਚ ਕਰਾਂਗੇ। ਬੀਬੀ ਅਲਕਾ ਲਾਂਬਾ ਹੋਰਾਂ ਦੇ ਬਾਰੇ ਵੀ ਮੰਨਿਆ ਜਾਂਦਾ ਸੀ ਕਿ ਜੇ ਕੁਮਾਰ ਵਿਸ਼ਵਾਸ ਸਾਹਿਬ ਉੱਥੇ ਚਲੇ ਗਿਆ, ਬੀਬੀ ਅਲਕਾ ਲਾਂਬਾ ਵੀ ਹਾਈ ਕੋਰਟ ਚਲੇ ਜਾਣਗੇ। ਪਰ ਬੀਬੀ ਅਲਕਾ ਲਾਂਬਾ ਇੱਕ ਦਿਨ ਪਹਿਲਾਂ ਹੀ ਪੰਜਾਬ ਆ ਗਏ। ਉਹ ਕਹਿੰਦੇ ਜੀ ਮੈਂ ਤਾਂ ਪੇਸ਼ ਹਾਂ, ਮੈਂ ਨਹੀਂ ਡਰਦੀ, ਮੈਂ ਤਾਂ ਦੱਸੂ ਆਣ ਕੇ ਸਾਰਿਆਂ ਨੂੰ ਕਿ ਹਾਲਾਤ ਜਿਹੜੇ ਉਹ ਕੀ ਹੋਈ ਜਾਂਦੇ ਆ, ਮੈਂ ਚੰਗੇ ਤਰੀਕੇ ਕਲੀਅਰ ਕਰੂੰ ਕਿ ਭਾਈ ਕਿਸ ਤਰੀਕੇ ਦੇ ਨਾਲ ਸਿਆਸੀ ਵਿਰੋਧ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਸਰਕਾਰ ਇਹਨਾਂ ਦੀ ਪੰਜਾਬ 'ਚ ਬਣ ਗਈ। ਉਹ ਬੀਬੀ ਜੀ ਆਏ, ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਦੇਖੋ ਮੈਨੂੰ 26 ਨੂੰ ਸੱਦਿਆ ਸੀ, ਹੁਣ ਕਹਿੰਦੇ 27 ਨੂੰ ਆਈ। 27 ਤਰੀਕ ਨੂੰ ਜਦੋਂ ਗਏ, ਪ੍ਰਤਾਪ ਸਿੰਘ ਬਾਜਵਾ ਨਾਲ, ਰਾਜਾ ਵੜਿੰਗ ਸਾਹਿਬ ਨਾਲ, ਭਾਰਤ ਭੂਸ਼ਣ ਆਸ਼ੂ ਸਾਹਿਬ ਨਾਲ, ਉੱਥੇ ਵਰਿੰਦਰ ਸਿੰਘ ਢਿੱਲੋਂ ਹੋਰੀ ਨਾਲ, ਜਾਣੀ ਕਿ ਕਾਂਗਰਸ ਪਾਰਟੀ ਦੀ ਤਕਰੀਬਨ ਬਹੁਤੀ ਲੀਡਰਸ਼ਿਪ ਜਿਹੜੀ ਹੈ ਬੀਬੀ ਅਲਕਾ ਲਾਂਬਾ ਦੇ ਨਾਲ ਐਸਐਸਪੀ ਦਫ਼ਤਰ ਰੋਪੜ ਚਲੇ ਗਏ। ਪਹਿਲਾਂ ਤਾਂ ਉੱਥੇ ਪੁਲਿਸ ਨਾਲ ਵੀ ਮਾੜੀ ਮੋਟੀ ਗੱਲ ਹੋਈ, ਸਾਰਿਆਂ ਨੇ ਜਾਣਾ ਕਿ ਥੋੜੇ ਨੇ ਜਾਣਾ। ਉੱਥੋਂ ਜਾ ਕੇ ਐਸਐਸਪੀ ਆਫਿਸ ਦੇ ਅੰਦਰ ਬੈਠ ਕੇ ਵੀ ਲਾਈਵ ਹੋ ਗਿਆ ਵਰਿੰਦਰ ਢਿੱਲੋਂ ਹੋਰੀ। ਫਿਰ ਬੀਬੀ ਅਲਕਾ ਲਾਂਬਾ ਨੂੰ ਕਹਿੰਦੇ ਜੀ ਬੀਬੀ ਜੀ ਬੋਲੋ ਕੁਛ। ਉਹ ਕਹਿੰਦੇ ਜੀ ਮੈਂ ਨਹੀਂ ਡਰਦੀ, ਅਸੀਂ ਤਾਂ ਕੁਛ ਵੀ ਮਾੜਾ ਨਹੀਂ ਕਿਹਾ, ਸਾਡੇ ਨਾਲ ਧੱਕਾ ਕੀਤਾ ਜਾ ਰਿਹਾ। ਉਹ ਬਾਅਦ 'ਚ ਬਾਹਰ ਆ ਕਹਿੰਦੇ ਜੀ ਐਸਐਸਪੀ ਸਾਹਿਬ ਕਹਿੰਦੇ ਜੀ ਤੁਹਾਨੂੰ ਥਾਣੇ ਜਾਣਾ ਪੈਣਾ, ਮੈਂ ਥੋੜੀ ਇੱਥੇ ਕੁਛ ਕਰਨਾ। ਥਾਣੇ ਚਲੇ ਗਏ। ਫਿਰ ਬਾਹਰ ਆ ਕਹਿੰਦੇ ਜੀ ਥਾਣੇਦਾਰ ਉਹਨਾਂ ਨੇ ਨਾ ਕਿਤੇ ਸਾਡਾ ਕੋਈ ਸਟੇਟਮੈਂਟ ਲਿਖੀ, ਨਾ ਕਿਤੇ ਦਸਖਤ ਕਰਾਏ, ਕਹਿੰਦੇ ਜੀ ਰਿਕਾਰਡ ਤਾਂ ਹਾਈ ਕੋਰਟ ਗਿਆ ਆ, 2 ਤਰੀਕ ਤੋਂ ਬਾਅਦ ਦੇਖਦੇ ਆਂ, ਹਾਜ਼ਰੀ ਲੱਗ ਗਈ ਸਮਝੋ। ਪਰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਬਹੁਤੇ ਲੀਡਰ ਇਕੱਠੇ ਹੋ ਕੇ ਗਏ, ਇਹਦਾ ਮਤਲਬ ਹੈ ਕਿ ਮੁੱਦਾ ਵੱਡਾ ਬਣਾਉਣਗੇ। ਇਹ ਮੁੱਦਾ ਤੇ ਬਣ ਗਿਆ, ਪਰ ਕਾਰਨ ਇਹ ਆ ਵੀ ਇੱਕ ਬੰਦੇ ਹੋਰ ਨੇ ਜਿਹੜੇ ਉੱਥੇ ਗਏ, ਉਹ ਪਰ ਥੋੜਾ ਜਿਹਾ ਵੱਖਰਾ ਗਏ ਹੈ ਨਾ। ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਗਏ ਉਹ ਵੀ ਉੱਥੇ ਹੀ, ਪਰ ਨਾ ਤਾਂ ਉਹ ਜਿਹੜਾ ਪਹਿਲਾ ਇਕੱਠ ਸੀ ਵੱਡਾ ਕਾਂਗਰਸ ਪਾਰਟੀ ਦਾ ਉਹਨਾਂ ਦੇ ਕੋਲ ਗਏ, ਨਾ ਉਹ ਅਲਕਾ ਲਾਂਬਾ ਹੋਰਾਂ ਦੇ ਨਾਲ ਹੀ ਉੱਥੇ ਗਏ। ਪਰ ਹਾਂ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਇਹੀ ਚੁੱਕਿਆ। ਉਹ ਕਹਿੰਦੇ ਆਹ ਦੇਖੋ ਜੀ, ਆਹ ਜਿਹੜੀ ਚੀਜ਼ ਹੋ ਰਹੀ ਹੈ ਇਹ ਇੱਕ ਤਰ੍ਹਾਂ ਨਾਲ ਮਿਸਯੂਜ਼ ਹੋ ਰਿਹਾ ਪੁਲਿਸ ਦਾ ਤੇ ਅਸੀਂ ਇਹਦੇ ਖਿਲਾਫ ਹੁਣ ਡਟਣਾ। ਨਾਲ ਦੀ ਨਾਲ ਫਿਰ ਉਹ ਭਗਵੰਤ ਮਾਨ ਸਾਹਿਬ ਤੇ ਵੀ ਆਈ ਜਾਂਦੇ, ਉਹ ਕਹਿੰਦੇ ਵੀ ਦੇਖੋ ਉੱਪਰੋਂ ਜਿਵੇਂ ਜਿਵੇਂ ਆਰਡਰ ਆਈ ਜਾਂਦਾ ਉੱਦਾਂ ਭਗਵੰਤ ਮਾਨ ਹੋਰੀ ਕਰੀ ਜਾਂਦੇ ਆ ਤੇ ਇਹ ਜਿਹੜੀ ਚੀਜ਼ ਆ ਇਹ ਆਪਾਂ ਹੋਣ ਨਹੀਂ ਦੇਣੀ, ਆਪਾਂ ਡਟ ਕੇ ਖਲੋਤੇ ਆ। ਹੁਣ ਇੱਥੇ ਆਣ ਕੇ ਮੁਸ਼ਕਲ ਆ ਜਾਂਦੀ ਕਿਤੇ ਨਾ ਕਿਤੇ ਵੀ ਡਟ ਕੇ ਤੇ ਖਲੋਤੇ, ਪਰ ਖਲੋਤੇ ਫੇਰ ਡੁਆਡਿਆਂ, ਇਹ ਬੜੀ ਸਮਝ ਬਾਹਰ ਦੀ ਗੱਲ ਆ। ਰਾਜਾ ਵੜਿੰਗ ਸਾਹਿਬ ਨੂੰ ਪੁੱਛ ਲਿਆ, ਕਹਿੰਦੇ ਜੀ ਸਿੱਧੂ ਸਾਹਿਬ ਆਏ ਸੀ ਪਰ ਆਏ ਨਹੀਂ, ਗੱਲ ਕੀ ਆ, ਮੁੜ ਗਏ। ਉਹ ਕਹਿੰਦੇ ਜੀ ਉਹ ਤਾਂ ਤੁਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਕੋਲੋਂ ਪੁੱਛੋ ਕਿ ਉਹ ਆਏ ਸੀ ਤਾਂ ਕਿਉਂ ਆਏ ਸੀ, ਜੇ ਨਹੀਂ ਸਾਡੇ ਕੋਲ ਇੱਥੇ ਆਏ ਤਾਂ ਕਿਉਂ ਨਹੀਂ ਆਏ, ਉਹੀ ਦੱਸ ਸਕਦੇ ਆ। ਬਾਕੀ ਕਹਿੰਦੇ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਮੈਂ ਆਉਣਾ ਤੇ ਮੈਂ ਕਿਹਾ ਜੀ ਸਦਕੇ ਆਓ, ਤੁਹਾਡਾ ਆਉਣਾ ਬਣਦਾ ਆ, ਤੁਹਾਨੂੰ ਆਉਣਾ ਚਾਹੀਦਾ ਆ। ਕਹਿੰਦੇ ਮੇਰੀ ਤਾਂ ਇਦਾਂ ਗੱਲ ਹੋਈ ਸੀ ਪਰ ਆ ਕੇ ਪਰਿਓਂ ਹੀ ਚਲੇ ਗਏ ਵਾਪਸ, ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ। ਬਾਕੀ ਕਹਿੰਦੇ ਜੀ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਆਉਂਦੇ ਵੀ ਹੈ, ਜਾਣੀ ਕੱਲ ਨੂੰ ਜੇ ਕੋਈ ਬੰਦਾ ਚਿੱਠੀ ਪਾਵੇ ਹਾਈਕਮਾਂਡ ਨੂੰ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੀਆਂ ਸਰਗਰਮੀਆਂ 'ਚ ਹਿੱਸਾ ਨਹੀਂ ਲੈਂਦੇ, ਉਹ ਕਹਿਣਗੇ ਜੀ ਮੈਂ ਤਾਂ ਲੈਣਾ। ਮੈਂ ਤਾਂ ਜੇ ਉੱਥੇ ਵੀ ਗਿਆ ਸੀ, ਪਹਿਲਾਂ ਵੀ ਇੱਕ ਜਗ੍ਹਾ ਗਏ ਸੀ ਜਦੋਂ ਰਾਜਾ ਵੜਿੰਗ ਹੋਰਾਂ ਨੇ ਪ੍ਰਧਾਨਗੀ ਸਾਂਭਣੀ ਸੀ, ਫਿਰ ਇੱਥੇ ਵੀ ਗਿਆ। ਜਾਣੀ ਕੋਈ ਇਹ ਨਹੀਂ ਕਹਿ ਸਕਦਾ। ਤੁਹਾਨੂੰ ਯਾਦ ਹੋਣਾ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਪੈਣ ਤੋਂ ਥੋੜੇ ਦਿਨ ਪਹਿਲਾਂ ਬੀਬੀ ਅਲਕਾ ਲਾਂਬਾ ਨੇ ਅੰਮ੍ਰਿਤਸਰ ਦੇ ਵਿੱਚ ਆ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਨਾਲ ਨਵਜੋਤ ਸਿੰਘ ਸਿੱਧੂ ਬੈਠੇ ਸੀ।
ਤੇ ਐਤਕੀ ਫਿਰ ਜਾਣਾ ਤਾਂ ਬੰਦਾ ਸੀ। ਨਹੀਂ ਗਏ ਵੀ ਉਹ। ਦੂਜੀ ਗੱਲ ਇਹ ਵੀ ਆ ਨਾਲ ਵੀ ਜੇ ਕੋਈ ਆਖੇ ਨਾ ਜੀ ਦੇਖੋ ਪਾਰਟੀ ਦੀਆਂ ਸਰਗਰਮੀਆਂ ਦੇ ਵਿੱਚ ਮਿਲ ਕੇ ਨਹੀਂ ਚੱਲਦੇ। ਉਹ ਮਿਲ ਕੇ ਕਿਉਂ ਨਹੀਂ ਚੱਲਦੇ? ਤੁਸੀਂ ਦੱਸੋ ਉਸ ਦਿਨ ਮੁੱਦਾ ਕੀ ਸੀ? ਉਹ ਕਹਿੰਦੇ ਜੀ ਹਲਕਾ ਲਾਂਬਾ ਵਾਲਾ ਮੁੱਦਾ ਸੀ। ਮੈਂ ਕਿਹੜੇ ਮੁੱਦੇ ਤੇ ਗਿਆ? ਕਹਿੰਦੇ ਜੀ ਹਲਕਾ ਲਾਂਬਾ ਵਾਲੇ ਮੁੱਦੇ ਤੇ ਗਏ। ਇਹ ਕਹਿੰਦੇ ਫਿਰ ਮੈਂ ਰਲ ਕੇ ਕਿਉਂ ਨਹੀਂ ਚੱਲ ਰਿਹਾ? ਸੋ ਕਹਿਣ ਤੋਂ ਭਾਵ ਇਹ ਹੈ ਕਿ ਵੀ ਇਸ ਵਕਤ ਜਮਾਂ ਜਿੱਦਾਂ ਦੋ ਗਾਡਰ ਨਹੀਂ ਰੇਲ ਵਾਲੇ ਚੱਲਦੇ ਨਾਲੋਂ ਨਾਲ, ਇਸ ਹਿਸਾਬ ਨਾਲ ਇਸ ਵਕਤ ਨਵਜੋਤ ਸਿੰਘ ਸਿੱਧੂ ਸਾਹਿਬ ਤੇ ਉਹਨਾਂ ਦਾ ਧੜਾ ਦੇ ਦੂਸਰੇ ਪਾਸੇ ਮੁੱਖ ਕਾਂਗਰਸ ਕਹਿ ਲਓ ਜਾਂ ਰਾਜਾ ਵੜਿੰਗ ਸਾਹਿਬ ਵਾਲੀ ਕਾਂਗਰਸ ਕਹਿ ਲਓ, ਉਹ ਚੱਲ ਰਹੀ ਹੈ। ਹੁਣ ਪਟੜੀਆਂ ਜਿੱਧਰ ਨੂੰ ਜਿਵੇਂ ਮੁੜਦੀਆਂ ਨੇ ਇਕੱਠੀਆਂ ਮੁੜਦੀਆਂ ਨੇ, ਇਹ ਹੁਣ ਜੁੜਨਗੀਆਂ ਵੀ ਕਿਤੇ ਜਾ ਕੇ ਕਿ ਨਹੀਂ, ਇਹ ਥੋੜ੍ਹੀ ਜਿਹੀ ਵੇਟ ਕਰਨ ਦੀ ਲੋੜ ਹੈ। ਬਾਕੀ ਅਨੁਸ਼ਾਸਨ ਦੀ ਗੱਲ ਤੇ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਅਸਰ ਪਵੇ, ਕਿਉਂਕਿ ਜਾਖੜ ਸਾਹਿਬ ਦਾ ਮੁੱਦਾ ਵੀ ਤੇ ਕਿੰਨੇ ਦਿਨ ਭਖਦਾ ਰਿਹਾ। ਕਹਿੰਦੇ ਵੇਖਿਓ ਹੁਣ ਅਨੁਸ਼ਾਸਨੀ ਕਮੇਟੀ ਨੇ ਕਹਿਤਾ 2 ਸਾਲਾਂ ਦੇ ਲਈ ਮੁਅੱਤਲ ਕਰ ਦੇਣਾ ਜਾਖੜ ਸਾਹਿਬ ਨੂੰ, ਪਰ ਹੁਣ ਕਹਿੰਦੇ ਵੀ ਉਹ ਕਹਿੰਦੇ ਨੇ ਸਿਰਫ ਅਹੁਦਿਆਂ ਤੋਂ ਮੁਅੱਤਲ ਕੀਤਾ ਜੀ, ਉਹਨਾਂ ਦੇ ਕੋਲ ਕੋਈ ਅਹੁਦਾ ਨਹੀਂ। ਪਰ ਜਿੰਨੀ ਕਿ ਮੇਰੀ ਜਾਣਕਾਰੀ ਅਹੁਦਾ ਦੇ ਵੈਸੇ ਵੀ ਕੋਈ ਨਹੀਂ ਸੀਗਾ ਉਹਨਾਂ ਦੇ ਕੋਲ। ਸੰਧਾਲੀਆ ਸਾਹਿਬ ਹੋ ਸਕਦਾ ਕਿਸੇ ਕਮੇਟੀ 'ਚ ਕਿਤੇ ਸਾਲ 6 ਮਹੀਨੇ 2 ਸਾਲ ਪਹਿਲਾਂ ਪਾਏ ਹੁਣ, ਤੇ ਉਹ ਇੰਨੀ ਇੰਪੋਰਟੈਂਟ ਕਮੇਟੀ ਹੋਣੀ ਹੈ ਜਿਹਦਾ ਕਿਸੇ ਨੂੰ ਵੀ ਨਹੀਂ ਪਤਾ। ਵੈਸੇ ਗੱਲ ਇਹ ਹੈ। ਤੇ ਦੂਜਾ ਇਹ ਵੀ ਹੋ ਸਕਦਾ ਹੈ ਕਿ ਜਾਖੜ ਸਾਹਿਬ ਤੋਂ ਕੋਈ ਅਹੁਦਾ ਨਹੀਂ ਲੈਣਾ। ਕੀ ਕਰਨਗੇ? ਪ੍ਰਧਾਨ ਨਹੀਂ ਬਣਾਉਣਗੇ, ਪ੍ਰਧਾਨ ਉਹ ਬਣਾਟੇ, ਟਿਕਟ ਨਹੀਂ ਦੇਣਗੇ। ਅਗਲੇ ਕਹਿੰਦੇ ਜੀ ਮੈਂ ਸਰਗਰਮ ਸਿਆਸਤਦਾਨ ਹੈ ਹੀ ਨਹੀਂ, ਹੁਣ ਮੈਂ ਤਾਂ ਇਲੈਕਸ਼ਨ ਲੜਨੀ ਨਹੀਂ। ਉਹ ਤਾਂ ਐਤਕੀ ਟਿਕਟ ਤੋਂ ਮੈਨੂੰ ਲੱਗਦਾ ਕਿ ਜੇ ਕੋਈ ਕਾਂਗਰਸੀ ਸਭ ਤੋਂ ਵੱਧ ਨਫੇ 'ਚ ਰਿਹਾ ਉਹ ਸੁਨੀਲ ਜਾਖੜ ਸਾਹਿਬ ਹੀ ਰਹੇ। ਆਪ ਲੜੇ ਨਹੀਂ, ਖਰਚਾ ਬਚ ਗਿਆ, ਭਤੀਜਾ ਟਿਕਟ ਲੈ ਗਿਆ, ਉਹ ਜਿੱਤ ਕੇ ਐਮਐਲਏ ਬਣ ਗਿਆ। ਤੇ ਕਾਂਗਰਸ ਪਾਰਟੀ ਦੇ ਹੁਣ ਕੱਲ ਨੂੰ ਕੋਈ ਇਹ ਵੀ ਨਹੀਂ ਕਹਿ ਸਕਦਾ, ਕਿਉਂਕਿ ਜਿਹੜੇ 2 ਬੰਦੇ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੇ ਨਾਲ ਇਹਨਾਂ ਦੀ ਫੋਟੋ ਲੱਗਦੀ ਸੀ ਕਿ 3 ਸਾਡੇ ਚਿਹਰੇ ਨੇ, ਉਹਨਾਂ ਦੇ ਵਿੱਚੋਂ 2 ਬੰਦੇ, ਇੱਕ ਤਾਂ ਦੋਨਾਂ ਸੀਟਾਂ ਤੋਂ ਹਾਰ ਗਿਆ, ਸਿੱਧੂ ਸਾਹਿਬ 1 ਸੀਟ ਤੋਂ ਹਾਰੇ, ਸਿੱਧੂ ਸਾਹਿਬ ਤੋਂ ਪ੍ਰਧਾਨਗੀ ਵਾਪਸ ਲੈ ਲਈ। ਜੇ ਹੁਣ ਕਿਸੇ ਬੰਦੇ ਦੇ ਖਿਲਾਫ ਕੋਈ, ਹੁਣ ਦੇਖੋ ਬਾਕੀ ਸਾਰਿਆਂ ਦੇ ਖਿਲਾਫ ਕੋਈ ਨਾ ਕੋਈ ਬੋਲੇ, ਜਾਖੜ ਸਾਹਿਬ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਹੋਈ, ਡਾਕਟਰ ਰਾਜਕੁਮਾਰ ਵੇਰਕਾ ਤੇ ਕਈ ਬੰਦੇ ਨਹੀਂ ਯਾਰ ਐ ਥੋੜੀ ਕਰਨਾ, ਜਾਖੜ ਸਾਹਿਬ ਤੇ ਕਾਰਵਾਈ ਨਹੀਂ ਬਣਦੀ, ਚਲੋ ਬੋਲ ਦਿੱਤਾ ਹੋਊਗਾ ਉਹਨਾਂ ਨੇ, ਪਰ ਨਹੀਂ ਕਾਰਵਾਈ ਨਹੀਂ ਬਣਦੀ। ਉਹ ਬੰਦਾ ਚੁੱਪ ਰਿਹਾ ਤੇ ਹਿੰਮਤ ਨਹੀਂ ਪਈ ਹਾਈ ਕਮਾਂਡ ਦੀ ਕਿ ਕਾਰਵਾਈ ਕਰ ਦਈਏ। ਇਹਦਾ ਮਤਲਬ ਕੀ ਹੈ ਕਿ ਭਲਕ ਨੂੰ ਹੁਣ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਕਰ ਦੇਣਗੇ, ਭਲਕ ਨੂੰ ਬੀਬੀ ਪ੍ਰਨੀਤ ਕੌਰ ਦੇ ਖਿਲਾਫ ਕਾਰਵਾਈ ਕਰ ਦੇਣਗੇ। ਆਪਾਂ ਤਾਂ ਪਹਿਲੇ ਕਹਿੰਦੇ ਸੀ ਕਿ ਭਾਈ ਜਾਖੜ ਸਾਹਿਬ ਨੂੰ ਇੱਕ ਵਾਰੀ ਕੱਢੋ, ਤੇ ਜਾਖੜ ਸਾਹਿਬ ਮੁੜ ਕੇ ਹਿੰਮਤ ਕਰਨ ਕਿ ਭਾਈ ਰੇਤਾ ਵਾਲੀਆਂ ਫਾਈਲਾਂ ਕਿਹਦੀਆਂ ਜਾਂ ਕੀ ਕੁਛ ਹੈਗਾ। ਹੁਣ ਵੀ ਗੁੱਡ ਲੱਕ ਉਹਨਾਂ ਨੇ ਕਿਹਾ ਸੀ। ਅਸੀਂ ਉਮੀਦ ਕਰਦੇ ਹਾਂ ਕਿ ਜੇ ਕੋਈ ਚੰਗਾ ਮਾੜਾ ਕੰਮ ਕਾਂਗਰਸ ਪਾਰਟੀ ਦੇ ਅੰਦਰ ਹੋਇਆ ਤਾਂ ਜਾਖੜ ਸਾਹਿਬ ਇੱਕ ਵਾਰੀ ਖੁੱਲ੍ਹ ਕੇ ਬੋਲ ਦਿਓ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਢੋਲ ਦੇ ਉੱਤੇ ਡਗਾ ਲੱਗਦਾ ਕਿੱਦਾਂ ਹੈ। ਨਹੀਂ ਦੇਖੋ ਇਹਦੇ ਉੱਤੇ ਹੁਣ ਟਾਈਮ ਦੱਸੂਗਾ ਵੀ ਹੁੰਦਾ ਕਿ ਨਹੀਂ ਹੁੰਦਾ, ਪਰ ਕੁੱਲ ਮਿਲਾ ਕੇ ਇਹ ਗੱਲ ਤੇ ਪੱਕੀ ਆ ਵੀ ਕਾਂਗਰਸ ਪਾਰਟੀ ਵਾਲਾ ਜਿਹੜਾ ਬੁਖਾਰ ਹੈ ਨਾ ਕਿ ਯਾਰ ਪਤਾ ਨਹੀਂ ਮੱਥਾ ਤੇ ਨਹੀਂ ਤਪਦਾ, ਪਰ ਉਹ ਸਿਹਤ ਅੰਦਰੋਂ ਅੰਦਰ ਕਿਰਦੀ ਜਿਹੀ ਜਾਂਦੀ ਹੈ। ਉਹ ਕੰਮ ਇਸ ਵਕਤ ਕਾਂਗਰਸ ਪਾਰਟੀ ਵਾਲਾ ਹੈਗਾ ਵੀ ਤਾਪ ਹੈਗਾ ਵੀ, ਪਰ ਆਉਂਦਾ ਵੀ ਨਹੀਂ ਥਰਮਾਮੀਟਰ ਤੇ, ਬੀਪੀ ਘੱਟ ਵੀ ਆ ਪਰ ਮਸ਼ੀਨ ਨਹੀਂ ਦੱਸਦੀ। ਹੁਣ ਇਹਦਾ ਇਲਾਜ ਕਦੋਂ ਕਿੱਥੇ ਕਿਵੇਂ ਹੁੰਦਾ ਇਹਦੇ ਟਾਈਮ ਦੱਸੂ। ਵੈਸੇ ਇੱਕ ਡਾਕਟਰਨਾਮਾ ਉਹ ਪੀਕੇ ਸਾਹਿਬ ਲਿਆਉਣ ਨੂੰ ਫਿਰਦੇ ਸੀ, ਉਹ ਤਾਂ ਜਵਾਬ ਦਿਓ, ਕਹਿੰਦੇ ਨਹੀਂ ਮੇਰੇ ਵੱਲੋਂ ਜਵਾਬ ਹੈ ਬਈ ਇਹ ਔਖਾ ਹੈ, ਕਿਤੇ ਲੈ ਜਾਓ, ਕਹਿੰਦੇ ਸੇਵਾ ਹੀ ਆਉਣ ਤੇ। ਪ੍ਰਸ਼ਾਂਤ ਕਿਸ਼ੋਰ ਹੋਰੀ ਨਹੀਂ ਕਾਂਗਰਸ ਰਹੇ ਨਾ। ਅੱਜ ਇੱਕ ਚਰਚਾ ਚੱਲਦੀ ਜੀ, ਰਾਹੁਲ ਗਾਂਧੀ ਹੋਰਾਂ ਨੇ ਤਾਂ 15 ਦਿਨ ਪਹਿਲਾਂ ਹੀ ਕਹਿੰਦੇ ਦੱਸਤਾ ਸੀ। ਰਾਹੁਲ ਗਾਂਧੀ ਹੋਰਾਂ ਨੇ ਕਹਿੰਦੇ 15 ਦਿਨ ਪਹਿਲਾਂ ਦੱਸਤਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ 'ਚ ਨਹੀਂ ਆਉਣਾ। ਕਿਸੇ ਨੇ ਪੁੱਛਿਆ ਜੀ ਕਿੱਦਾਂ, ਜਾਣੀ ਕਾਹਤੋਂ? ਉਹ ਕਹਿੰਦੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਪਾਰਟੀ ਨੂੰ ਵਰਤਣਾ ਚਾਹੁੰਦਾ ਹੈ, ਪ੍ਰਸ਼ਾਂਤ ਕਿਸ਼ੋਰ ਕਾਂਗਰਸ ਪਾਰਟੀ ਨੂੰ ਵਰਤ ਕੇ ਫਾਇਦਾ ਲੈਣਾ ਚਾਹੁੰਦਾ ਹੈ, ਪ੍ਰਸ਼ਾਂਤ ਕਿਸ਼ੋਰ ਕਾਂਗਰਸ ਪਾਰਟੀ ਦਾ ਨਾਂ ਵਰਤ ਕੇ ਛੋਟੀਆਂ ਪਾਰਟੀਆਂ ਨਾਲ ਸੌਦੇ ਕਰਨਾ ਚਾਹੁੰਦਾ ਹੈ। ਮੈਂ ਸੋਚ ਰਿਹਾ ਵੈਸੇ ਜਦੋਂ ਮੈਂ ਖਬਰ ਪੜ੍ਹੀ ਮੈਂ ਕਿਹਾ ਵੀ ਠੀਕ ਹੈ, ਰਾਹੁਲ ਗਾਂਧੀ ਹੋਰੀ ਠੀਕ ਕਹਿੰਦੇ ਹੋਣੇ ਆ, ਪਰ ਜੇ 2-3 ਸਾਲ ਰਾਹੁਲ ਗਾਂਧੀ ਹੋਰਾਂ ਨੇ ਕਾਂਗਰਸ ਪਾਰਟੀ ਇਦਾਂ ਹੀ ਚਲਾ ਲਈ, ਉਹ ਕਿਸੇ ਦੇ ਵਰਤਣ ਜੋਗੀ ਰਹਿਣੀ ਨਹੀਂ। ਵੈਸੇ ਵੀ ਇੱਕ ਹੋਰ ਗੱਲ ਹੈ ਕਿ ਮੰਨ ਲਓ ਕਿ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਯੂਪੀ ਦੇਤਾ ਹੈ, ਕਾਂਗਰਸ ਪਾਰਟੀ ਦਾ ਨਾਂ ਲੈ ਕੇ ਉੱਥੇ ਕਿਹਦੇ ਨਾਲ ਸੌਦਾ ਕਰ ਲੈਣਗੇ ਵੀ ਕਿਹੜਾ ਬੰਦਾ ਜਿਹੜਾ ਯੂਪੀ ਦੇ ਵਿੱਚ ਭਾਜਪਾ ਡਰਦੀ ਹੋਊ ਕਾਂਗਰਸ ਤੋਂ, ਬਸਪਾ ਡਰਦੀ ਹੋਊ ਕਿ ਸਮਾਜਵਾਦੀ ਪਾਰਟੀ ਡਰਦੀ ਹੋਊ। ਪੱਛਮੀ ਬੰਗਾਲ 'ਚ ਕਾਂਗਰਸ ਪਾਰਟੀ ਦਾ ਨਾਂ ਲੈ ਕੇ ਕਿਹਨੂੰ ਡਰਾ ਲੈਣਗੇ ਕਿ ਭਾਈ ਫੇਂ ਕਾਂਗਰਸ ਦੇ ਬੰਦੇ ਖੜੇ ਕਰ ਦੇਣੇ ਆ। ਬਿਹਾਰ ਦੇ ਵਿੱਚ ਕਿਹਨੂੰ ਡਰਾ ਲੈਣਗੇ, ਹੋਰ ਤਾਂ ਹੋਰ ਮੈਂ ਕਹਿੰਦਾ ਗੁਜਰਾਤ ਦੇ ਵਿੱਚ ਵੀ ਕਿਹਨੂੰ ਡਰਾ ਲੈਣਗੇ। ਹੈ ਕਿਤੇ ਜਿੱਥੇ ਕਾਂਗਰਸ ਪਾਰਟੀ ਦਾ ਨਾਂ ਲੈ ਕੇ ਕਿਸੇ ਦੂਸਰੀ ਪਾਰਟੀ ਨੂੰ ਕਹਿਣ ਕਿ ਭਾਈ ਇਦਾਂ ਕਰਕੇ ਸਮਝੌਤਾ ਕਰਨਾ ਪੈਣਾ, ਕਿਤੇ ਹੈ? ਜੇ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਤੇ ਅਸੀਂ ਉਹਨਾਂ ਨੂੰ ਸਲਾਹ ਦਿੰਦੇ ਹਾਂ ਕਿ ਚੰਗੇ ਤਰੀਕੇ, ਜੇ ਗਰਮੀ ਆ ਠੰਡੇ ਪਾਣੀ ਨਾਲ ਨਹਾਉਣਾ, ਮੁੜ ਕੇ ਚਾਹ ਦਾ ਕੱਪ ਪੀਣਾ, 2 ਖਾਣੇ ਨਾਲ ਬਿਸਕੁਟ, ਫਿਰ ਮੰਮੀ ਜੀ ਨੇ ਸਲਾਹ ਕਰਨੀ ਹੈ। ਮੈਨੂੰ ਲੱਗਦਾ ਵੀ ਉਹਨਾਂ ਨਾਲ ਸਲਾਹ ਨਹੀਂ ਕੀਤੀ ਉਹਨਾਂ ਨੇ। ਉਹ ਵਾਹਵਾ ਦਿਨਾਂ ਦੀ ਇਹ ਚਰਚਾ ਚੱਲਦੀ ਸੀ ਨਾ ਵੀ ਯਾਰ ਉਹ ਉੱਪਰ ਉਹ ਕਿਉਂਕਿ ਪਰਿਵਾਰ ਦੇ 3 ਜੀ ਹੈ, ਨਾਲ 5-7 ਬੰਦੇ ਸਲਾਹਕਾਰ ਹੈ ਜੀ, ਉਹਨਾਂ ਚੋਂ ਵੀ 2-3 ਕਿਸੇ ਦੇ ਸਲਾਹਕਾਰ ਆ, 2-3 ਕਿਸੇ ਦੇ ਆ, 2-3 ਕਿਸੇ ਦੇ ਸਲਾਹਕਾਰ। ਇਹ ਤੇ ਜੋ ਖਬਰਾਂ ਉਹੀ ਉਹਦੇ ਹਿਸਾਬ ਨਾਲ ਆਪਾਂ ਗੱਲ ਕਰ ਰਹੇ ਹਾਂ। ਉਹਦੇ 'ਚ ਹੋ ਸਕਦਾ ਵੀ ਕਿਸੇ ਨਾ ਕਿਸੇ ਨੇ ਕੰਨਵਾਜ ਪਾਤੀ ਹੋਵੇ, ਮਹਾਰਾਜ ਉਹ ਜਿਸ ਹਿਸਾਬ ਨਾਲ ਆਪਣੇ ਆਪ ਨੂੰ ਬਿਲਕੁਲ ਤੁਹਾਡੇ ਤੋਂ ਥੱਲੇ ਤੇ ਉਸ ਤੋਂ ਬਾਅਦ ਸਾਰੀ ਜਿੰਨੀ ਦੇਸ਼ ਦੀ ਲੀਡਰਸ਼ਿਪ ਆ ਉਹਨਾਂ ਤੋਂ ਉੱਪਰ ਅਹੁਦਾ ਰੱਖਦੇ ਆ, ਯਾਨੀ ਕਿ ਉੱਥੇ ਜੇ ਭਾਲਦੇ ਸੀ ਨਾ ਵੀ ਉੱਪਰ ਸਿਰਫ ਗਾਂਧੀ ਪਰਿਵਾਰ, ਉਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਸਾਹਿਬ, ਫਿਰ ਉਸ ਤੋਂ ਬਾਅਦ ਸਾਰੀ ਦੀ ਸਾਰੀ ਕਾਂਗਰਸ।
ਤੇ ਜੇ ਉਹਨਾਂ ਨੇ ਆਪਣੇ ਹਿਸਾਬ ਨਾਲ ਉਹ ਸਾਰੀ ਸੈਟਿੰਗ ਕਰ ਲਈ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਤੱਕ ਕੋਈ ਗੱਲ ਪਹੁੰਚਦੀ ਹੈ, ਆਪੜਦੀ ਹੈ, ਨਹੀਂ ਆਪੜਦੀ, ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ। ਤੇ 6 ਮਹੀਨੇ ਸਾਲ ਬਾਅਦ ਕਾਂਗਰਸ ਪਾਰਟੀ ਬਾਅਦ ਥੱਲਿਓਂ ਲੀਡਰਸ਼ਿਪ ਖੁਦ ਕਵੇ ਠੀਕ ਹੈ ਜੀ ਅਸੀਂ ਹੁਣ ਚਾਹੁੰਦੇ ਹਾਂ ਕਿ ਮੁਖੀਆ ਹੀ ਪ੍ਰਸ਼ਾਂਤ ਕਿਸ਼ੋਰ ਸਾਹਿਬ ਹੋਣ। ਇਹ ਹੋ ਸਕਦਾ ਕਿਸੇ ਨੇ ਕੋਈ ਸਲਾਹ 15 ਦਿਨ ਪਹਿਲਾਂ ਦੇ ਦਿੱਤੀ ਹੋਵੇ, ਉਹਨਾਂ ਨੇ ਉਦੋਂ ਹੀ ਸਮਝ ਲਿਆ ਵੀ ਉਹ ਹੋ ਗੱਲ ਤਾਂ ਠੀਕ ਹੈ ਯਾਰ। ਇਹ ਫਿਰ ਬੰਦਾ ਕਾਂਗਰਸ ਪਾਰਟੀ ਨੂੰ ਵਰਤਣਾ ਸ਼ਬਦ ਤੇ ਉਹਨਾਂ ਨੇ ਵੈਸੇ ਹੀ ਵਰਤ ਲਿਆ ਵੀ ਉਹ ਕਹਿੰਦਾ ਵੀ ਯਾਰ ਇਹ ਤੇ ਬੰਦਾ ਕੋਲ ਮਿਲਾ ਕੇ ਜਦੋਂ ਨਹੀਂ ਵੀ ਬਾਕੀ ਸਾਰਾ ਕੁਝ ਠੀਕ ਹੈ। ਕਿਸੇ ਵੇਲੇ ਉਹ ਪੇਂਦ ਨਹੀਂ ਕਰਦੇ ਹੁੰਦੇ ਵੀ ਉਹ ਟਾਹਣੀ ਕੋਈ ਹੋਰ ਹੋ ਜਾਂਦੀ ਤੇ ਉੱਪਰ ਬੂਟਾ ਕੋਈ ਹੋਰ ਲੱਗ ਜਾਂਦਾ ਜੀ। ਉਹ ਮਤਲਬ ਕਿ ਪੇਂਦ ਵਾਲੀ ਗੱਲ ਕਿਨੇ ਸਮਝਾ ਦੇ ਵੀ ਇਹ ਕੋਈ ਪੇਂਦ ਕਰਨ ਨੂੰ ਫਿਰ ਬੂਟਾ ਕੋਈ ਹੋਰ ਲੱਗ ਜਾਣਾ ਮੁੜ ਕੇ। ਸੰਧਾਲੀਆ ਸਾਹਿਬ ਮੈਂ ਨਾ 2-3 ਸਵਾਲ ਪੁੱਛਣੇ ਆ, ਤੁਸੀਂ ਬਸ ਇੱਕ ਸ਼ਬਦ ਉੱਤਰ ਹੀ ਦੇਣਾ। ਹਾਂ ਨਾ ਜਵਾਬ ਦੇਣਾ। ਹਾਂ ਨਾ ਜਵਾਬ ਦੇਣਾ ਹੈ। ਅੱਜ ਕੱਲ੍ਹ ਕਣਕ ਦੀ ਵਾਢੀ ਚੱਲਦੀ ਹੈ, ਆਪਾਂ ਟਰਾਲੀ ਮੰਗਦੇ ਆਮ ਹੀ, ਆਪਾਂ ਬੇੜੇ ਵੀ ਮੰਗ ਲਈਦੇ ਆ, ਆਪਾਂ ਪੱਲੀ ਵੀ ਮੰਗ ਲਈਦੀ ਆ, ਆਪਾਂ ਤੰਗਲੀ ਵੀ ਮੰਗ ਲਈਦੀ ਆ। ਕਿਉਂਕਿ ਪਹਿਲਾਂ ਟਰਾਲੀ ਤਾਂ ਮੰਗਣੀ ਹੁੰਦੀ ਆ ਕਿ ਭਾਈ ਉਹਦੇ ਵਿੱਚ ਦਾਣੇ ਲੈ ਕੇ ਆਉਣੇ ਆ, ਤੇ ਜਦੋਂ ਤੁਸੀਂ ਕਿਸੇ ਤੋਂ ਟਰਾਲੀ ਮੰਗੋ, ਟਰਾਲੀ ਲੈ ਕੇ ਦਾਣੇ ਮੰਡੀ 'ਚ ਸਿੱਟ ਕੇ ਜਦੋਂ ਵਿਹਲੀ ਹੋ ਗਈ ਕੀ ਕਰਨਾ ਹੁੰਦਾ? ਮੋੜਨੀ ਆ। ਹਾਂ ਚੇਤਾ ਰੱਖਣਾ ਬਸ। ਉਹਦੇ ਤੋਂ ਬਾਅਦ ਜਦੋਂ ਫਿਰ ਆਪਾਂ ਤੂੜੀ ਢੋਣੀ ਆ, ਬੰਦੇ 4 ਕਰ ਲੈ, ਤੰਗਲੀ ਘਰ 'ਚ ਇੱਕ ਆ, ਤੇ ਆਪਾਂ ਤੰਗਲੀ ਮੰਗਣੀ ਆ, ਤੇ ਜਦੋਂ ਤੂੜੀ ਢੋਲੀ ਕੁੱਪ ਬੰਨ ਲਿਆ ਵਿਹਲੇ ਹੋ ਗਿਆ, ਫਿਰ ਕੀ ਕਰਨਾ? ਇਹ ਪਤਾ ਨਹੀਂ ਟੁੱਟ ਗਈ ਨਹੀਂ ਕਿਤੇ ਤੰਗਲੀ। ਨਹੀਂ ਮੈਂ ਹੁਣ ਦੂਜੇ ਪਾਸੇ ਆਵਾਂ ਹੌਲੀ ਹੌਲੀ। ਤੰਗਲੀ ਮੋੜਨੀ ਆ ਨਾ, ਆਹੋ ਪੱਲੀਆਂ ਵੀ ਮੋੜਨੀਆਂ, ਬੇੜੇ ਵੀ ਮੋੜਨੇ ਆ, ਜਦੋਂ ਅਗਲੇ ਨੂੰ ਲੋੜ ਆ ਤੰਗਲੀ ਦੇਣੀ ਵੀ ਹੈ। ਜੇ ਇਹ ਗੱਲ ਤੁਹਾਨੂੰ ਸਮਝ ਆਉਂਦੀ ਹੈ, ਆਮ ਲੋਕਾਂ ਨੂੰ ਸਮਝ ਆਉਂਦੀ ਹੈ, ਆਮ ਬੀਬੀਆਂ ਕਈ ਵਾਰੀ ਕਿਸੇ ਦੇ ਘਰੇ ਜਾਣ ਤੋਂ ਕਹਿੰਦੀ ਭੈਣ ਜੀ ਆ ਹੁਣੇ ਹੀ ਸਾਗ ਧਰਿਆ ਹੀ ਜਾਂਦਾ ਜਾਂਦਾ ਹੀ ਸਾਗ ਹੈ, ਕਿ ਗਰਮੀਆਂ ਨੂੰ ਚੜਾਈ ਚੜੂਈ ਹੁੰਦੀ ਹੈ ਨਾ, ਆ ਭੈਣ ਇੱਦਾਂ ਕਰ ਤੂੰ ਆ ਇੱਦਾਂ ਕਰ ਲੈ ਜਾ ਸਾਗ। ਉਹ ਬੀਬੀ ਕਈ ਵਾਰੀ ਰਾਤ ਨੂੰ ਉੱਠ ਕੇ ਉਹ ਕੌਲੀ ਦੇਣੀ ਆ, ਸਵੇਰੇ ਭੈਣ ਨੇ ਸਾਗ ਧਰਿਆ ਸੀ ਔਖੀ ਹੋ ਕੇ ਸਾਗ ਦਿੱਤਾ ਹੀ, ਉਹ ਸਵੇਰੇ ਉੱਠ ਕੇ ਉਹਨੇ ਪਹਿਲਾਂ ਨਾ ਉਹਦੇ ਵਿੱਚ ਗੁੜ ਜੇ ਉਹ ਕੁਛ ਪਾ ਕੇ, ਆ ਭੈਣ ਸੀਗਾ ਥੋੜਾ ਜਿਹਾ ਲਿਆਂਦਾ, ਮੈਂ ਕਿਹਾ ਭੈਣ ਨਾਲ ਕੌਲੀ ਮੋੜਿਆ, ਮੈਂ ਨਾਲ ਚਾਹ ਪੀ ਹੋਣੀ। ਹਰ ਆਮ ਬੰਦੇ ਨੂੰ ਪਤਾ ਹੈ। ਫਿਰ ਸਾਡੇ ਸਿਆਸੀ ਲੀਡਰਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਭਾਈ ਜੇ ਕਾਰ ਮਿਲੀ ਸੀ ਇਨੋਵਾ ਮੰਤਰੀ ਹੋਣ ਕਰਕੇ, ਫਿਰ ਮੰਤਰੀ ਮੰਡਲ 'ਚ ਆਪਾਂ ਹੁਣ ਨਹੀਂ ਰਹੇ, ਉਹ ਕਾਰ ਮੰਤਰੀ ਨੂੰ ਹੀ ਮਿਲ ਸਕਦੀ ਹੈ, ਕਾਰ ਵਾਪਸ ਕਰਨੀ ਹੈ। ਜੇ ਆਮ ਲੋਕ ਤੰਗਲੀ ਵਾਪਸ ਕਰਦੇ ਹੈ, ਪੱਲੀ ਵਾਪਸ ਕਰਦੇ ਹੈ, ਟਰਾਲੀ ਵਾਪਸ ਕਰਦੇ ਹੈ, ਕੌਲੀ ਵਾਪਸ ਕਰਦੇ ਹੈ, ਫਿਰ ਉਹਨਾਂ ਨੂੰ ਚੇਤਾ ਕਾਹਤੋਂ ਭੁੱਲ ਜਾਂਦਾ? ਇਹ ਵੀ ਨਹੀਂ ਹੈ ਕਿ ਉਹ ਕਾਰ ਕਿਤੇ ਉਹ ਕੰਧ ਦੇ ਉੱਲੇ ਰਹਿ ਗਈ, ਸਫ਼ਰ ਵੀ ਕਰਦੇ ਹੋਣੇ ਆ। ਫਿਰ ਘਰ ਮਿਲਿਆ ਹੁੰਦਾ ਸਰਕਾਰੀ ਕਿ ਤੁਸੀਂ ਜੀ ਮਾਣਯੋਗ MLA ਸਾਹਿਬ ਹੋ। ਫਿਰ ਜਦੋਂ MLA ਨਹੀਂ ਰਹਿੰਦੇ ਫਿਰ ਉਹਨਾਂ ਨੂੰ ਘਰ ਖਾਲੀ ਕਰਨ ਦਾ ਚੇਤਾ ਭੁੱਲ ਜਾਂਦਾ ਹੈ। ਹੁਣ ਕਹਿੰਦੇ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਮੌਜੂਦਾ MLA, ਉਹਨਾਂ ਨੂੰ ਵੀ ਇੱਕ ਨੋਟਿਸ ਕੱਢਿਆ ਕਿ ਭਾਈ ਤੁਹਾਡੇ ਕੋਲ ਮੰਤਰੀ ਹੁੰਦਿਆਂ ਇਨੋਵਾ ਕਾਰ ਦਿੱਤੀ ਸੀ, ਕਿਰਪਾ ਕਰਕੇ ਮੋੜੋ। ਪ੍ਰਕਾਸ਼ ਸਿੰਘ ਬਾਦਲ ਸਾਹਿਬ, ਮਜੀਠੀਆ ਸਾਹਿਬ ਤੇ ਕਈ ਹੋਰ ਬੰਦਿਆਂ ਨੂੰ ਕਿਹਾ ਕਿ ਭਾਈ ਹੁਣ ਤੁਸੀਂ ਆ ਜਿਹੜੇ ਸਰਕਾਰੀ ਫਲੈਟ ਹੈ ਖਾਲੀ ਕਰ ਦਿਓ। ਇਹ ਵੀ ਪਤਾ ਲੱਗਾ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਜਿਹੜਾ ਫਲੈਟ ਮਿਲਿਆ ਸੀ ਉਹ ਕਹਿੰਦੇ ਖੁੱਡੀਆਂ ਸਾਹਿਬ ਨੂੰ ਅਲਾਟ ਹੋ ਗਿਆ। ਨਹੀਂ ਮਜੀਠੀਆ ਸਾਹਿਬ ਵਾਲਾ ਵੀ ਸ਼ਾਇਦ ਉਹ ਜਿਹਨਾਂ ਨੇ ਮੁੱਖ ਮੰਤਰੀ ਚਰਨਜੀਤ ਹੋਰਾਂ ਨੂੰ ਹਰਾਇਆ ਸੀ, ਉਹ ਡਾਕਟਰ ਚਰਨਜੀਤ ਸਿੰਘ ਹੋਰਾਂ ਨੂੰ ਦੇ ਦੇਣਾ। ਚਲੋ ਇਹ ਗੱਲਾਂ ਠੀਕ ਆ। ਵੈਸੇ ਤਾਂ ਮੇਰਾ ਖਿਆਲ ਰੰਧਾਵਾ ਸਾਹਿਬ ਨੇ ਇਤਰਾਜ਼ ਵੀ ਕੀਤਾ, ਉਹ ਕਹਿੰਦੇ ਮੈਨੂੰ ਕੱਲ ਹੀ ਪੁੱਛਦੇ ਆ ਗੱਡੀ ਉੱਥੇ ਡਰਾਈਵਰ ਨੂੰ ਕਹੋ ਤੁਸੀਂ ਵੀ ਹਾਂ ਵਾਪਸ ਲੈ ਜਾਏ, ਵਾਪਸ ਲੈ ਜਾਊਗਾ, ਸਾਨੂੰ ਅਸੀਂ ਗੱਡੀ ਕੀ ਕਰਨੀ। ਪਰ ਗੱਲ ਤੁਹਾਡੀ ਠੀਕ ਹੈ। ਇਹ ਜਿੱਦਾਂ ਤੁਸੀਂ ਕਿਹਾ ਕਿ ਵੀ ਹਾਂਜੀ ਉਹ ਜਦੋਂ ਉਹ ਚੀਜ਼ ਨਹੀਂ ਰਹਿ ਜਾਂਦੀ ਤੇ ਉਹ ਚੀਜ਼ ਵਾਪਸ ਕੀਤੀ ਜਾਵੇ, ਮੈਨੂੰ ਲੱਗਦਾ ਵੀ ਤੁਸੀਂ ਉਦਾਹਰਨਾਂ ਸਾਰੀਆਂ ਗਲਤ ਲਈਆਂ। ਨਹੀਂ ਭਰਾ, ਮੈਂ ਆਪਣੇ ਹਿਸਾਬ ਨਾਲ ਠੀਕ ਹੀ ਲਈ। ਨਹੀਂ ਇੱਕ ਸਹੀ ਉਦਾਹਰਨ ਵੀ ਮੈਂ ਦਿੰਦਾ। ਕਿਸੇ ਵੇਲੇ ਤੁਸੀਂ ਕਿਤੇ ਚਲੇ ਜਾਓ ਨਾ, ਅੱਜ ਕੱਲ੍ਹ ਤਾਂ ਵੈਸੇ ਘੱਟ ਹੁੰਦਾ, ਪਹਿਲਾਂ ਬਹੁਤ ਇਹ ਨਾ ਸਟੀਲ ਦੇ ਭਾਂਡਿਆਂ ਤੇ ਲਿਖਿਆ ਹੁੰਦਾ ਹੈ ਯਾਰ, ਉੱਤੇ ਨਾਂ ਲਿਖਿਆ ਹੁੰਦਾ ਹੈ ਧਰਮ ਸਿੰਘ, ਆਹ ਕਹਿੰਦਾ ਯਾਰ ਆਹ ਜਿਹੜੀ ਥਾਲੀ ਆ ਇਹ ਕੀ ਲਿਖਿਆ। ਕਿਸੇ ਵੇਲੇ ਤੇ ਇਹ ਵੀ ਹੁੰਦਾ ਵੀ ਮਤਲਬ ਗਲਾਸ ਦੇ ਭਾਈ ਸ਼ਰਮਾ ਟੈਂਟ ਹਾਊਸ ਲਿਖਿਆ ਰਹਿ ਜਾਂਦਾ। ਨਹੀਂ ਕਹਿ ਰਹੀ ਗੁਰਦੁਆਰਾ ਸਿੰਘ ਸਭਾ ਗੁਰਦੁਆਰੇ ਵਾਲੇ ਭਾਂਡਿਆਂ ਤੇ ਮਿਲਿਆ, ਉਸ ਹਿਸਾਬ ਨਾਲ ਕਿਸੇ ਵੇਲੇ ਰਹਿ ਜਾਂਦਾ ਯਾਰ, ਰਹਿ ਜਾਂਦੀ ਚੀਜ਼ ਵੀ ਨਹੀਂ ਪਤਾ ਲੱਗਦਾ, ਤੇ ਨਹੀਂ ਪਤਾ ਲੱਗਦਾ ਕੀ ਕਰ ਸਕਦੇ ਹੋ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ, ਮੈਨੂੰ ਚੇਤਾ ਆਉਂਦਾ ਚਲੋ। ਨਹੀਂ ਮੈਂ ਇਹਦੇ 'ਚ ਇੱਕ ਗੱਲ ਆ ਜਾਓ, ਬੰਦਾ ਸੋਚ ਲੈਂਦਾ ਵੀ ਯਾਰ ਉਹ ਤਾਂ ਨਿੱਕੀ ਚੀਜ਼ ਆ, ਕਿਤੇ ਗਲਾਸ ਰਲਿਆ ਰਹਿ ਗਿਆ ਹੋਊਗਾ। ਕਾਰਨ ਹੈ ਵੀ ਉਹਨਾਂ ਲਈ ਵੀ ਉਹ ਨਿੱਕੀਆਂ ਹੀ ਚੀਜ਼ਾਂ ਨੇ ਯਾਰ, ਕਿਤੇ ਰਹਿ ਗਿਆ ਹੋਊਗਾ। ਮੈਨੂੰ ਚੇਤਾ ਆਉਂਦਾ ਜਦੋਂ ਨਾ ਲੋਕ ਸਭਾ ਦੀ ਚੋਣ ਹੋਈ ਆ 2019 'ਚ, ਰਾਜਾ ਵੜਿੰਗ ਸਾਹਿਬ ਉਦੋਂ ਹਾਰੇ ਨੇ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਜਿੱਤੇ ਨੇ। ਰਾਜਾ ਵੜਿੰਗ ਸਾਹਿਬ ਦੇ ਪ੍ਰਚਾਰ ਮੁਹਿੰਮ ਦੇ ਵਿੱਚ ਹੀ 25-75 ਵਾਲੀ ਗੱਲ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤੀ ਸੀ। ਉਹਦੇ ਤੋਂ ਬਾਅਦ ਉਹਨਾਂ ਨੂੰ ਬਿਜਲੀ ਮੰਤਰੀ ਬਣਾਤਾ। ਉਹ ਕਹਿੰਦੇ ਜੀ ਮੈਂ ਨਹੀਂ ਬਣਨਾ, ਅਸਤੀਫਾ ਦੇ ਦਿੱਤਾ। ਜੇ ਤੁਹਾਨੂੰ ਚੇਤੇ ਹੋਵੇ ਤੇ ਤੁਰੰਤ 1-2 ਦਿਨਾਂ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਹੋਰੀ ਸਰਕਾਰੀ ਮੰਤਰੀ ਵਾਲਾ ਘਰ ਖਾਲੀ ਕਰ ਗਿਆ ਸੀ। ਤੇ ਉਦੋਂ ਪੱਤਰਕਾਰ ਉਦੋਂ ਰਿਪੋਰਟਿੰਗ ਕਰਦੇ ਸੀਗੇ, ਆ ਦੇਖੋ ਜੀ ਨਵਜੋਤ ਸਿੰਘ ਸਿੱਧੂ ਹੋਰੀ ਆਏ ਨੇ, ਆਪਣੇ ਘਰ ਦੇ ਵਿੱਚ ਅਸਮਾਨ ਲੱਦਿਆ ਜਾ ਰਿਹਾ। ਹੋਰ ਵੀ ਬੜੇ ਬੰਦੇ, ਆਪਾਂ ਗਿਆਨੀ ਕਰਤਾਰ ਸਿੰਘ ਹੋਰਾਂ ਦਾ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਭਾਈ ਉਹ ਮਿੰਟਾਂ 'ਚ ਖਾਲੀ ਕਰ ਗਿਆ ਸੀ। ਦੇਖੋ ਅਸੀਂ ਨਹੀਂ ਕਹਿੰਦੇ ਕਿ ਕਿਸੇ ਨੇ ਗਲਤ ਤਰੀਕੇ ਦੇ ਨਾਲ ਕੁਛ ਕੀਤਾ, ਆਪ ਹੀ ਮੋੜ ਦੇਣਾ ਚਾਹੀਦਾ ਸਮਾਨ, ਸਾਨੂੰ ਬੱਲੇ ਬੱਲੇ ਕਰਨ ਦਾ ਮੌਕਾ ਮਿਲੇ। ਕਿਉਂਕਿ ਇਹ ਇੱਥੇ ਹੀ ਨਹੀਂ,
ਇਹ ਜਿਹੜੀ ਭੁੱਲਣ ਦੀ ਬਿਮਾਰੀ ਆ ਨਾ, ਇਹ ਸਾਡੇ ਮੈਂਬਰ ਪਾਰਲੀਮੈਂਟਾਂ ਨੂੰ ਬਹੁਤ ਵਾਰੀ ਹੁੰਦੀ ਹੈ। ਫਿਰ ਮੁੜ ਕੇ ਬੇਨਤੀ ਕਰ, ਮੈਨੂੰ ਜੀ 35 ਸਾਲ ਹੋ ਗਏ, ਮੈਂ ਤਾਂ ਇਸੇ ਘਰ 'ਚ, ਸਾਡੀ ਪਾਰਟੀ ਦਾ ਦਫ਼ਤਰ ਵੀ ਇੱਥੇ ਹੀ ਚੱਲਦਾ, ਆ ਜਿਹੜਾ ਦਰਖਤ ਹੈ ਛੋਟਾ ਜਿਹਾ ਹੁੰਦਾ ਸੀ ਵੱਡਾ ਹੋ ਗਿਆ, ਮੈਂ ਤੇ ਇਹਨਾਂ ਪੀਂਘ ਪਾ ਕੇ ਝੂਟਦਾ ਹੀ, ਮੇਰਾ ਨਹੀਂ ਮਨ ਕਰਦਾ। ਜਾਣੀ ਇਦਾਂ ਦਾ ਵੀ ਕੰਮ ਹੁੰਦਾ, ਛੱਡਦੇ ਹੀ ਨਹੀਂ ਕਰ, ਕਿਤੇ ਨਾ ਕਿਤੇ ਔਖਾ ਲੱਗਦਾ। ਨਹੀਂ ਔਖਾ ਲੱਗਦਾ, ਚਲੋ ਖੈਰ ਹੁਣ ਕਾਰਨ ਆ ਵੀ ਸਰਕਾਰ ਬਦਲੀ ਹੈ ਜੀ, ਅਗਲੇ ਕਹਿੰਦੇ ਵੀ ਸਾਰਾ ਕੁਝ ਤਬਦੀਲ ਹੋ ਰਿਹਾ, ਬਦਲਾ ਰਿਹਾ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਬਦਲਾ ਰਿਹਾ, ਦੂਸਰੇ ਕਹਿੰਦੇ ਮਗਰ ਐੜਾ ਹੈ ਨਹੀਂਗਾ, ਇਕੱਲਾ ਬਦਲਾ ਰਿਹਾ। ਹੁਣ ਬਦਲਾ ਤੇ ਬਦਲੇ ਦਾ ਫਰਕ ਹੈ, ਹੁਣ ਆਉਂਦਾ ਕਿ ਨਹੀਂ ਆਉਂਦਾ ਇਹਦਾ ਟਾਈਮ ਦੱਸੂ। ਪਰ ਇਹਨਾਂ ਵੀ ਹੁਣ ਕਹਿੰਦੇ ਆ ਵੀ ਸ਼ੂਕ ਦੀ ਜਾਇਆ ਕਰਨੀ ਹੈ ਗੱਡੀ, ਟਾਇਰ ਨਵੇਂ ਪਵਾ ਲਏ, ਪਿੱਛੇ ਕਹਿੰਦੇ ਵੀ ਇੱਕੋ ਕਾਲੇ ਰੰਗ ਦੀਆਂ ਜਿਹੜੀਆਂ ਹੁੰਦੀਆਂ ਪਰਾਂਦੀਆਂ ਜਿਹੀਆਂ ਵੀ ਉਹ ਵੀ ਬੰਨਣੀਆਂ, ਉੱਪਰਲੇ ਪਾਸੇ ਇੱਕੋ ਅੱਜ ਕੱਲ੍ਹ ਬਾਜਾ ਨਹੀਂ ਲਾਉਂਦੇ ਹੁੰਦੇ ਇੱਦਾਂ, ਉਹ ਵੀ ਲਾਉਣਾ, 2 ਤੂੰ ਵਾਲੇ ਹਾਰਨ ਵੀ ਲਾਉਣੇ ਆ, ਤੇ ਉੱਤੇ ਲਿਖਿਆ ਹੋਊਗਾ, ਦੁਬਾਰਾ ਵਜਾ ਕੇ ਦਿਖਾਓ। ਨਹੀਂ ਉਹ ਤਾਂ ਕਈ ਤਰ੍ਹਾਂ ਵੱਜਦੇ ਹੁੰਦੇ ਆ, ਇੱਕ ਤਰ੍ਹਾਂ ਨਹੀਂ ਵੱਜਦੇ, ਕਈ ਤਰ੍ਹਾਂ ਵੱਜਦੇ। ਉਦੋਂ ਬਾਅਦ ਅੰਮ੍ਰਿਤਸਰ ਟੂ ਦਿੱਲੀ ਏਅਰਪੋਰਟ ਲਿਖਿਆ ਹੋਊਗਾ ਉੱਤੇ, ਤੇ ਉਹ ਜਾਊਗੀ ਬੱਸ ਰੋਡਵੇਜ਼ ਦੀ, ਕਹਿੰਦੇ ਉਧਰ ਨੂੰ ਸ਼ੂਕ ਦੀ। ਹੁਣ ਦੇਖੋ, ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਨੂੰ ਸਰਕਾਰੀ ਬੱਸਾਂ ਜਾਣ, ਕਿਹੜਾ ਨਵੀਆਂ ਜਾਣੀਆਂ, ਪਹਿਲਾਂ ਵੀ ਜਾਂਦੀਆਂ ਸੀ। ਸੰਧਾਲੀਆ ਸਾਹਿਬ, ਸਵਾਲ ਸਭ ਤੋਂ ਵੱਡਾ ਉਦੋਂ ਪੈਦਾ ਹੋ ਗਿਆ ਸੀ ਜਦੋਂ ਨੌਲੇਜ ਸ਼ੇਅਰ ਐਗਰੀਮੈਂਟ ਹੋਇਆ ਨਾ ਦਿੱਲੀ 'ਚ, ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਦੇ ਵਿਚਾਲੇ, ਜਿਹਦੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਕੀਤਾ ਕਿ ਪੰਜਾਬ ਦੇ ਹੱਥ ਵੱਢ ਕੇ ਦੇ ਦਿੱਤੇ, ਐ ਨਹੀਂ ਸੀ, ਘਰੇ ਗੂਠਾ ਹੀ ਲਾਤਾ। ਨਵਜੋਤ ਸਿੰਘ ਸਿੱਧੂ ਰਨ ਤੇ ਇੱਥੋਂ ਤੱਕ ਕਹਿੰਦੇ ਪਤਾ ਨਹੀਂ ਕਿਹੜੀ ਆਦਤ ਸੀ, ਜਦੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੋਰੀ ਗੂਠਾ ਲਾਇਆ ਉੱਥੇ, ਸੰਤਰੀ ਬਣ ਕੇ ਕੰਮ ਕਰਦੇ, ਉਹ ਕਹਿੰਦੇ ਜੀ ਕੇਜਰੀਵਾਲ ਸਾਹਿਬ ਦੀ। ਜਾਣੀ ਵਿਰੋਧ ਹੋਇਆ, ਵਿਰੋਧੀ ਪਾਰਟੀਆਂ ਨੇ ਰੱਜ ਕੇ ਮੁੱਦਾ ਚੁੱਕਿਆ ਕਿ ਲੋੜ ਨਹੀਂ ਸੀ, ਇਹ ਗੁਨਾਹ ਹੀ ਕਰ ਦਿੱਤਾ ਬੜਾ ਵੱਡਾ। ਉਹ ਕਹਿੰਦੇ ਸੀ ਅਸੀਂ ਭਾਈ ਹਸਪਤਾਲ ਤੇ ਸਕੂਲ ਠੀਕ ਕਰਨੇ ਆ, ਤੁਹਾਡੇ ਢਿੱਡ ਪੀੜ ਹੁੰਦੀ ਕਿਉਂ ਆ। ਚਲੋ, ਉਦੋਂ ਇਹ ਵੀ ਨਾਲ ਕਿਸੇ ਨੇ ਇਤਰਾਜ਼ ਕੀਤਾ, ਕਹਿੰਦੇ ਜੇ ਗਏ ਹੀ ਸੀ ਆ, ਬਾਕੀ ਤਾਂ ਸਾਰਾ ਕੁਝ ਕਰਿਆ, ਦਿੱਲੀ ਦੇ ਹਵਾਈ ਅੱਡੇ ਨੂੰ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਦੀਆਂ ਬੱਸਾਂ ਨਹੀਂ ਚਲਾਉਣੀਆਂ। ਮਰਜੀ ਇਹਦੀ ਵੀ ਗੱਲ ਕੇਜਰੀਵਾਲ ਹੋਰਾਂ ਨੇ ਕਰੇ ਹੁੰਦੇ, ਇਹ ਭੁੱਲ ਗਏ ਚੇਤਾ। ਅੱਜ ਹੀ ਫਿਰ ਕੰਮ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮਿਨਿਸਟਰ ਨੇ ਪੰਜਾਬ ਦੇ, ਲਾਲਜੀਤ ਸਿੰਘ ਭੁੱਲਰ ਹੋਰਾਂ ਨੇ ਬਿਆਨ ਦੇ ਦਿੱਤਾ। ਉਹ ਕਹਿੰਦੇ ਜੀ ਦੇਖੋ, ਪੰਜਾਬ ਦੇ ਸੈਕਟਰੀ ਪੱਧਰ ਦੇ ਅਧਿਕਾਰੀ ਟਰਾਂਸਪੋਰਟ ਵਿਭਾਗ ਦੇ, ਦਿੱਲੀ ਸਰਕਾਰ ਦੇ ਸੈਕਟਰੀ ਪੱਧਰ ਦੇ ਅਧਿਕਾਰੀ ਟਰਾਂਸਪੋਰਟ ਵਿਭਾਗ ਦੇ, ਉਹਨਾਂ ਦੇ ਨਾਲ ਬੈਠੇ ਆ, ਕੱਪ ਚਾਹ ਦਾ ਪੀਤਾ, ਡਾਕੂਮੈਂਟ ਨਾਲ ਲੈ ਕੇ ਗਏ ਸੀ, ਘੰਟਿਆਂ ਬੱਧੀ ਸਲਾਹ ਹੋਈ ਹੈ, ਤੇ ਜਿਹੜੇ ਵੀ ਇਤਰਾਜ਼ ਸੀ ਅਸੀਂ ਤਕਰੀਬਨ ਦਿੱਲੀ ਸਰਕਾਰ ਦੇ ਦੂਰ ਕਰ ਦਿੱਤੇ ਆ। ਉੱਥੋਂ ਕਹਿੰਦੇ ਸਾਡੇ ਅਧਿਕਾਰੀ ਉੱਠੇ ਆ। ਫਿਰ ਦਿੱਲੀ ਹਵਾਈ ਅੱਡੇ ਦੀ ਜਿਹੜੀ ਅਥਾਰਟੀ ਹੈ, ਜਿਹੜੇ ਅਧਿਕਾਰੀ ਨੇ ਉਹ ਬੈਠੇ ਇੱਕ ਪਾਸੇ, ਦੂਜੇ ਪਾਸੇ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਦੇ ਅਧਿਕਾਰੀ ਬੈਠੇ, ਉਹਨਾਂ ਦੇ ਨਾਲ ਗੱਲਬਾਤ ਹੋਈ ਹੈ, ਤੇ ਜਿਹੜੀਆਂ ਕਮੀਆਂ ਬੇਸ਼ੀਆਂ ਉਹਨਾਂ ਲੱਗਦੀਆਂ ਸੀ ਅਸੀਂ ਲਗਭਗ ਦੂਰ ਕਰ ਦਿੱਤੀਆਂ, ਤੇ ਬੜੀ ਛੇਤੀ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼, ਉਹਨਾਂ ਦੀਆਂ ਸਰਕਾਰੀ ਬੱਸਾਂ ਵੱਖ-ਵੱਖ ਜ਼ਿਲ੍ਹਾ ਸਟੇਸ਼ਨਾਂ ਤੋਂ, ਜ਼ਿਲ੍ਹੇ ਦੇ ਬੱਸ ਅੱਡਿਆਂ ਤੋਂ ਤੁਰਨਗੀਆਂ ਸਿੱਧੀਆਂ, ਪਹਿਲਾਂ ਦਿੱਲੀ ਦੇ ਬੱਸ ਅੱਡੇ, ਉਹਦੇ ਤੋਂ ਬਾਅਦ ਫਿਰ ਹਵਾਈ ਅੱਡੇ, ਵਾਪਸੀ ਵੇਲੇ ਵੀ ਦਿੱਲੀ ਦਾ ਹਵਾਈ ਅੱਡਾ, ਬੱਸ ਅੱਡਾ, 1 ਮਿੰਟ ਰੁਕਣੀ ਬੱਸ ਅੱਡੇ ਤੇ, ਨਾਲ ਹੀ ਫਿਰ ਆਪਣੇ ਸਟੇਸ਼ਨ ਤੇ ਵਾਪਸ। ਸੰਧਾਲੀਆ ਸਾਹਿਬ, ਜਦੋਂ ਥੋੜੇ ਸਾਲ ਪਹਿਲਾਂ ਇਹ ਕੰਮ ਸ਼ੁਰੂ ਹੋਇਆ ਸੀ, ਮੈਨੂੰ ਚੇਤਾ, ਮੈਂ ਜਲੰਧਰੋਂ ਦਿੱਲੀ ਦੇ ਹਵਾਈ ਅੱਡੇ ਤੱਕ ਕਈ ਵਾਰੀ ਸਫ਼ਰ ਕੀਤਾ ਉਸ ਬੱਸ 'ਚ, ਕਿਸੇ ਨੂੰ ਲੈਣ ਜਾਣਾ, ਕਿਸੇ ਨੂੰ ਛੱਡਣ ਜਾਣਾ। ਬੱਸਾਂ ਵਧੀਆ ਸੀ, ਪੋਲੀਆਂ ਸੀਟਾਂ, ਟੀਵੀ ਲੱਗਾ, ਏਸੀ, ਪਾਣੀ ਦਾ ਪ੍ਰਬੰਧ, ਕਿਸੇ ਵੀ 1 ਰੁਪਈਏ ਦੀ ਵੀ ਕਮੀ ਨਹੀਂ ਸੀ ਨਿੱਜੀ ਬੱਸਾਂ ਦੇ ਨਾਲੋਂ। ਕਿਰਾਇਆ ਜ਼ਰੂਰ ਘੱਟ ਸੀ, ਆਨਲਾਈਨ ਬੁਕਿੰਗ ਹੁੰਦੀ ਸੀ, ਸਾਰਾ ਕੁਝ। ਜੇ ਕਾਨੂੰਨ ਦੇ ਮੁਤਾਬਕ ਚੱਲਦੀਆਂ ਨਿੱਜੀ ਬੱਸਾਂ ਤੇ ਉਹ ਵੀ ਚੱਲਣ, ਪਰ ਜੇ ਇਹ ਵੀ ਚੱਲਦੀਆਂ ਤਾਂ ਬਹੁਤ ਵਧੀਆ। ਕੁਝ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਨੂੰ ਪੈਸੇ ਆਉਣਗੇ, ਉਹਨਾਂ ਨੂੰ ਆਉਣਗੇ ਤਾਂ ਸਰਕਾਰ ਨੂੰ ਆਉਣਗੇ। ਆਮ ਲੋਕ ਜੇ ਘੱਟ ਕਿਰਾਏ ਦੇ ਉੱਤੇ ਸਫ਼ਰ ਕਰ ਸਕਣਗੇ ਦਿੱਲੀ ਦੇ ਹਵਾਈ ਅੱਡੇ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ, ਤੇ ਉਹਨਾਂ ਦੇ ਵੀ 4 ਪੈਸੇ ਬਚਣਗੇ। ਉਦਮ ਚੰਗਾ, ਤਰੀਕ ਨਿਰਧਾਰਤ ਨਹੀਂ ਹੋਈ, ਪਰ ਲੱਗਦਾ ਕਿ ਚੱਲ ਪੈਣਗੀਆਂ। ਇਹਦੇ ਜਿਹੜੀ ਗੱਲ ਹੋ ਸਕਦਾ ਕਿ ਉਜਰ ਕਰ ਸਕਦੇ ਬੰਦੇ ਵੀ ਯਾਰ ਉਹ ਬੱਸ ਤਾਂ ਦੇਖ ਵੀਰ ਇੱਥੋਂ ਸਿੱਧੇ ਚੜੀਦਾ, ਸਿੱਧੇ ਏਅਰਪੋਰਟ ਜਾਂਦੀ, ਇੰਨਾ ਆਉਣਾ ਐਵੇਂ ਬੱਸ ਸਾਡੇ ਨੂੰ ਲਈ ਫਿਰਨੀ, ਫਿਰ ਉੱਥੋਂ ਉੱਥੇ ਭੀੜ 'ਚੋਂ ਉੱਧਰ ਖੜਨ, ਬੰਦਾ ਇਤਰਾਜ਼ ਕਰ ਸਕਦਾ। ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਲੌਜਿਕ ਅਗਲਿਆਂ ਦਾ ਇਹ ਹੋ ਸਕਦਾ ਵੀ ਯਾਰ ਬਹੁਤ ਸਾਰੇ ਲੋਕ ਨੇ, ਹਰੇਕ ਨੇ ਕਿਤੇ ਜਹਾਜ਼ ਅੱਡੇ ਥੋੜ੍ਹਾ ਜਾਣਾ ਹੁੰਦਾ, ਕਿਸੇ ਨੇ ਬੱਸ ਅੱਡੇ ਵੀ ਜਾਣਾ ਹੁੰਦਾ, ਵੀ ਅਗਲਾ ਕਹਿੰਦਾ ਯਾਰ ਦਿੱਲੀ ਜਾਣਾ। ਤੇ ਪਿਛਲੇ ਦਿਨੀ ਐਵੇਂ ਇਸ ਤੋਂ ਪਹਿਲਾਂ ਰਾਜਾ ਵੜਿੰਗ ਸਾਹਿਬ ਵੀ ਘੇਰਦੇ ਸੀ, ਭੁੱਲਰ ਸਾਹਿਬ ਨੇ ਵੀ ਘੇਰੀਆਂ, ਉਹ ਵਾਲੀਆਂ ਬੱਸਾਂ ਜਿਹੜੀਆਂ ਰਾਤ ਨੂੰ ਚੱਲਦੀਆਂ, ਤੇ ਬਾਅਦ 'ਚ ਚੈੱਕ ਕਰਦੇ, ਕਹਿੰਦੇ ਯਾਰ ਤੁਸੀਂ ਲਿਖੇ ਟੂਰਿਸਟ ਫਿਰਦੇ ਹੋ, ਚੁੱਕੀ ਤੁਸੀਂ ਸਵਾਰੀਆਂ ਜਾਂਦੇ, ਕਿਹੜੇ ਹਿਸਾਬ ਕਿਤਾਬ ਨਾਲ। ਹੁਣ ਲੋਕਾਂ ਦੀ ਤਾਂ ਮਜਬੂਰੀ ਆ ਵੀ ਅਗਲੇ ਨੇ ਜਾਣਾ, ਅਗਲਾ ਕਹਿੰਦਾ ਯਾਰ ਰਾਤ ਇੱਥੇ ਘਰੇ ਜੂ ਸੋਣਾ, ਬੱਸ 'ਚ ਸੁੱਤੇ ਰਹਾਂਗੇ, ਰਾਤੋਂ ਰਾਤ ਬਾਅਦ ਦਿੱਲੀ ਪਹੁੰਚ ਜਾਣਾ, ਸਵੇਰੇ ਆਪਣਾ ਕੰਮ ਕਰਕੇ ਉੱਧਰੋਂ ਮੁੜਨ ਵਾਲੇ ਬਣਾਂਗੇ। ਹੁਣ ਜੇ ਬੱਸ ਇੱਥੋਂ ਜਾਊਗੀ ਦਿੱਲੀ ਤੇ ਜਾਣੀ ਹੈ ਜੀ, ਅਗਲਾ ਅੱਡੇ 'ਚ ਵੀ ਸਵਾਰੀ ਲਾ ਜੂ, ਬੱਸਾਂ ਵਾਲੇ 'ਚ ਵੀ, ਤੇ ਜਹਾਜ਼ਾਂ ਵਾਲੇ ਅੱਡੇ 'ਤੇ ਵੀ ਸਵਾਰੀ ਲਾ ਦੂਗਾ, ਉਹ 'ਚ ਹਰਜ ਵੀ ਕੀ ਹੈ। ਸੰਧਾਲੀਆ ਸਾਹਿਬ, ਬੱਸ ਅੱਡੇ ਜੇ ਕਿਸੇ ਨੂੰ ਇਤਰਾਜ਼ ਆਊ ਕਾਨੂੰਨ ਦੇ ਮੁਤਾਬਕ ਨਹੀਂ ਨਾ ਤੁਰਨ, ਪਰ ਪਹਿਲਾਂ ਬੜੇ ਆਰਾਮ ਨਾਲ ਚੱਲਦੀ ਰਹੀ, ਕੋਈ ਦੇਰੀ ਨਹੀਂ ਸੀ ਹੁੰਦੀ, ਐਸੀ ਕੋਈ ਗੱਲ ਨਹੀਂ। ਹਾਂ, ਇੱਕ ਗੱਲ ਸਰਕਾਰ ਨੂੰ ਦੇਖਣੀ ਪਊਗੀ
ਕਿ ਜਿਹੜੇ ਬੰਦੇ ਨੇ ਹਵਾਈ ਅੱਡੇ ਜਾਣਾ ਉਹਦੇ ਜਹਾਜ਼ ਨੇ ਤੁਹਾਡੀ ਬੱਸ ਦੀ ਵੇਟ ਨਹੀਂ ਕਰਨੀ। ਬੱਸ ਖਰਾਬ ਨਾ ਹੋਵੇ, ਉਹਦੀ ਸਮੇਂ-ਸਮੇਂ ਤੇ ਇਨਸਪੈਕਸ਼ਨ ਹੋਵੇ, ਉਹਦੇ ਟਾਇਰ ਵਧੀਆ ਹੋਣ, ਉਹਦੀ ਰਿਪੇਅਰ ਵੇਲੇ ਸਿਰ ਹੋਵੇ, ਬਦਲਮੀਆਂ ਬੱਸਾਂ ਦਾ ਪ੍ਰਬੰਧ ਹੋਵੇ, ਉਹ ਤੁਹਾਨੂੰ ਮੁਨਾਫਾ ਦੇਣਗੀਆਂ। ਆਮ ਲੋਕਾਂ ਦਾ ਵਿਸ਼ਵਾਸ ਤੇ ਭਰੋਸਾ ਜਿੱਤਣਾ ਬਹੁਤ ਜ਼ਰੂਰੀ ਹੈ। ਮੰਨ ਲਓ ਕਿਸੇ ਬੰਦੇ ਨੇ ਦੁਬਈ ਤੋਂ ਜਾਣਾ ਹੈ, ਬਹਿਰੀਨ ਤੋਂ ਜਾਣਾ ਹੈ, ਉਹ ਬੰਦਾ ਆਪਣੇ ਫਲਾਈਟ ਉਸ ਹਿਸਾਬ ਨਾਲ ਰਹਿੰਦਾ ਕਿ ਭਾਈ ਅੱਗੋਂ ਸਰਕਾਰੀ ਬੱਸ ਜਾਊਗੀ, 1000-1200 ਰੁਪਈਆ ਲੱਗਣਾ, ਆਪਾਂ 3000 ਕਾਹਤੋਂ ਦੇਣਾ ਹੈ। ਉਹ ਬੰਦਾ ਫਲਾਈਟ ਲੈ ਕੇ ਉੱਥੇ ਪਹੁੰਚ ਜਾਵੇ, ਮੂਹਰੇ ਸਰਕਾਰੀ ਬੱਸ ਨਾ ਹੋਵੇ ਤਾਂ ਕੰਮ ਔਖਾ ਹੋ ਜੂ। ਇਦਾਂ ਹੁੰਦਾ ਨਹੀਂ ਸੀ, ਕਦੇ ਨਹੀਂ ਹੋਇਆ 에ਅਰਪੋਰਟ ਵਾਲੀ ਬੱਸ ਨੂੰ। ਪਰ ਅੱਗੋਂ ਵੀ ਇਹਦਾ ਧਿਆਨ ਰੱਖਣ ਦੀ ਲੋੜ ਹੈ ਕਿ ਇੱਕ ਦੋ ਬੱਸਾਂ ਫਾਲਤੂ ਹੋਣ, ਬਦਲਵੇਂ ਕੁਝ ਪ੍ਰਬੰਧ ਹੋਣ, ਲੋਕਾਂ ਦਾ ਯਕੀਨ ਤੇ ਭਰੋਸਾ, ਕਿਉਂਕਿ ਉਹ 'ਚ NRIs ਨੇ ਆਉਣਾ। ਜੇ NRIs ਦਾ ਦਿਲ ਇਹਦੇ ਵਿੱਚੋਂ ਜਿੱਤ ਲਓਗੇ, ਇਨਵੈਸਟਮੈਂਟ ਕਰਾਉਣੀ ਸੌਖੀ ਹੋ ਜੂ। ਆਹੋ ਇਹ ਤਾਂ ਗੱਲ ਹੈਗੀ ਹੈ, ਕਿਉਂਕਿ ਕਿਸੇ ਵੇਲੇ ਬੰਦਾ ਇਤਰਾਜ਼ ਕਰਦਾ ਯਾਰ ਵੀ ਪ੍ਰਾਈਵੇਟ ਵਾਲੇ ਪੈਸੇ ਕਿਉਂ ਵੱਧ ਲੈਂਦੇ, ਕਿਉਂਕਿ ਅਗਲੇ ਬੰਦੇ ਇਸ ਚੀਜ਼ ਦੀ ਗਰੰਟੀ ਵੀ ਕਰਦੇ ਵੀ ਵੀਰ ਆਪਾਂ ਇੰਨੇ ਵਜੇ ਤੁਰਨਾ, ਇੰਨੇ ਵਜੇ ਪਹੁੰਚਾਉਣਾ। ਜੇ ਰਾਹ 'ਚ ਇੱਧਰ ਉੱਧਰ ਕੁਝ ਹੋ ਵੀ ਗਿਆ ਤੇ ਅਗਲਿਆਂ ਕੋਲੇ ਆਪਣੀਆਂ ਨਿੱਜੀ ਗੱਡੀਆਂ ਪ੍ਰਬੰਧ ਕਰਕੇ ਦਿੰਦੇ ਵੀ ਆ ਲਓ ਜੀ ਛੋਟੀ ਗੱਡੀ, ਤੁਸੀਂ ਫਲਾਣੇ ਥਾਂ ਤੋਂ ਫਲਾਣੇ ਥਾਂ ਆ ਜਾਓ। ਵੀ ਇਹ ਨਾ ਹੋਵੇ ਵੀ ਜਨਾਬ ਉਦੋਂ ਕਹਿਣ ਵੀ ਉਹ ਜਿਹੜੀ ਤੂੰ ਵਾਲੇ ਹਾਰਨ ਲਾ ਕੇ ਤੇ ਉੱਤੇ ਬਾਜ ਲਾਇਆ ਹੋਵੇ, ਦੁਬਾਰਾ ਦੱਸਿਓ। ਮੈਂ ਉਹੀ ਕਹਿ ਰਿਹਾ ਵੀ ਮੁੜ ਕੇ ਸਾਈਡ ਜੇ ਕਰਕੇ ਕਹਿੰਦਾ ਕਿਤੇ, ਕਹਿੰਦਾ ਉਹ ਖੰਨੇ ਤੋਂ ਥੋੜੀ ਗਾਂਹ ਕਰਕੇ ਲਾਈ ਯਾਰ, ਕਹਿੰਦਾ ਚੱਕ ਪਤਾ ਨਹੀਂ ਕੋਈ ਕੁੰਦੀ ਕਾਂਦੀ ਨਹੀਂ, ਕਹਿੰਦਾ ਬੋਲਦੀ ਨਹੀਂ, ਗੱਡੀ ਤੇ ਗੂੰਗੀ ਹੋਈ ਪਈ ਆ ਵੀ ਇੱਥੇ ਚਾਹ ਪੀਣ ਲੱਗੇ ਸੀ, ਬੜੀ ਭਲੀ ਬੰਦ ਕੀਤੀ ਜੇ, ਹੁਣ ਸਟਾਰਟ ਹੀ ਨਹੀਂ ਹੁੰਦੀ। ਮੁੜ ਕੇ ਬੋਲੀ ਉਹ ਜਿਹੜਾ ਕੰਮ ਆ ਉਹ ਨਹੀਂ ਹੋਣਾ ਚਾਹੀਦਾ। ਕੋਈ ਨਾ ਕੋਈ ਵਿੱਚ ਇੱਕ ਅੱਧੀ ਨਾਲ ਰਸਤੇ ਦੇ ਹਿਸਾਬ ਨਾਲ ਕੋਈ ਨਾ ਕੋਈ ਸੈਟਿੰਗ ਕਰਕੇ ਰੱਖਣ ਤੇ ਫਿਰ ਹੋ ਸਕਦਾ ਵੀ ਕੰਮ ਚੱਲ ਜਵੇ। ਬਾਕੀ ਚਲੋ ਭਾਈ ਅਗਲਿਆਂ ਦੀ ਸਰਕਾਰ, ਅਗਲੇ ਕਹਿੰਦੇ ਅਸੀਂ ਹੁਣ ਚਲਾਉਣੀ ਆ। ਰਵਨੀਤ ਬਿੱਟੂ ਹੋਰਾਂ ਦਾ ਮੈਨੂੰ ਚੇਤਾ ਆ ਗਿਆ। ਅੱਛਾ, ਉਹਨਾਂ ਨੇ ਚਿਰ ਬਾਅਦ ਆਇਆ, ਕਿਉਂਕਿ ਜਦੋਂ ਦੇ ਉਹ ਪ੍ਰਧਾਨ ਰਾਜਾ ਵੜਿੰਗ ਸਾਹਿਬ ਬਣਾਏ ਉਹਦੇ ਉਹ ਖਬਰਾਂ 'ਚ ਘੱਟ ਆਉਂਦੀ। ਪਤਾ ਲੱਗਿਆ ਸੀ ਕਿ ਵਿਦੇਸ਼ ਗਏ ਨੇ ਕਿਸੇ MPs ਦੇ ਪ੍ਰਤੀਨਿਧ ਮੰਡਲ ਦੇ ਨਾਲ, ਕਿਸੇ, ਚਲੋ ਜੇ ਸਰਕਾਰੀ ਕੰਮ ਗਏ ਨੇ ਵਧੀਆ, ਦੇਸ਼ ਦੇ ਲਈ ਕੋਈ ਪਤਾ ਕਰਕੇ ਆਉਣਾ। ਉਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਭੁਪਿੰਦਰ ਹਨੀ ਨਾਂ ਦਾ ਇੱਕ ਬੰਦਾ ਉਹਨੂੰ ਬੋਰੀ 'ਚ ਪਾ ਕੇ ਤਸ਼ੱਦਦ ਕਰਦੇ, ਕੁੱਟਦੇ ਆ। ਨਹੀਂ ਬੰਦਾ ਨਹੀਂ, ਪੂਰਾ ਸ਼ਬਦ ਬੋਲੋ ਜੋ ਉਹਨਾਂ ਵਰਤੇ। ਨਹੀਂ ਉਹਨਾਂ ਨੇ ਇਦਾਂ ਕਿਦਾਂ ਲੈਂਦਾ, ਮੈਂ ਨਹੀਂ ਵਰਤਣਾ, ਤੁਸੀਂ ਵਰਤੋ। ਹੁਣ ਉਹਨਾਂ ਕਿਹਾ ਵੀ ਬੱਚੇ ਨਾਲ ਇਦਾਂ ਕੀਤਾ, ਬੱਚੇ ਨਾਲ ਇਦਾਂ ਕੀਤਾ। ਤੇ ਉਹ ਦੇਖੋ ਜੀ, ਜਿਹੜਾ ਬੱਚਾ ਉਹਨਾਂ ਨੂੰ ਲੱਗਦਾ ਸੀ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਭਾਣਜਾ, ਤੇ ਉਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਮਜੀਠੀਆ ਸਾਹਿਬ ਨੇ ਦਿਖਾ ਲਈਆਂ ਸੀ। ਆਹ ਦੇਖੋ ਜੀ, ਇੱਥੇ ਵੀ ਨਾਲ ਵੱਡੇ ਅਫਸਰ ਦੇ ਨਾਲ, ਆਹ ਦੇਖੋ ਜੀ ਉਹ ਸਰਕਾਰੀ ਜਿਪਸੀ ਸਟicker MLA ਦਾ ਲੱਗਾ, ਉਸ ਗੱਡੀ 'ਚ 10 ਕਰੋੜ ਦਾ ਰੌਲਾ ਰੱਪਾ ਪੈਂਦਾ ਸੀ। ਉਹਨਾਂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਭੁਪਿੰਦਰ ਹਨੀ ਨੇ ਕਿ ਭਾਈ ਜ਼ਮਾਨਤ ਦੇ ਦਿਓ, ਹੁਣ ਬਹੁਤ ਹੋ ਗਿਆ, ਪੁੱਛ-ਗਿੱਛ ਹੋ ਗਈ, ਅਦਾਲਤੀ ਹਿਰਾਸਤ ਦੇ ਵਿੱਚ ਵੀ ਰਹਿ ਲਿਆ। ਅਦਾਲਤ ਨੇ ਪਹਿਲਾਂ ਤਾਂ ਐ ਕਰਕੇ 27 ਤਰੀਕ ਪਾਤੀ, 27 ਨੂੰ ਦੇਖਦੇ ਆ। ਹੁਣ ਇੱਕ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਕੀਲ ਸਾਹਿਬ ਤੇ ਦੂਜੇ ਪਾਸੇ ਭੁਪਿੰਦਰ ਹਨੀ ਦੇ ਵਕੀਲ, ਉਹਨਾਂ ਦੋਨਾਂ ਨੇ ਆਪਸ ਦੇ ਵਿੱਚ ਬਹਿਸ ਕੀਤੀ ਤੇ ਲੱਗਦਾ ਸੀ ਕਿ ਫੈਸਲਾ ਆ ਜਾਊ ਕਿ ਭੁਪਿੰਦਰ ਹਨੀ ਨੂੰ ਜ਼ਮਾਨਤ ਦੇਣੀ ਕਿ ਨਹੀਂ ਦੇਣੀ, ਕਿਉਂਕਿ ਉਹ ਬਾਹਰ ਆਉਣਗੇ, ਪੱਤਰਕਾਰਾਂ ਨਾਲ ਗੱਲ ਕਰਨਗੇ, ਉਹ ਫਿਰ ਬਾਕੀ ਸਾਰੀਆਂ ਭਾਵੇਂ ਬੋਰੀ ਵਾਲੀ ਗੱਲ ਹੈ ਭਾਵੇਂ ਕੋਈ ਹੈ ਫੇਰ ਹੀ ਪੁੱਛੀ ਜਾ ਸਕਦੀ ਹੈ। ਉਹ ਜੱਜ ਸਾਹਿਬ ਨੇ ਫੇਰ ਕਹਿੰਦਾ, ਕਹਿੰਦੇ 30 ਨੂੰ ਦੇਖਦੇ ਆ, ਹੋ ਸਕਦਾ ਕਿ 30 ਨੂੰ ਫਿਰ ਬਹਿਸ ਹੋਵੇ ਤੇ ਫੈਸਲਾ ਫਿਰ ਅੱਗੇ ਪਾਤਾ ਜਾਵੇ। ਸੋ ਹਾਲ ਦੀ ਘੜੀ, ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਈਡੀ ਨੇ ਪੁੱਛਗਿੱਛ ਕੀਤੀ 4-5 ਘੰਟੇ, ਉਹਨਾਂ ਨੇ ਬਾਅਦ 'ਚ ਦੱਸਿਆ ਸੀ, ਕਹਿੰਦੇ ਮੈਨੂੰ ਦੁਬਾਰਾ ਤਾਂ ਅਜੇ ਤੱਕ ਬੁਲਾਇਆ ਨਹੀਂ। ਇਹ ਕੇਸ ਕਈ ਪਾਸੇ ਜਾ ਸਕਦਾ, ਕਈ ਸੈਂਕੜੇ ਕਰੋੜ ਰੁਪਏ ਦਾ ਰੌਲਾ ਰੱਪਾ ਸੀ, 10 ਕਰੋੜ ਕੈਸ਼ ਬਰਾਮਦੀ ਦਾ ਰੌਲਾ ਰੱਪਾ ਸੀ। ਜ਼ਮਾਨਤ ਜੇ ਹੋ ਗਈ, ਭੁਪਿੰਦਰ ਹਨੀ ਬਾਹਰ ਆ ਕੇ ਕੀ ਦੱਸਦਾ, ਉਹਦੇ ਤੇ ਵੀ ਨਜ਼ਰਾਂ ਟਿਕੀਆਂ ਰਹਿਣਗੀਆਂ। ਜੇ ਜ਼ਮਾਨਤ ਨਹੀਂ ਹੁੰਦੀ, ਇਹਦਾ ਮਤਲਬ ਪੇਚ ਅਜੇ ਫਸਿਆ, ਕਿਸੇ ਨਾ ਕਿਸੇ ਹੋਰ ਨੂੰ ਵੀ ਸੇਕਾ ਲੱਗ ਸਕਦਾ। ਫਿਰ ਸਹੀ ਗੱਲ ਆ। ਬਾਕੀ ਸੇਕਾ ਤੇ ਇਸ ਵਕਤ ਕਹਿੰਦੇ ਮੌਸਮ ਲਾ ਰਿਹਾ, ਤੇ ਉਦੋਂ ਬਾਅਦ ਸੇਕੇ ਤੋਂ ਬਦਲਣੇ, ਜਦੋਂ ਬੰਦਾ ਪੱਖਾ ਚਲਾਉਂਦਾ ਕਹਿੰਦੇ ਵੀ ਬਟਨ ਦੱਬ, ਉਹ ਕਹਿੰਦੇ ਬੋਲਿਆ ਨਹੀਂ ਪੱਖਾ, ਕੀ ਗੱਲ ਹੋ ਗਈ, ਫਿਰ ਇੱਕ ਨਾ ਦੱਬ ਕੇ ਵੀ, ਉਹ ਕਹਿੰਦੇ ਐਵੇਂ ਨਾ ਸੋਚਣਾ ਖਰਾਬ ਕਰ ਲਿਓ, ਬੱਤੀ ਬੰਦ ਆ। ਇਹ ਹੁਣ ਬਿਜਲੀ ਕੱਟਾਂ ਦੀ ਗੱਲ ਚਰਚਾ 'ਚ ਵਾਹਵਾ ਆਉਣ ਲੱਗ ਪਈ। ਹਾਲਾਂਕਿ ਚਲੋ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਵੀ ਅਸੀਂ ਪ੍ਰਬੰਧ ਕਰ ਲਿਆ ਜੀ, ਤੁਸੀਂ ਚਿੰਤਾ ਨਾ ਕਰੋ, ਪਰ ਹੁਣ ਜਿਹਦਾ ਪੱਖਾ ਨਹੀਂ ਚੱਲਦਾ ਭਾਈ ਉਹਨੇ ਤੇ ਚੀਕਾਂ ਮਾਰਨੀ ਵੀ ਵੀਰ ਹੋਣੇ ਹਾਲ ਮੰਦਾ। ਨਹੀਂ ਮਾਰਨੀਆਂ ਜੀ, ਖੇਤੀਬਾੜੀ ਵਾਲੇ ਵੀ ਥੋੜ੍ਹੇ ਜਿਹੇ ਔਖੇ, ਐਤਕੀ ਕਣਕ ਦੇ ਦਾਣੇ ਵੀ ਸੁੰਗੜੇ ਆ। ਸੰਧਾਲੀਆ ਸਾਹਿਬ ਹੁਣ ਤੋਂ ਬਸ 3-4 ਮਿੰਟ ਬਾਅਦ ਹੀ ਆਪਾਂ YouTube ਤੇ Facebook ਦੇ ਉੱਤੇ ਇੱਕ ਖਾਸ ਪ੍ਰੋਗਰਾਮ, 40 ਸਾਲ ਜਿਨ੍ਹਾਂ ਨੇ ਖੇਤੀਬਾੜੀ ਦੇ ਉੱਤੇ ਕੰਮ ਕੀਤਾ, ਵਰਲਡ ਬੈਂਕ ਨਾਲ, ਯੂਨਾਈਟਿਡ ਨੇਸ਼ਨਸ ਨਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ PhD 1978 'ਚ ਕੀਤੀ ਸੀ ਡਾਕਟਰ ਪੌਲ ਸਿੰਘ ਸਿੱਧੂ ਹੋਰਾਂ ਨੇ, ਆਸਟ੍ਰੇਲੀਆ ਤੋਂ ਖੇਤੀਬਾੜੀ ਤੇ। ਉਹਨਾਂ ਨੇ ਕਈ ਕੁਝ ਦੱਸਿਆ ਕਿ ਆਉਣ ਵਾਲੇ 4-5 ਸਾਲ ਪੰਜਾਬ ਦਾ ਕਿਸਾਨ ਪੈਸੇ ਕਿੱਦਾਂ ਕਮਾ ਸਕਦਾ ਕਣਕ ਤੋਂ ਹੀ। ਇਹ ਵੀ ਦੱਸਿਆ ਸੀ ਕਿ ਐਤਕੀ ਕਣਕ ਦਾ ਭਾਅ ਦੁਨੀਆ ਭਰ ਦੇ ਵਿੱਚ ਵਧਿਆ, ਪਰ ਪੰਜਾਬ ਦਾ ਕਿਸਾਨ ਪੈਸੇ ਕਿਉਂ ਨਹੀਂ ਕਮਾ ਸਕਿਆ। ਤੇ ਤੀਸਰੀ ਗੱਲ ਕਿ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ ਲਈ ਅਗਲੇ 50 ਦਿਨ ਖੇਤੀਬਾੜੀ ਦੇ ਪੱਖ ਤੋਂ ਬਹੁਤ ਅਹਿਮ ਨੇ, ਸਿਰਫ 5 ਸਾਲ ਕਹਿੰਦੇ ਫਿਰ ਦਰੁਸਤ ਕੱਢ ਸਕਦੇ ਆ। ਉਹ ਸਾਰੀਆਂ ਗੱਲਾਂ ਬਾਤਾਂ ਕੀ ਨੇ, ਪ੍ਰੋਗਰਾਮ ਹੁਣ ਤੋਂ 5-7 ਮਿੰਟ ਬਾਅਦ YouTube ਤੇ Facebook ਤੇ ਆਉਣਾ ਹੈ ਡਾਕਟਰ ਪੌਲ ਸਿੰਘ ਸਿੱਧੂ ਹੋਰਾਂ ਦੇ ਨਾਲ, ਉਹ ਜ਼ਰੂਰ ਦੇਖ ਲੈਣਾ। ਬਿਲਕੁਲ ਠੀਕ ਆ ਜੀ। ਸੋ ਅਸੀਂ ਹੁਣ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਤੁਸੀਂ ਜ਼ਰੂਰ ਦੇਖ ਲੈਣਾ ਜੀ, ਤੁਹਾਨੂੰ ਉਹਦੇ 'ਚੋਂ ਬਹੁਤ ਕੁਝ ਲੱਭੇਗਾ। ਬਾਕੀ ਜੇ ਅੱਗੇ ਕੋਈ ਕਿਸੇ ਦਾ ਲਿੰਕ ਹੋਵੇ ਤਾਂ ਜ਼ਰੂਰ ਸਰਕਾਰੀ ਦਰਬਾਰੇ ਪਹੁੰਚਦਾ ਕਰ ਦਿਓ। ਕਿਸੇ ਵੇਲੇ ਕੋਈ ਹੁੰਦੀ ਕੋਈ ਇਹਦੀ ਕੋਈ ਸਲਾਹ ਕੰਮ ਆ ਜਾਂਦੀ ਹੈ। ਹੁਣ ਦੀ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।